ਇਹ ਜਿਹੜਾ ਮਾਹੌਲ ਬਣਿਆ ਹੈਗਾ ਪਾਰਟੀ ਦੇ ਦਰਮਿਆਨ, ਕਾਰਨ ਕੀ ਸਮਝੋ? ਜਿਸ ਤਰੀਕੇ ਨਾਲ ਜੱਗਾ ਹਿੱਸੋਵਾਲ ਪਾਰਟੀ ਛੱਡ ਕੇ ਗਏ, ਰੂਬੀ ਵੀ ਪਾਰਟੀ ਛੱਡ ਗਈ, ਕੇਜਰੀਵਾਲ ਜੀ ਨੇ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ। ਉਹ ਵੀ ਇਹ ਨਹੀਂ ਵੀ ਕੋਰਟ 'ਚ ਕੋਈ ਸਟੇਟਮੈਂਟ ਦਿੱਤੀ ਹੋਈ, ਰਾਈਟਿੰਗ ਦੇ ਵਿੱਚ ਜਣੀ ਉਹ ਤੋਂ ਆਪਦੇ ਲੈਟਰ ਹੈਡ ਤੇ ਲਿਖ ਕੇ ਮਾਫੀ ਮੰਗੀ ਹੈ ਤੇ ਸ਼ਬਦਾਵਲੀ ਉਹ ਯੂਜ਼ ਕੀਤੀ ਹੈ। ਭੋਗਲ ਸਾਹਿਬ, ਮੇਰੇ ਖਿਆਲ 'ਚ ਕੋਈ ਵੀ ਫਾਈਟ ਹੋ ਜਾਏ ਆਪਣੀ ਕਿਸੇ ਨਾਲ, ਆਪਾਂ ਉਸ ਲੈਵਲ ਦੀ ਸ਼ਬਦਾਵਲੀ ਥੱਲੇ ਤੱਕ ਨਹੀਂ ਜਾਂਦੇ ਮਾਫੀ ਮੰਗਣ ਲਈ। ਵੱਖ-ਵੱਖ ਸਮੇਂ ਤੇ ਵੱਖ-ਵੱਖ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਛੋਟੇਪੁਰ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਨੇ, ਸੁੱਚਾ ਸਿੰਘ ਛੋਟੇਪੁਰ ਨੂੰ ਲੈ ਕੇ ਸਟ੍ਰਿੰਗ ਦੀਆਂ ਆਪਰੇਸ਼ਨ ਦੀਆਂ ਬੜੀਆਂ ਚਰਚਾਵਾਂ ਛਿੜੀਆਂ। ਉਹਨੂੰ ਲੈ ਕੇ ਉਹਦੇ ਪਿੱਛੇ ਵੀ ਕਹਿੰਦੇ ਇੱਕ ਪੂਰੀ ਕਹਾਣੀ ਹੈਗੀ ਹੈ। ਮੈਂ ਉਹਨਾਂ ਚਿਰ ਕੋਈ ਧਾਰਨਾ ਨਹੀਂ ਸੀ ਬਣਾਈ ਜਦੋਂ ਤੱਕ ਮੈਂ ਸਿੱਧੀ ਭਗਵੰਤ ਮਾਨ ਜੀ ਨਾਲ ਗੱਲ ਨਹੀਂ ਕੀਤੀ। ਤੁਹਾਡੀ ਗੱਲ ਹੋਈ ਇਸ ਮੇਰੀ ਗੱਲ ਹੋਈ ਇਸ ਤੇ ਟੌਪਿਕ ਤੇ, ਉਹਨਾਂ ਨੇ ਮੈਨੂੰ ਇੱਕ ਆਪਦੀ ਗੱਲ ਕਹੀ, ਕਹਿੰਦੇ ਵੀ ਅਸਲ 'ਚ ਮਨਸ਼ਾਹੀਆ ਸਾਹਿਬ ਮੈਂ ਤੁਹਾਨੂੰ ਇਸ ਕਰਕੇ ਬੁਲਾਇਆ ਵੀ ਹੁਣ ਨਾ ਮੈਂ MLA ਬਣਨਾ ਉਹ ਆਪਣਾ ਪ੍ਰਧਾਨ ਬਣਨਾ ਚਾਹੁੰਦਾ ਪਾਰਟੀ ਦਾ। ਗੁਰਪ੍ਰੀਤ ਘੁੱਗੀ ਸੀ ਉਸ ਵੇਲੇ। ਹਾਂ, ਪਹਿਲਾਂ ਗੁਰਪ੍ਰੀਤ ਘੁੱਗੀ ਸੀ, ਵੀ ਉਹਨੂੰ ਸ਼ਾਇਦ ਹਟਾਉਣਾ ਹਟਾਉਣਾ ਸੀ ਜਾਂ ਕਿਵੇਂ ਸੀ, ਜਾਂ ਉਹ ਛੱਡਣਾ ਚਾਹੁੰਦੇ ਸੀ। ਤਾਂ ਉਹਨਾਂ ਨੇ ਕਿਹਾ ਵੀ ਮੈਂ ਪ੍ਰਧਾਨ ਬਣਨਾ ਚਾਹੁੰਦਾ ਤੇ ਕੇਜਰੀਵਾਲ ਜੀ ਤੁਹਾਨੂੰ ਬੁਲਾਉਣਗੇ ਤਾਂ ਤੁਸੀਂ ਮੇਰੇ ਹੱਕ 'ਚ ਕਹਿ ਕੇ ਆਇਓ। ਵੀ ਉਹਨੂੰ ਇਹ ਲਾਰਾ ਲਾਇਆ ਗਿਆ ਸੀ, ਕਮਿਟਮੈਂਟ ਕੀਤੀ ਗਈ ਸੀ ਭਗਵੰਤ ਮਾਨ ਵੱਲੋਂ ਵੀ ਮਾਨਸਾ ਦੀ ਟਿਕਟ ਤੈਨੂੰ ਦੇਵਾਂਗੇ ਪਰ ਤੂੰ ਛੋਟੇਪੁਰ ਦਾ ਸਟਿੰਗ ਕਰਕੇ ਲਿਆ। ਸਟਿੰਗ ਬਦਲੇ ਉਹਨੂੰ ਇਹ ਮੈਨੂੰ ਮੇਰੀ ਆਪਣੀ ਜਿਹੜੀ ਮਤਲਬ ਕਿ ਕਹਿ ਲਓ ਥਿੰਕਿੰਗ ਹੈ, ਮਾਨਸਾ ਦੀ ਸੀਟ ਹਾਂ ਵੀ ਮਾਨਸਾ ਦੀ ਸੀਟ ਤੈਨੂੰ ਦੇਵਾਂਗੇ। ਪਰ ਮੈਂ ਕਿਹਾ ਭਗਵੰਤ ਮਾਨ ਜੀ ਮੈਂ ਤੁਹਾਨੂੰ ਸਪੋਰਟ ਵੀ ਕਰਦਾ, ਤੁਹਾਡਾ ਰਿਸਪੈਕਟ ਵੀ ਕਰਦਾ, ਮੈਂ ਉਸ ਜਿਹੜੀ ਕਹਿ ਲਓ ਹੱਕ ਜੇ ਨਾਲ ਉੱਥੋਂ 2 ਸਵਾਲ ਪੁੱਛਣੇ ਆ। ਤੇ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਤੁਸੀਂ ਉਸ ਵਕੀਲ ਦੇ ਘਰੇ ਉਦੋਂ ਅਗਲੇ ਦਿਨ ਮੇਰੀ ਟਿਕਟ ਮਿਲਣ ਤੋਂ ਸੁਬਾਹ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਕੀ ਕਰਨ ਗਏ ਸੀ? ਸਰਕਾਰ ਬਣਦੀ ਸੂਰਜ 'ਚ 99% ਮੁੱਖ ਮੰਤਰੀ ਤੁਸੀਂ ਬਣਨਾ ਸੀ। ਤੇ ਕਹਿੰਦੇ ਹਾਂ। ਮੈਂ ਜੀ ਫਿਰ ਮੈਨੂੰ ਐਂ ਦੱਸੋ, ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਹੋਵੇ ਤੇ ਐਲੀਗੇਸ਼ਨ ਤੁਹਾਡੇ ਤੇ ਇਹ ਲੱਗਦੇ ਹੋਣ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਸ਼ਰਾਬੀ ਕਬਾਬੀ ਬੰਦਾ ਹੈ। ਮਨਸ਼ਾਹੀਆ ਸਾਹਿਬ ਸ਼ਰਾਬ ਮੈਂ ਤਾਂ ਹੱਥ ਵੀ ਨਹੀਂ ਲਾਉਂਦਾ। ਇਹ ਤਾਂ ਮੇਰੇ ਕਹਿੰਦਾ ਵਿਰੋਧੀਆਂ ਨੇ ਆਪਣਿਆਂ ਨੇ ਐਵੇਂ ਪਰਸੈਪਸ਼ਨ ਬਣਾਈ ਹੋਇਆ, ਰੌਲਾ ਪਾਇਆ ਹੋਇਆ ਵੀ ਭਗਵੰਤ ਮਾਨ ਸ਼ਰਾਬੀ ਹੈ। ਜਿਵੇਂ ਆਪਾਂ ਕਹਿੰਦਾ ਵਿਕਰਮ ਸਿੰਘ ਮਜੀਠੀਆ ਦਾ ਰੌਲਾ ਪਾਇਆ ਹੋਇਆ ਵੀ ਉਹ ਤਾਂ ਜੀ ਚਿੱਟਾ ਵੇਚਦਾ। ਮੈਂ ਜੀ ਕੀ ਗੱਲ, ਮੈਂ ਬੜਾ ਇੱਕਦਮ ਸਰਪ੍ਰਾਈਜ਼ ਹੋਇਆ ਵੀ ਕੀ ਗੱਲ, ਆਪਾਂ ਐਡੇ ਵੱਡੇ ਐਲੀਗੇਸ਼ਨ ਲਾਏ ਆ ਵੇਚਦਾ। ਮੈਂ ਉਹਨੂੰ ਕਿਹਾ ਮੈਂ ਕੀ ਗੱਲ ਵੇਚਦਾ ਨਹੀਂ ਜੀ? ਕਹਿੰਦਾ ਆਪਾਂ ਨੂੰ ਕੀ ਪਤਾ ਵੇਚਦਾ ਕਿ ਨਹੀਂ ਵੇਚਦਾ, ਤਾਂ ਰੌਲਾ ਆਪਾਂ ਹੀ ਪਾਇਆ ਹੋਇਆ। ਜਿਸ ਤਰੀਕੇ ਨਾਲ ਛੋਟੇਪੁਰ ਦਾ ਬਾਹਰ ਜਾਣ ਦਾ ਰਸਤਾ ਕਿਹਨੇ ਤੈਅ ਕੀਤਾ? ਗੁਰਪ੍ਰੀਤ ਘੁੱਗੀ ਦੀ ਥਾਂ ਪ੍ਰਧਾਨਗੀ ਲੈਣ ਦਾ ਰਾਹ ਕਿਹਨੇ ਤੈਅ ਕੀਤਾ? ਇਸ ਤੋਂ ਇਲਾਵਾ ਜੇ ਅਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ, ਖਹਿਰੇ ਨੂੰ ਵੀ ਬਹੁਤ ਬੜੇ ਇੱਕ ਹਿਸਾਬ ਦੇ ਨਾਲ ਬੜਾ ਝਟਕਾ ਦੇ ਕੇ ਕੱਢਿਆ ਗਿਆ। ਉਹਦੇ ਪਿੱਛੇ ਵੀ ਕਹਾਣੀ ਭਗਵੰਤ ਮਾਨ ਨਾਲ ਜੁੜਦੀ ਹੈ। ਪਹਿਲੀ ਗੱਲ ਤਾਂ ਇਹ ਵੀ ਇਕੱਲੇ ਖਹਿਰਾ ਸਾਹਿਬ ਨਾਲ ਨਹੀਂ ਉਹਨਾਂ ਦੀ ਕਹਾਣੀ ਜੁੜਦੀ। ਜਿੰਨੇ ਪੰਜਾਬ ਦੇ ਲੀਡਰ ਕੱਢੇ ਗਏ ਨੇ ਉਹਨਾਂ ਨਾਲ ਸਾਰਿਆਂ ਦੀ ਕਹਾਣੀ ਭਗਵੰਤ ਮਾਨ ਦੀ ਜੁੜਦੀ ਹੈ। ਰਵਿੰਦਰ ਸਿੰਘ ਫੂਲਕਾ ਜੀ LOP ਸੀਗੇ, ਤਾਂ ਉਹਨਾਂ ਨੇ ਇੱਕ ਦਿਨ ਮੈਨੂੰ ਬੜੇ ਫਰਸਟ੍ਰੇਸ਼ਨ ਜੀ 'ਚ ਬੈਠੇ ਸੀ। ਮੈਨੂੰ ਪੁੱਛਿਆ, ਫੂਲਕਾ ਸਾਹਿਬ ਕੀ ਗੱਲ ਤੁਸੀਂ ਅੱਜ ਉਦਾਸ ਜਿਹੇ ਲੱਗ ਰਹੇ ਹੋ? ਮੈਨੂੰ ਕਹਿੰਦੇ ਯਾਰ ਕੀ ਕਰਾਂ। ਮੈਨੂੰ ਭਗਵੰਤ ਮਾਨ ਰੋਜ਼ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਦਰਬਾਰ ਲਾਉਣੇ ਸਾਰੇ ਸ਼ਹਿਰਾਂ 'ਚ ਜਾ ਕੇ ਵੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਵੀ ਚਲੋ ਉਹ ਤਾਂ ਨਹੀਂ ਕੁਛ ਕਰਦਾ ਆਪਾਂ ਤਾਂ ਕਰੀਏ। ਠੀਕ ਹੈ, LOP ਦੀ ਫਿਰ ਕੋਈ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਪ੍ਰਤੀ। ਉਹ ਥਾਂ ਤੇ ਜਦੋਂ ਲਾਉਂਦੇ ਸੀ ਦਰਬਾਰ ਤਾਂ ਉਹ ਕਹਿੰਦੇ ਮੈਨੂੰ ਉਹ ਸ਼ਰਾਬ ਪੀ ਕੇ ਸ਼ਾਮ ਨੂੰ ਗਾਲਾਂ ਕੱਢਦਾ ਹੈ ਵੀ ਤੂੰ ਕਿਤੋਂ ਪੁੱਛ ਕੇ ਜਾਂਦਾ। ਉਹ ਜਿੱਥੇ ਨਾ ਸੁੰਡੀ ਦਾ ਹਮਲਾ ਜਿਹਾ ਹੋਇਆ, CM ਸਾਹਿਬ ਗਏ ਹੈ ਅਤੇ ਕੱਲ੍ਹ ਨੂੰ ਮੈਂ ਉੱਥੇ ਆਊਂਗਾ ਅਤੇ ਤੁਸੀਂ ਇੰਤਜ਼ਾਮ ਕਰ ਲਿਓ ਸਰ 11 ਵਜੇ। ਠੀਕ ਹੈ ਸਰ, ਮੇਰੇ ਸੀਨੀਅਰ ਲੀਡਰ ਹੈ, ਉਹਦਾ ਹੁਕਮ ਮੰਨਣਾ ਹੈ, ਪਾਰਟੀ ਪ੍ਰਧਾਨ ਹੈ। ਮੈਂ ਠੀਕ ਹੈ ਸਰ ਕਰ ਲੂੰਗਾ, ਪਰ ਮੇਰੀ ਇਹ ਵੀ ਤਾਂ ਡਿਊਟੀ ਬਣਦੀ ਹੈ ਮੈਂ ਉਹਨੂੰ ਇਨਫਾਰਮ ਕਰਾਂ ਜੇ ਕੋਈ ਹੋਰ ਡਿਵੈਲਪਮੈਂਟ ਹੋਈ ਹੈ। ਮੈਂ ਸਰ ਇੱਕ ਤੇ ਤੁਹਾਡੇ ਧਿਆਨ 'ਚ ਲਿਆ ਦਿਆਂ ਵੀ ਅੱਜ ਉਹਨਾਂ ਪਿੰਡਾਂ ਦੇ ਪ੍ਰੋਗਰਾਮ 3 ਵਜੇ ਖਹਿਰਾ ਸਾਹਿਬ ਨੇ ਵੀ ਰੱਖਿਆ ਹੈ। ਉਹ ਕਿਤੋਂ ਪੁੱਛ ਕੇ ਜਾ ਰਿਹਾ? ਮੈਂ ਕਿਹਾ ਜੀ ਹੁਣ ਉਹ LOP ਹੈਗਾ ਅਤੇ ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਮੈਨੂੰ ਕੀ ਪਤਾ ਤੁਸੀਂ ਕਿਤੋਂ ਪੁੱਛ ਕੇ ਆਉਣਾ ਹੁੰਦਾ? ਆਪ ਹੀ ਆਉਣਾ ਹੁੰਦਾ ਕਿ ਕਿਤੋਂ ਪੁੱਛਣਾ ਹੁੰਦਾ? ਨਹੀਂ ਗਏ, ਮੈਂ ਇੰਨਾ ਮਿਹਨਤ ਕੀਤੀ, ਇਹ ਕੀਤਾ, ਹੁਣ ਇਹ ਚੌਧਰਾਂ ਕਰਦੇ ਤੁਰੇ ਫਿਰਦੇ ਨੇ, ਉਹ ਕਿਵੇਂ ਜਾ ਸਕਦਾ, ਕੋਈ ਉਹ ਨਹੀਂ ਕਰੂਗਾ। ਅਤੇ ਮੈਨੂੰ 11 ਵਜੇ ਫੋਨ ਆਇਆ ਸਸੋਦੀਆ ਸਾਹਿਬ ਦਾ, नाजर सिंह जी। हाँ जी, ऐसा है हम LOP नया लगाने जा रहे हैं, आपको ना एक चिट्ठी भेज रहे हैं केजरीवाल जी की तरफ से, उस पर साइन करके आप हमें वापस WhatsApp कर देना। मैं यार ਅਸੀਂ ਇੱਕ ਪੋਲੀਟਿਕਸ ਬਦਲਣ ਆਏ ਸੀ, ਮਿਸ਼ਨ ਲੈ ਕੇ ਚੱਲੇ ਸੀ, ਤੇ ਆਹ ਤਾਂ ਉਹੀ ਜਿਵੇਂ ਲਿਫਾਫੇ 'ਚੋਂ ਪਰਚੀਆਂ ਕੱਢਣ ਵਾਲੀ ਗੱਲ ਹੋ ਗਈ, ਉਹੀ ਗੱਲ ਹੋ ਗਈ। ਇਹ ਤਾਂ ਫਿਰ
ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਵੱਡੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਲਗਾਤਾਰ ਵਿਧਾਇਕਾਂ ਦਾ ਪਾਰਟੀ ਛੱਡ ਕੇ ਜਾਣਾ ਹੋ ਰਿਹਾ ਹੈ, ਤਾਂ ਬਹੁਤ ਸਾਰੇ ਸਵਾਲ ਵੱਡੇ ਪੱਧਰ ਤੇ ਪੈਦਾ ਹੋ ਰਹੇ ਨੇ ਕਿ ਆਖਿਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਜਾਂ ਫਿਰ ਉੱਥੇ ਅਜਿਹੇ ਮਾਹੌਲ, ਅਜਿਹਾ ਤਣਾਅ ਪੈਦਾ ਹੋ ਗਿਆ ਕਿ ਹਰੇਕ ਵਿਅਕਤੀ ਪਾਰਟੀ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਨਾਲ ਅੱਜ ਉਚੇਚੇ ਤੌਰ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਗੱਲਬਾਤ ਕਰਕੇ ਸਮਝਣੀ ਹੈ, ਕਿਉਂਕਿ ਇਹ ਵੀ ਪਾਰਟੀ ਛੱਡ ਕੇ ਗਏ ਸੀ। ਪਾਰਟੀ ਛੱਡਣ ਤੋਂ ਬਾਅਦ ਬਹੁਤ ਵੱਡੇ ਇਲਜ਼ਾਮ ਵੀ ਲੱਗੇ ਸੀ। ਅੱਜ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਆਖਿਰਕਾਰ ਆਮ ਆਦਮੀ ਪਾਰਟੀ ਛੱਡੀ ਕਿਉਂ, ਕਿਉਂਕਿ ਅੱਜ ਤੱਕ ਇਹਨਾਂ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਅੱਜ ਖੁੱਲ੍ਹ ਕੇ ਗੱਲਾਂ ਹੋਣਗੀਆਂ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹਨਾਂ ਨੂੰ ਚੰਗਾ ਲੱਗ ਰਿਹਾ ਜਾਂ ਕੀ ਮਾੜਾ ਲੱਗ ਰਿਹਾ, ਤਾਂ ਉਸ ਮੁਤਾਬਕ ਗੱਲ ਕਰਾਂਗੇ। ਮਾਨਸ਼ਾਹੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਭੋਗਲ ਸਾਹਿਬ। ਮਾਨਸ਼ਾਹੀਆ ਸਾਹਿਬ, ਕਿਉਂਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਸੈਸ਼ਨ ਦੇ ਅੱਜ ਪਹਿਲੀ ਵਾਰ ਹੋਇਆ, ਮੈਨੂੰ ਲੱਗਦਾ ਹੈ ਕਿ ਇਤਿਹਾਸ ਦੇ ਵਿੱਚ ਕੋਈ ਵਿਅਕਤੀ ਸਿੱਧੇ ਤੌਰ ਤੇ ਮੁੱਖ ਮੰਤਰੀ ਦੀ ਹਮਾਇਤ ਕਰਕੇ ਆਮ ਆਦਮੀ ਪਾਰਟੀ ਛੱਡਣ ਦੀ ਗੱਲ ਕਰ ਰਿਹਾ ਹੋਵੇ। ਜਦੋਂ ਜੱਗਾ ਹਿੱਸੋਵਾਲ ਦੀ ਅਸੀਂ ਗੱਲ ਕਰਦੇ ਹਾਂ, ਲੱਗਦਾ ਕਿ ਪਾਰਟੀ, ਆਮ ਆਦਮੀ ਪਾਰਟੀ, ਕਿਉਂਕਿ ਤੁਸੀਂ ਵੀ ਉਹਦੇ ਨਾਲ ਰਹੇ ਹੋ ਲੰਮਾ ਸਮਾਂ, ਤੁਹਾਨੂੰ ਪਾਰਟੀ ਨੇ ਟਿਕਟ ਦਵਾਈ, ਤੁਸੀਂ ਵਿਧਾਇਕੀ ਲੜੀ, ਵਿਧਾਇਕੀ ਜਿੱਤੀ, ਬਹੁਤ ਕੁਝ ਮਿਲਿਆ, ਤੁਸੀਂ ਵੀ ਪਾਰਟੀ ਛੱਡੀ। ਇਹ ਜਿਹੜਾ ਮਾਹੌਲ ਬਣਿਆ ਹੈਗਾ ਪਾਰਟੀ ਦੇ ਦਰਮਿਆਨ, ਕਾਰਨ ਕੀ ਸਮਝੋ? ਜਿਸ ਤਰੀਕੇ ਨਾਲ ਜੱਗਾ ਹਿੱਸੋਵਾਲ ਪਾਰਟੀ ਛੱਡ ਕੇ ਗਏ, ਰੂਬੀ ਵੀ ਪਾਰਟੀ ਛੱਡ ਗਏ, ਤਾਂ ਇਹ ਕਾਰਨ ਕੀ ਲੱਗਦੇ ਨੇ ਤੁਹਾਨੂੰ? ਕਾਰਨ ਭੋਗਲ ਸਾਹਿਬ ਇਹ ਹੈ ਵੀ ਜਦੋਂ ਨਾ ਆਪਾਂ ਸਿਚੁਏਸ਼ਨਸ ਨੂੰ ਟੋਟੈਲਿਟੀ 'ਚ ਥੋੜ੍ਹਾ ਜਿਹਾ ਐਨਾਲਾਈਜ਼ ਕਰਦੇ ਹਾਂ, ਹੈ ਨਾ, ਸਾਰੀ ਘਟਨਾ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ 'ਤੇ ਧਿਆਨ ਕੇਂਦਰਿਤ ਕਰੀਏ, ਉਹਦੇ ਵਿੱਚੋਂ ਕਈ ਗੱਲਾਂ ਸਮਝ ਆਉਂਦੀਆਂ। ਜਦੋਂ ਮੈਂ ਨੌਕਰੀ ਛੱਡੀ ਸੀ ਜਨਵਰੀ 2015 'ਚ, ਉਦੋਂ ਮੈਂ 5-6 ਮਹੀਨੇ ਵਿਹਲਾ ਰਿਹਾ। ਉਦੋਂ ਬਾਅਦ ਆਪਣੇ ਗੁਰਵਿੰਦਰ ਸਿੰਘ ਕੰਗ, ਜਿਹੜੇ ਕਿਸਾਨ ਵਿੰਗ ਦੇ ਪ੍ਰਧਾਨ ਬਣਾਏ ਸੀ ਪਾਰਟੀ ਨੇ, ਉਹਨਾਂ ਨਾਲ ਮੇਰੀ ਜਾਣ ਪਛਾਣ ਸੀ, ਅੰਗਲੀ ਸੰਗਲੀ ਵੀ ਸੀ, ਅਤੇ ਉਹਨਾਂ ਨੇ ਮੈਨੂੰ ਪ੍ਰੇਰ ਕੇ ਜਾਣੀ ਇਸ ਪਾਰਟੀ 'ਚ ਜੁਲਾਈ, ਉਦੋਂ ਨੌਕਰੀ ਛੱਡਣ ਤੋਂ 6 ਮਹੀਨੇ ਬਾਅਦ ਕੰਮ, ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਪਾਰਟੀ ਜੁਆਇਨ ਕਰੋ, ਪਰ ਮੈਂ ਉਹਨੂੰ ਕਿਹਾ ਸੀ ਥੋੜ੍ਹਾ ਕੰਮ ਕਰਾ ਦੇਣਾ, ਪਰ ਮੈਂ ਪਾਰਟੀ ਜੁਆਇਨ ਨਹੀਂ ਕਰੂੰਗਾ, ਕਿਉਂਕਿ ਮੇਰੇ ਪਰਿਵਾਰਕ ਮੈਂਬਰ ਵੀ ਨਹੀਂ ਸੀ ਚਾਹੁੰਦੇ ਮੈਂ ਕੋਈ ਪੋਲੀਟੀਕਲ ਲਾਈਨ 'ਚ ਜਾਵਾਂ। ਪਰ ਜਦੋਂ ਚਲੋ ਅਸੀਂ ਚੱਲਦੇ ਇੱਥੋਂ ਤੱਕ ਵੀ ਨੌਬਤ ਆ ਗਈ ਵੀ, ਜਾਂ ਕਹਿ ਲਓ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਵੀ ਪਾਰਟੀ ਨੇ ਮੇਰੀਆਂ ਸਰਵਿਸਿਜ਼ ਨੂੰ ਰਿਕੋਗਨਾਈਜ਼ ਕਰਕੇ ਟਿਕਟ ਵੀ ਦਿੱਤੀ ਮੈਨੂੰ 2017 'ਚ। ਮੈਂ ਉਸ ਦਾ ਇਹ ਨਹੀਂ ਕਹਿੰਦਾ ਵੀ ਮੇਰੀ 'ਚ ਕੋਈ ਮੈਨੂੰ ਟਿਕਟ ਨਹੀਂ ਦਿੱਤੀ ਜਾਂ ਪਾਰਟੀ ਨੇ ਮੇਰਾ ਕੋਈ ਖਿਆਲ ਨਹੀਂ ਰੱਖਿਆ, ਮੈਨੂੰ ਟਿਕਟ ਦਿੱਤੀ, ਬਲਕਿ ਮੈਂ ਉਨੀ ਐਫਰਟ ਵੀ ਨਹੀਂ ਸੀ ਕੀਤੀ ਟਿਕਟ ਮੰਗਣ ਲਈ ਜਾਂ ਕੋਈ ਹੋਰ ਹੈ, ਪਰ ਮੈਂ ਆਪਦੇ ਕੰਮ ਵੱਲ ਪੂਰਾ ਧਿਆਨ ਕੇਂਦਰਿਤ ਕੀਤਾ ਸੀ, ਜਿੱਥੋਂ ਸਮਝ ਲਓ ਵੀ ਉਹ ਸੈਟਿਸਫਾਈ ਹੋਏ ਜਾਂ ਖੁਸ਼ ਹੋਏ, ਅਤੇ ਟਿਕਟ ਲੜੀ ਵੀ। ਅਤੇ ਮੈਂ, ਮੇਰੇ ਖਿਆਲ 'ਚ ਵੀ ਲੋਕ ਸਭਾ ਹਲਕਾ ਬਠਿੰਡਾ ਦੇ 9 ਦੇ 9 ਜਿਹੜੇ ਕਹਿ ਲਓ ਵੀ ਵਿਧਾਨ ਸਭਾ ਹਲਕੇ ਸੀ, ਉਹਨਾਂ 'ਚੋਂ ਵੱਡੀ ਲੀਡ ਨਾਲ ਜਿੱਤਿਆ। ਅਤੇ ਮਾਨਸਾ ਜ਼ਿਲ੍ਹੇ 'ਚੋਂ ਤਾਂ ਮੇਰੀ ਲੀਡ ਵੀ ਸੀਗੀ, ਅਤੇ ਅਸੀਂ 2 ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਸੀ, ਮੈਂ ਔਰ ਬੁੱਧਰਾਮ ਜੀ ਬੁਲਾਡੇ ਤੋਂ ਜਿੱਤੇ ਸੀ, ਅਤੇ ਸਰੂਗੜ੍ਹ ਹਾਰ ਗਏ ਸੀ। ਉਸ ਤੋਂ ਬਾਅਦ ਕੁਛ ਸਮੱਸਿਆਵਾਂ ਇਹ ਆਈਆਂ ਵੀ ਦੇਖੋ, ਸਾਡੇ ਲੀਡਰਸ ਨੇ ਇਹ ਸਵਾਲ ਉਠਾਏ ਵੀ ਹਾਰ ਦੇ ਕਾਰਨ ਲੱਭੇ ਜਾਣ, ਬੜੀਆਂ ਖੁੱਲ੍ਹ ਕੇ ਚਰਚਾਵਾਂ ਹੋਈਆਂ। ਅਸੀਂ ਵੀ ਇਸ ਵਿਊ ਦੇ ਸੀਗੇ, ਪਰ ਮੇਰਾ ਇੰਨਾ ਕੁ ਸੀਗਾ, ਮੈਂ ਕੇਜਰੀਵਾਲ ਜੀ ਨੂੰ ਜਦੋਂ ਫਸਟ ਟਾਈਮ ਮਿਲਿਆ ਸੀ, ਇੱਕੋ ਗੱਲ ਕਹੀ ਸੀ, ਮੈਂ ਜੀ ਆਪਾਂ ਦੇਖੀਏ ਕੀ ਕਾਰਨ ਹੈ ਵੀ ਅਸੀਂ ਆਪਾਂ ਹਾਰ ਗਏ। ਪਰ ਇੱਕ ਚੀਜ਼ ਹੈਗੀ ਹੈ ਜੀ, ਹਰੇਕ ਨੂੰ ਇੱਕ ਦੂਜੇ 'ਤੇ ਚੱਕਰ ਸੁੱਟਣ ਦੀ ਬਜਾਏ ਆਪਣੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਵੀ ਮੇਰਾ ਕੀ ਰੋਲ ਰਿਹਾ, ਨੈਗੇਟਿਵ ਰਿਹਾ, ਪੋਜ਼ੀਟਿਵ ਰਿਹਾ, ਅਤੇ ਨੈਗੇਟਿਵ ਵਾਲੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਾਂ ਅਹਿਸਾਸ ਕਰਨਾ ਚਾਹੀਦਾ ਹੈ। ਮੈਨੂੰ ਕਹਿੰਦੇ ਵੀ ਇਹ ਤਾਂ ਠੀਕ ਹੈ, ਪਰ ਮੈਂ ਜੀ ਮੈਂ ਆਪਦੀ ਗਲਤੀ ਮੰਨਣ ਨੂੰ ਤਿਆਰ ਹਾਂ। ਮੈਨੂੰ ਕੇਜਰੀਵਾਲ ਜੀ ਕਹਿੰਦੇ ਆਪ ਤੋਂ ਇਤਨੇ ਬੜੇ ਮਾਰਜਨ ਸੇ जीत के आए हो, आपकी क्या गलती हो सकती है नाजिर सिंह जी? ਮੈਂ ਜੀ ਫਿਰ ਵੀ ਹੈ। ਕਹਿੰਦੇ ਕੀ? ਮੈਂ ਸਰ ਇਸ ਤਰ੍ਹਾਂ ਸੀਗਾ ਵੀ ਜਦੋਂ ਤੁਸੀਂ ਕੋਈ ਫੈਸਲੇ ਗਲਤ ਲੈਂਦੇ ਸੀ, ਚਾਹੇ ਟਿਕਟ ਗਲਤ ਦਿੰਦੇ ਸੀ, ਚਾਹੇ ਤੁਸੀਂ ਮੋਗੇ ਜਾ ਕੇ ਕਿਸੇ ਵਿਅਕਤੀ ਦੇ ਇਹੋ ਜਿਹੇ ਦੇ ਜਿਹੜਾ ਆਬਜੈਕਸ਼ਨੇਬਲ ਸੀ ਉੱਥੇ ਘਰੇ ਰਹੇ, ਚਾਹੇ ਤੁਸੀਂ ਆਪਣੇ ਕਹਿ ਲਓ ਮੌੜ ਕਾਂਡ ਜੋ ਹੋਇਆ, ਬੇਸ਼ੱਕ ਪਾਰਟੀ ਦਾ ਹੱਥ ਨਹੀਂ ਸੀਗਾ, ਪਰ ਉਹ ਇਲਜ਼ਾਮ ਜਿਹਾ ਲੱਗਿਆ, ਲੋਕਾਂ ਨੇ ਇਸ ਚੀਜ਼ ਨੂੰ ਬੁਰਾ ਮਨਾਇਆ, ਤਾਂ ਇਸ ਤਰ੍ਹਾਂ ਦੇ ਕੁਝ ਕਾਰਨ ਬਣਦੇ ਗਏ ਜਿੱਤੋਂ ਜਿਹੜੀ ਮਤਲਬ ਕਿ ਮੈਂ ਜੀ ਆਪਾਂ ਹਾਰ ਗਏ। ਅਤੇ ਮੈਂ ਗਲਤੀ ਇਹ ਮੰਨਦਾ ਵੀ ਇਹ ਜਦੋਂ ਤੁਸੀਂ ਗਲਤ ਫੈਸਲੇ ਲੈ ਰਹੇ ਸੀ, ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਆ ਕੇ ਤੁਹਾਨੂੰ ਦੱਸ ਦੇ, ਅਤੇ ਪਰ ਮੈਂ ਆਪਣੇ ਆਪ ਨੂੰ ਬਜ਼ੌਲਬ ਇਹ ਕਹਿ ਕੇ ਕਰ ਲਿਆ ਸੀ, ਮੈਂ ਸਰ ਉਦੋਂ ਅਸੀਂ ਇੱਕ ਸਧਾਰਨ ਵਰਕਰ ਸੀ ਪਾਰਟੀ ਦੇ, ਅਤੇ ਸਾਨੂੰ ਨਾ ਤੁਸੀਂ ਟਾਈਮ ਦੇਣਾ ਸੀ ਅਤੇ ਨਾ ਅਸੀਂ ਦੱਸ ਸਕਣਾ ਸੀ, ਪਰ ਅੱਜ ਤੋਂ ਬਾਅਦ ਜਦੋਂ ਵੀ ਕੋਈ ਗਲਤ ਫੈਸਲਾ ਲਓਗੇ ਅਤੇ ਮੈਂ ਤੁਹਾਡੇ ਕੋਲ ਇੱਥੇ 4 ਦੀਵਾਰੀ ਦੇ ਵਿੱਚ ਇਸ 'ਚ ਆ ਕੇ ਜ਼ਰੂਰ ਦੱਸੂਗਾ, ਇਹਨੂੰ ਇਨਡਿਸਿਪਲਿਨ ਨਾ ਸਮਝਿਆ ਜਾਵੇ। ਪਰ ਜੇ ਇਹੀ ਗੱਲ ਮੈਂ ਦਰਵਾਜ਼ੇ ਤੋਂ ਬਾਹਰ ਜਾ ਕੇ ਕਰਾਂ ਤਾਂ ਮੇਰੇ ਬੇਸ਼ੱਕ ਤੁਸੀਂ ਇਨਡਿਸਿਪਲਿਨ ਸਮਝਿਓ। ਇਸ ਚੀਜ਼ ਨੂੰ ਖੈਰ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ, ਉਦੋਂ ਬਾਅਦ ਇਸ ਦਾ ਖਿਆਲ ਰੱਖਦੇ ਸੀ ਉਹ। ਪਰ ਜਦੋਂ ਉਹਨਾਂ ਨੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ 3 ਆਈਆਂ, ਇਹ ਤਕਰੀਬਨ ਜਨਵਰੀ, ਫਰਵਰੀ
2018 'ਚ ਭਰੀਆਂ ਗਈਆਂ ਸੀ। ਤਾਂ ਪੰਜਾਬ 'ਚੋਂ ਵਰਕਰਾਂ ਵੱਲੋਂ ਵਲੰਟੀਅਰਸ ਵੱਲੋਂ ਡਿਮਾਂਡ ਉੱਠੀ ਵੀ ਇੱਕ ਸੀਟ ਘੱਟੋ ਘੱਟ ਪੰਜਾਬ ਨੂੰ ਦਿੱਤੀ ਜਾਵੇ। ਨੋ ਡਾਊਟ ਵੀ ਠੀਕ ਹੈ, ਉਹ 3 ਸੀਟਾਂ ਦਿੱਲੀ ਸਟੇਟ ਦੀਆਂ ਸੀ। ਪੰਜਾਬ ਨੂੰ ਸਿੱਧੇ ਤੌਰ ਤੇ ਪੰਜਾਬੀ ਨੂੰ ਕਿਸੇ ਨੂੰ ਇੱਥੇ ਨਹੀਂ ਦਿੱਤੀ ਜਾ ਸਕਦੀ ਸੀ, ਪਰ ਪੰਜਾਬੀ ਦਿੱਲੀ ਦੇ ਵਿੱਚ ਵੀ ਤਾਂ ਭੋਗਲ ਸਾਹਿਬ ਬਹੁਤ ਰਹਿੰਦੇ ਨੇ। ਕਿੰਨੇ ਜਨਰਲ, ਕਰਨਲ, ਵਾਈਸ ਚਾਂਸਲਰ, ਡਾਕਟਰ, ਪ੍ਰੋਫੈਸਰ, ਹੋਰ ਆਪਣੇ ਸਰਵਿਸਿਜ਼ ਦੇ ਵਿੱਚੋਂ ਐਕਸਪਰਟ ਉੱਥੇ ਬੈਠੇ ਨੇ, IAS IPS। ਉਹਨਾਂ 'ਚੋਂ ਕੋਈ ਵੀ ਦਿੱਲੀ 'ਚੋਂ ਲਾ ਦਿੰਦੇ, ਪਰ ਪੰਜਾਬੀ ਨੂੰ ਲਾ ਦਿੰਦੇ ਕਿਸੇ ਨੂੰ। ਪਰ ਕੇਜਰੀਵਾਲ ਜੀ ਨੇ ਸਾਰਿਆਂ ਦੀ ਜਿਹੜੀ ਸਾਡੀਆਂ ਭਾਵਨਾਵਾਂ ਨੂੰ ਇਗਨੋਰ ਕਰਕੇ 2 ਗੁਪਤਾ ਬ੍ਰਦਰ ਤਾਂ ਨਹੀਂ ਮੈਂ ਕਹਿ ਸਕਦਾ, ਹੋ ਸਕਦਾ ਅਲੱਗ-ਅਲੱਗ ਹੋਣ, ਇੱਕ ਸੁਸ਼ੀਲ ਗੁਪਤਾ ਜੀ, ਕੈਂਡੀ ਗੁਪਤਾ ਜੀ, ਉਹਨਾਂ ਨੂੰ ਲਾਇਆ ਗਿਆ, ਜਿਹੜੇ ਲੈਸਰ ਨੋਨ ਫੇਸ ਸੀ ਲੋਕਾਂ ਲਈ। ਲੋਕ ਨਹੀਂ ਜਾਣਦੇ ਸੀ ਵੀ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ। ਲੋਕ ਜਾਣਦੇ ਸੀ ਕੁਮਾਰ ਵਿਸ਼ਵਾਸ ਨੂੰ, ਜਿਹੜਾ ਮੰਗ ਰਿਹਾ ਸੀ ਸੀਟ ਇੱਕ। ਲੋਕ ਆਸ਼ੂਤੋਸ਼ ਜੀ ਨੂੰ ਜਾਣਦੇ ਸੀ, ਜਿਹੜਾ ਪੰਜਾਬੀ ਵੀ ਸੀਗਾ ਪਰ ਦਿੱਲੀ ਰਹਿੰਦਾ ਸੀ, ਵੱਡੀ ਕੰਟਰੀਬਿਊਸ਼ਨ ਸੀ, ਐਡਾ ਵੱਡਾ ਪੱਤਰਕਾਰ ਸੀ। ਉਸ ਤਰ੍ਹਾਂ ਦੇ ਕਈ ਬੰਦਿਆਂ ਦੇ ਨਾਂ ਉੱਥੇ ਲਏ ਜਾ ਸਕਦੇ ਨੇ, ਜਿਨ੍ਹਾਂ ਨੂੰ ਰਾਜ ਸਭਾ ਦੀ ਸੀਟ ਈਜ਼ੀਲੀ ਦਿੱਤੀ ਜਾ ਸਕਦੀ, ਪਾਰਟੀ ਦੇ ਹਿੱਤ 'ਚ ਵੀ ਹੁੰਦੀ, ਕਿਉਂਕਿ ਬੋਲਣ ਵਾਲੇ ਬੰਦੇ ਸੀ, ਨੋਨ ਫੇਸ ਸੀਗੇ, ਆਸ਼ਾ ਸ਼ੂਨ ਦੀ ਪਾਰਟੀ ਦੀ। ਪਰ ਉਹਨਾਂ ਨੇ ਸਾਰਿਆਂ ਨੂੰ ਇਗਨੋਰ ਕਰਕੇ, ਈਵਨ ਖਾਸ ਕਰਕੇ ਕੁਮਾਰ ਵਿਸ਼ਵਾਸ ਨੂੰ ਇਗਨੋਰ ਵੀ ਕੀਤਾ, ਨਾਰਾਜ਼ ਵੀ ਕੀਤਾ, ਕਿਉਂਕਿ ਉਹਨੇ ਮੂੰਹ ਨਾਲ ਮੰਗ ਹੀ ਲਈ ਸੀ ਜਿਹੜੀ ਸੀਟ, ਡਿਜ਼ਰਵ ਵੀ ਕਰਦਾ ਸੀ, ਦੇ ਦਿੰਦੇ ਫਿਰ ਕੀ ਸੀ। ਤਾਂ ਸਾਨੂੰ ਵੀ ਇਹ ਨਿਰਾਸ਼ਾ ਹੋਈ, ਪਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਰਕੇ ਚੁੱਪ ਰਹੇ ਵੀ ਚਲੋ ਦਿੱਲੀ ਸਟੇਟ ਦੀਆਂ ਸੀ ਜੀ, ਸਾਡਾ ਪੰਜਾਬੀਆਂ ਦਾ ਕੋਈ ਬਹੁਤਾ ਹੱਕ ਨਹੀਂ ਬਣਦਾ ਵੀ ਅਸੀਂ ਇਹ 'ਤੇ ਰੌਲਾ ਪਾਈਏ। ਉਸ ਤੋਂ ਬਾਅਦ ਜਦੋਂ ਬਜਟ ਸੈਸ਼ਨ ਆਉਣਾ ਸੀ ਤਾਂ STF ਦੀ ਜਿਹੜੀ ਰਿਪੋਰਟ ਹਜੇ ਵੀ ਲਿਫਾਫੇ 'ਚ ਬੰਦ ਹੈ, ਜਦੋਂ ਖੋਲ੍ਹਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਡਰੱਗ ਵਾਲੇ ਮਸਲੇ 'ਚ। ਤਾਂ ਉਹ ਡਰੱਗ ਵਾਲੇ ਮਸਲੇ ਦੀ ਰਿਪੋਰਟ ਕਿਸੇ ਨਾ ਕਿਸੇ ਤਰੀਕੇ ਨਾਲ ਖਹਿਰਾ ਸਾਹਿਬ ਨੂੰ ਉਹਦੇ ਕੰਟੈਂਟਸ ਪਤਾ ਲੱਗ ਚੁੱਕੇ ਸੀ, ਬਾਈ ਦਿਸ ਵੇ ਔਰ ਦੈਟ ਵੇ, ਆਈ ਡੋਂਟ ਨੋ, ਉਹਦੇ ਬਾਰੇ ਮੈਨੂੰ ਪਤਾ ਨਹੀਂ। ਪਰ ਉਹਨਾਂ ਨੇ ਮੀਟਿੰਗ ਕਰਕੇ MLAs ਨੂੰ ਕਿਹਾ ਵੀ ਆਪਾਂ ਇਹ ਗੱਲ ਕਰਕੇ ਜਦੋਂ ਬਜਟ ਸੈਸ਼ਨ ਆਏਗਾ ਤਾਂ ਵਿਕਰਮ ਸਿੰਘ ਮਜੀਠੀ ਦਾ ਉਹਦੇ ਨਾਲ ਨਾਂ ਜੁੜਦਾ ਤੇ ਆਪਾਂ ਉਹਦਾ ਅਸਤੀਫਾ ਮੰਗਾਂਗੇ। ਪਰ ਪਤਾ ਨਹੀਂ ਕਿਉਂ ਹੋਇਆ, ਸਾਰੀ 3-4 ਦਿਨ ਪਹਿਲਾਂ ਕੇਜਰੀਵਾਲ ਜੀ ਨੇ ਵਿਕਰਮ ਮਜੀਠੀ ਤੋਂ ਮਾਫੀ ਮੰਗ ਲਈ। ਉਹ ਵੀ ਇਹ ਨਹੀਂ ਵੀ ਕੋਰਟ 'ਚ ਕੋਈ ਸਟੇਟਮੈਂਟ ਦਿੱਤੀ ਹੋਈ, ਰਾਈਟਿੰਗ ਦੇ ਵਿੱਚ ਜਣੀ ਉਹ ਤੋਂ ਆਪਦੇ ਲੈਟਰ ਹੈਡ ਤੇ ਲਿਖ ਕੇ ਮਾਫੀ ਮੰਗੀ ਹੈ, ਤੇ ਸ਼ਬਦਾਵਲੀ ਉਹ ਯੂਜ਼ ਕੀਤੀ ਹੈ। ਭੋਗਲ ਸਾਹਿਬ, ਮੇਰੇ ਖਿਆਲ 'ਚ ਕੋਈ ਵੀ ਫਾਈਟ ਹੋ ਜਾਏ ਆਪਣੀ ਕਿਸੇ ਨਾਲ, ਆਪਾਂ ਉਸ ਲੈਵਲ ਦੀ ਸ਼ਬਦਾਵਲੀ ਥੱਲੇ ਤੱਕ ਨਹੀਂ ਜਾਂਦੇ ਮਾਫੀ ਮੰਗਣ ਲਈ। ਚਲੋ ਸਾਨੂੰ ਇਹ ਸ਼ਰਮਿੰਦਗੀ ਹੋਈ, ਤੇ ਪਰ ਅਸੀਂ ਉਦੋਂ ਫਿਰ ਰੌਲਾ ਹੀ ਪਾਇਆ। ਇੱਕ ਤਾਂ ਇਹ ਵੱਡਾ ਕਾਰਨ ਸੀ ਕਿਉਂਕਿ ਸਾਨੂੰ ਸਾਡੇ ਵਲੰਟੀਅਰਾਂ ਨੇ ਬਹੁਤ ਜਿਹੜੀ ਮੰਦਾ ਚੰਗਾ ਬੋਲਿਆ ਵੀ ਸਾਡੇ ਤੋਂ ਤੁਸੀਂ ਪੋਸਟਰ ਲਵਾਏ, ਕਿਉਂਕਿ ਅਸੀਂ ਫਿਰ ਵੀ ਸੀਨੀਅਰ ਲੀਡਰ ਸੀ ਉਸ ਵੇਲੇ। ਅਸੀਂ ਉਹਨਾਂ ਨੂੰ ਪ੍ਰੇਰ ਕੇ ਜਾਂ ਪੋਸਟਰ ਚਾਹੇ ਛਪਵਾਏ, ਲਵਾਏ ਤਾਂ ਉਹਨਾਂ ਤੋਂ ਬੜੀ ਨਿਰਾਸ਼ਾ ਦਾ ਕਾਰਨ ਬਣਿਆ। ਬੜਾ ਸਾਨੂੰ ਫੇਸ ਕਰਨਾ ਪਿਆ ਲੋਕਾਂ ਤੋਂ। ਚਲੋ ਅਸੀਂ ਫਿਰ ਵੀ ਚੁੱਪ ਰਹੇ, ਪਰ ਜਿਹੜੇ ਅਸੀਂ ਬੰਦੇ ਥੋੜ੍ਹੇ ਮੋਟੇ ਆਵਾਜ਼ ਜਿਨ੍ਹਾਂ ਨੇ ਥੋੜ੍ਹੀ ਮੋਟੀ ਬੁਲੰਦ ਕੀਤੀ ਇਸ ਇਸ਼ੂ ਤੇ ਵੀ ਨਹੀਂ ਕਰਨਾ ਚਾਹੀਦਾ ਸੀ, ਤਾਂ ਉਹਨਾਂ ਨੂੰ ਟਾਰਗੇਟ ਜਾ ਕਰ ਲਿਆ। ਜਾਣ ਕੇ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਹੁਣ ਤਾਂ ਸਮਝ ਰਿਹਾ ਸੀਗਾ ਵੀ ਇੱਕ ਦਾ ਕਾਰਨ ਨਹੀਂ ਬਣਿਆ, ਇੱਕ ਸੀਰੀਜ਼ ਬਣੀ ਹੋਈ ਹੈ ਵੀ ਇੱਕ ਕਰਕੇ ਕਈ ਚੀਜ਼ਾਂ ਅਜਿਹੀਆਂ ਵਾਪਰੀਆਂ ਜਿਸ ਤੋਂ ਬਾਅਦ ਤੁਸੀਂ ਪਾਰਟੀ ਛੱਡੀ। ਤੁਸੀਂ ਕਹਿਣ ਦਾ ਭਾਵ ਤੁਹਾਡਾ ਇਹ ਹੈਗਾ? ਬਿਲਕੁਲ ਜੀ, ਬਿਲਕੁਲ। ਖਹਿਰਾ ਸਾਹਿਬ ਨੂੰ ਵੀ ਫਿਰ ਜੋ ਕੱਢਿਆ, ਉਹ ਨਾ ਕੋਈ ਸ਼ੋਕਾਜ ਨੋਟਿਸ, ਨਾ ਕੋਈ MLA ਦੇ ਵਿਊਜ਼ ਲਏ, ਨਾ ਓਪੀਨੀਅਨ ਲਿਆ, ਉਹ ਜਿਸ ਤਰੀਕੇ ਨਾਲ ਰਿਮੂਵ ਕੀਤੇ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਪਾਕ ਸਾਹਿਬ ਸੀ, ਕਿਉਂਕਿ ਹੋ ਸਕਦਾ ਉਹਨੇ ਗਲਤੀ ਹੋਵੇ ਹਾਈ ਕਮਾਂਡ ਦੀ ਨਜ਼ਰ 'ਚ, ਕੋਈ ਇੰਡਿਸਪਲਿਨ ਕ੍ਰੀਏਟ ਕੀਤਾ ਹੋਵੇ, ਕੁਝ ਵੀ ਕੀਤਾ ਹੋਵੇ। ਪਰ ਜੇ 20 MLA ਨੇ, ਉਹਨਾਂ ਦਾ ਲੀਡਰ ਹੈ ਉਹ, ਉਹਨਾਂ ਨੂੰ ਬੁਲਾ ਕੇ ਪੁੱਛ ਤਾਂ ਲਓ ਵੀ ਅਸੀਂ ਖਹਿਰਾ ਸਾਹਿਬ ਨੇ ਆਹ ਗੱਲਾਂ ਪਾਰਟੀ ਦੇ ਵਿਰੁੱਧ ਕੀਤੀਆਂ ਜਾਂ ਇੰਡਿਸਪਲਿਨ ਕ੍ਰੀਏਟ ਕੀਤਾ, ਕੀ ਕੀਤਾ, ਉਹਨਾਂ ਕਰਕੇ ਅਸੀਂ ਉਹਨੂੰ ਕੱਢਣਾ ਚਾਹੁੰਦੇ ਹਾਂ। ਸਿਰਫ ਪ੍ਰੋਸੀਜਰ ਤਾਂ ਅਡਾਪਟ ਕਰ ਲੈਂਦੇ। ਬੜੀ ਅਹਿਮ ਚੀਜ਼ ਕਹੀ ਤੁਸੀਂ ਕਿ ਖਹਿਰਾ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ। ਇੱਕ ਟਵੀਟ ਕੀਤਾ ਤੇ ਮੈਨੂੰ ਬਾਹਰ ਕਰਤਾ, ਜਾਂ ਤਾਂ ਮੇਰੀ ਗਲਤੀ ਦਿਖਾ ਦਿੰਦੇ, ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਇੱਕ ਸਿੱਧੇ ਤੌਰ ਤੇ ਗਰਿਮਾ ਦਿਖਾਈ ਸੀ ਕਿ LOP ਵਿਅਕਤੀ ਜਿਹੜਾ ਹੁੰਦਾ ਉਹਦੀ ਪਾਵਰ ਕੀ ਹੁੰਦੀ ਹੈ। ਪਹਿਲਾਂ ਇਦਾਂ ਦੀ ਪਾਵਰ ਨਹੀਂ ਦਿਖਾਈ ਗਈ ਸੀ। ਸੁਖਪਾਲ ਸਿੰਘ ਖਹਿਰੇ ਨੂੰ ਲੈ ਕੇ ਇੱਕ ਬੜੀ ਅਹਿਮ ਧਾਰਨਾ ਰਹੀ ਹੈ। ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਲੋਕਾਂ ਨੂੰ ਟਾਰਗੇਟ ਕੀਤਾ ਗਿਆ, ਛੋਟੇਪੁਰ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਨੇ, ਸੁੱਚਾ ਸਿੰਘ ਛੋਟੇਪੁਰ ਨੂੰ ਲੈ ਕੇ ਸਟਰਿੰਗ ਦੀਆਂ ਆਪਰੇਸ਼ਨ ਦੀਆਂ ਬੜੀਆਂ ਚਰਚਾਵਾਂ ਛੜੀਆਂ, ਉਹਨੂੰ ਲੈ ਕੇ ਉਹਦੇ ਪਿੱਛੇ ਵੀ ਕਹਿੰਦੇ ਇੱਕ ਪੂਰੀ ਕਹਾਣੀ ਹੈਗੀ ਹੈ। ਉਸ ਕਹਾਣੀ ਦਾ ਜ਼ਿਕਰ ਜੇ ਤੁਸੀਂ ਕਰਨਾ ਹੋਵੇ, ਤੁਹਾਨੂੰ ਪਤਾ ਹੋਣਾ, ਤੁਸੀਂ ਪਾਰਟੀ ਦੇ ਵਿੱਚ ਸੀਗੇ, ਉਹ ਸਟਰਿੰਗ ਦੀ ਇਦਾਂ ਦਾ ਸਟਰਿੰਗ ਜਿਹਦੀ ਤਸਵੀਰ ਕਦੇ ਸਾਹਮਣੇ ਨਹੀਂ। ਬਿਲਕੁਲ। ਮੈਂ ਨਾ ਇਹ ਦੇਖੋ, ਜੋ ਅਖਬਾਰਾਂ 'ਚ ਆਇਆ, ਜੋ ਮੀਡੀਆ ਦੇ ਵਿੱਚ ਪੜ੍ਹਿਆ ਲੋਕਾਂ ਨੇ, ਚਾਹੇ ਉਹ ਪ੍ਰਿੰਟ ਮੀਡੀਆ ਸੀ, ਚਾਹੇ ਇਲੈਕਟ੍ਰੋਨਿਕ ਮੀਡੀਆ ਸੀ, ਚਾਹੇ ਆਪਣਾ ਸੋਸ਼ਲ ਮੀਡੀਆ ਸੀ, ਉਹ ਆਪਦੀ ਧਾਰਨਾ ਹਰੇਕ ਦੀ ਹੋ ਸਕਦੀ ਹੈ। ਪਰ ਮੈਂ ਉਹਨਾਂ ਚਿਰ ਕੋਈ ਧਾਰਨਾ ਨਹੀਂ ਸੀ ਬਣਾਈ ਜਦੋਂ ਤੱਕ ਮੈਂ ਸਿੱਧੀ ਭਗਵੰਤ ਮਾਨ ਜੀ ਨਾਲ ਗੱਲ ਨਹੀਂ ਕੀਤੀ। ਤੁਹਾਡੀ ਗੱਲ ਹੋਈ ਇਸ ਵਾਰ? ਮੇਰੀ ਗੱਲ ਹੋਈ ਇਸ ਤੇ ਟੌਪਿਕ ਤੇ, ਬਲਕਿ ਹਾਲਾਂਕਿ ਭਗਵੰਤ ਮਾਨ ਜੀ ਮੇਰਾ ਕਦੇ ਕੋਈ ਬਹੁਤਾ ਫੋਨ ਨਹੀਂ ਸੀ ਚੱਕਦੇ, ਕਦੇ ਗੱਲ ਵੀ ਨਹੀਂ ਸੀ ਕੀਤੀ। ਆਮਣੋ ਸਾਹਮਣੇ ਹੋ ਗਏ, ਸਤਿ ਸ਼੍ਰੀ ਅਕਾਲ ਤੱਕ ਸੀਮਤ ਸੀ ਮੇਰੇ MLA ਬਣਨ ਤੱਕ। ਫਸਟ ਟਾਈਮ
ਮੈਨੂੰ ਉਹਨਾਂ ਦਾ ਫੋਨ ਆਇਆ, ਇਹ ਮਈ ਦਾ ਮੇਰੇ ਚ ਫਸਟ ਵੀਕ ਸੀ 2017 ਦਾ ਹੀ। 2017 ਦੀ ਮੈਨੂੰ ਐਮਐਲਏ ਬਣੇ ਨੂੰ ਮਤਲਬ 3-4 ਮਹੀਨੇ ਹੋਏ ਸੀਗੇ, ਨਵੇਂ ਅਸੀਂ ਐਮਐਲਏ ਬਣੇ ਸੀਗੇ। ਤੇ ਕਦੇ ਉਹਨਾਂ ਨੇ ਸਾਡਾ ਫੋਨ ਵੀ ਨਹੀਂ ਚੱਕਿਆ ਤੇ ਮੁਲਾਕਾਤ ਵੀ ਕਦੇ ਨਹੀਂ ਸੀ ਹੋਈ। ਮੈਨੂੰ ਇਹ ਵੀ ਨਹੀਂ ਸੀ ਪਤਾ ਮਹਾਲੀ ਕਿੱਥੇ ਰਹਿੰਦੇ ਨੇ। ਬਟ ਮੈਨੂੰ ਫੋਨ ਆਇਆ, ਕਹਿੰਦੇ ਜੀ ਮਨਸ਼ਾ ਜੀ ਸਾਹਿਬ ਤੁਸੀਂ ਕਿੱਥੇ ਹੋ ਅੱਜ? ਮੈਂ ਕਿਹਾ ਜੀ ਮੈਂ ਇੱਧਰ ਪਟਿਆਲੇ ਵੱਲ ਸੀ। ਤੇ ਕਹਿੰਦੇ ਵੀ ਤੁਸੀਂ ਸ਼ਾਮ ਨੂੰ 1 ਘੰਟਾ ਮੇਰੇ ਲਈ ਕੱਢ ਸਕਦੇ ਹੋ? ਮੈਂ ਕਿਹਾ ਜੀ ਕੋਈ ਗੱਲ ਨਹੀਂ ਜੀ, ਕੱਢ ਲਾਂਗੇ। ਇੱਕ ਸੀਨੀਅਰ ਲੀਡਰ ਕਿਸੇ ਐਮਐਲਏ ਨੂੰ ਕਹਿੰਦਾ ਹੈ ਤੇ ਉਹਦੇ ਕੋਲ ਬਾਕੀ ਟਾਈਮ ਹੋਵੇ ਤਾਂ ਫਿਰ ਕਿੱਡੀ ਕੁ ਗੱਲ ਹੈ। ਸਾਡੇ ਲਈ ਤਾਂ ਓਪਰਚੁਨਿਟੀ ਹੁੰਦੀ ਹੈ, ਇੱਕ ਛੋਟੇ ਲੀਡਰਾਂ ਲਈ ਤਾਂ ਕੋਈ ਵੱਡਾ ਬੰਦਾ ਤੁਹਾਨੂੰ ਕਾਲ ਕਰੇ। ਤੇ ਮੈਂ ਸ਼ਾਮ ਨੂੰ ਤਾਂ ਚਲੋ ਉਹਦੇ ਕਿਸੇ ਕਾਰਨ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਉਹਨਾਂ ਨੂੰ 4 ਵਜੇ ਫੋਨ ਕੀਤਾ ਵੀ ਇਨ ਕੇਸ ਮੈਂ ਕੱਲ੍ਹ ਦਾ ਟਾਈਮ ਲੈ ਲਵਾਂ। ਤਾਂ ਉਹਨਾਂ ਨੇ ਆਪ ਹੀ ਕਿਹਾ ਹਾਂ ਜੀ ਮੈਂ ਲੇਟ ਹੋ ਗਿਆ, ਮੈਨੂੰ ਕਿਤੇ ਖੜਨਾ ਪੈ ਗਿਆ ਜੀ। ਖੜਨਾ ਤੁਹਾਨੂੰ ਪਤਾ ਹੀ ਵੀ ਉਹਨਾਂ ਦਾ ਇਸ ਤਰ੍ਹਾਂ ਸ਼ੌਕ ਸੀ ਕਿ ਕਿਤੇ ਖੜ ਗਏ ਹੋਣਗੇ। ਚਲੋ ਐਨੀਵੇ ਦੈਟ ਇਜ਼ ਜੋ ਆਪਾਂ ਨੂੰ ਪਤਾ ਹੀ ਨਹੀਂ ਵੀ ਕਿਉਂ ਖੜੇ, ਮੈਂ ਉਹਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਦੂਜੇ ਦਿਨ 10 ਵਜੇ ਸਵੇਰੇ ਮੈਂ ਉਹਨਾਂ ਨੂੰ ਮੋਹਾਲੀ ਉਹਨਾਂ ਦੀ ਕੋਠੀ 'ਚ ਮਿਲਿਆ, ਉਹਨਾਂ ਤੋਂ ਨੰਬਰ ਲੈ ਲਿਆ ਸੀ, ਲੋਕੇਸ਼ਨ ਲੈ ਲਈ ਸੀ। ਮੈਂ ਪਹੁੰਚਿਆ ਤਾਂ ਅਸੀਂ ਦੋਨੇ ਹੀ ਸੀਗੇ ਉਹਨਾਂ ਦੇ ਘਰ, ਹੋਰ ਕੋਈ ਬਹੁਤਾ ਹੈ ਹੀ ਨਹੀਂ ਸੀ। ਕੋਈ ਇੱਕ ਅੱਧਾ ਬੰਦਾ ਹੋ ਸਕਦਾ ਅੰਦਰ ਹੋਵੇ, ਕੋਈ ਸਰਵੈਂਟ ਵਗੈਰਾ ਜਾਂ ਕੋਈ ਗੈਸਟ ਵਗੈਰਾ, ਪਰ ਉਹ ਬਿਲਕੁਲ ਸੁਨਸਾਨ ਸੀ। ਅਸੀਂ ਉਹਨਾਂ ਦੀ ਕੋਠੀ 'ਚ ਬੈਠੇ ਹਾਂ ਤਕਰੀਬਨ ਐਂ ਆਮਣੋ ਸਾਹਮਣੇ, ਇੱਕ ਸੋਫੇ 'ਤੇ ਉਹ ਦੂਜੇ 'ਤੇ, ਤੇ ਅਸੀਂ ਗੱਲਾਂ ਕਰਦੇ ਰਹੇ। ਕੋਈ ਚਲੋ ਪੁਰਾਣੀਆਂ ਗੱਲਾਂ ਕਰਦੇ ਹੀ ਹਰੇਕ ਕਰਦੇ ਕਰਾਉਂਦੇ ਜਣੀ। ਉਹਨਾਂ ਨੇ ਮੈਨੂੰ ਇੱਕ ਆਪਦੀ ਗੱਲ ਕਹੀ, ਕਹਿੰਦੇ ਵੀ ਅਸਲ 'ਚ ਮਨਸ਼ਾ ਜੀ ਸਾਹਿਬ ਮੈਂ ਤੁਹਾਨੂੰ ਇਸ ਕਰਕੇ ਬੁਲਾਇਆ ਵੀ ਹੁਣ ਨਾ ਮੈਂ ਐਮਐਲਏ ਬਣਨਾ ਉਹ ਆਪਣਾ ਪ੍ਰਧਾਨ ਬਣਨਾ ਚਾਹੁੰਦਾ ਪਾਰਟੀ ਦਾ। ਗੁਰਪ੍ਰੀਤ ਘੁੱਗੀ ਸੀ ਉਸ ਵੇਲੇ? ਹਾਂ, ਪਹਿਲਾਂ ਗੁਰਪ੍ਰੀਤ ਘੁੱਗੀ ਸੀ ਵੀ ਉਹਨੂੰ ਸ਼ਾਇਦ ਹਟਾਉਣਾ ਸੀ ਜਾਂ ਕਿਵੇਂ ਸੀ, ਜਾਂ ਉਹ ਛੱਡਣਾ ਚਾਹੁੰਦੇ ਸੀ। ਤਾਂ ਉਹਨਾਂ ਨੇ ਕਿਹਾ ਵੀ ਮੈਂ ਪ੍ਰਧਾਨ ਬਣਨਾ ਚਾਹੁੰਦਾ ਤੇ ਕੇਜਰੀਵਾਲ ਜੀ ਤੁਹਾਨੂੰ ਬੁਲਾਉਣਗੇ ਤਾਂ ਤੁਸੀਂ ਮੇਰੇ ਹੱਕ 'ਚ ਕਹਿ ਕੇ ਆਇਓ। ਹਾਂ, ਵੋਟ ਪਾਉਣ ਹਮਾਇਤ। ਤੇ ਮੈਂ ਉਹਨਾਂ ਨੂੰ ਸੁਭਾਵ ਕੀ ਕਿਹਾ, ਮੈਂ ਠੀਕ ਹੈ ਜੀ, ਤੁਸੀਂ ਸੀਨੀਅਰ ਲੀਡਰ ਹੋ, ਤੁਸੀਂ ਬੜੀ ਮਿਹਨਤ ਕੀਤੀ ਹੈ ਤੇ ਤੁਹਾਡਾ ਹੱਕ ਵੀ ਬਣਦਾ, ਇਸ 'ਚ ਕਿਹੜਾ ਕੋਈ ਨਵੀਂ ਗੱਲ ਹੈ, ਅਸੀਂ ਤੁਹਾਡੇ ਹੱਕ 'ਚ ਹੀ ਕਹਾਂਗੇ। ਪਰ ਮੈਂ ਕਿਹਾ ਭਗਵੰਤ ਮਾਨ ਜੀ ਮੈਂ ਤੁਹਾਨੂੰ ਸਪੋਰਟ ਵੀ ਕਰਦਾ, ਤੁਹਾਡਾ ਰਿਸਪੈਕਟ ਵੀ ਕਰਦਾ। ਮੈਂ ਉਸ ਜਿਹੜੀ ਕਹਿ ਲਓ ਹੱਕ ਜੇ ਨਾਲ ਉੱਥੋਂ 2 ਸਵਾਲ ਪੁੱਛਣੇ ਆ। ਜਿਹੜੇ ਉਹ 2 ਸਵਾਲ ਮੈਂ ਕੀਤੇ ਭੋਗਲ ਸਾਹਿਬ, ਮੈਂ ਉਹ ਨਾ ਕਿਤੇ ਵੀ ਚਾਹੇ ਭਗਵੰਤ ਮਾਨ ਜੀ ਕਹਿਣ ਚਾਹੇ ਕੋਈ ਹੋਰ ਕਹੇ, ਮੈਨੂੰ ਜਿੱਥੇ ਮਰਜ਼ੀ ਲੈ ਜਾਣ, ਮੈਂ ਉੱਥੇ ਵੀ ਇਹ ਗੱਲ ਕਹਿਣ ਨੂੰ ਤਿਆਰ ਹਾਂ ਵੀ ਉਹ 2 ਸਵਾਲ ਕੀ ਸੀ। ਮੇਰੇ ਹੱਥ 'ਚ ਹਜੇ ਤੱਕ ਮੈਂ ਕਿਸੇ ਬਹੁਤੇ ਕੀ ਕਹਿਣਾ ਕਿਸੇ ਕੌਨਫੀਡੈਂਸ਼ੀਅਲ ਬੰਦੇ ਨਾਲ ਕੋਈ ਸ਼ੇਅਰ ਕਰ ਲਿਆ ਹੋਵੇ ਨਹੀਂ, ਮੈਂ ਪਬਲਿਕਲੀ ਉਹ 2 ਸਵਾਲ ਤੇ ਉਹਨਾਂ ਦੇ ਜਵਾਬ ਸ਼ੇਅਰ ਨਹੀਂ ਕੀਤੇ ਹਜੇ ਤੱਕ, ਕਿਉਂਕਿ ਮੈਂ ਫਿਰ ਵੀ ਮਰਜ਼ਾਦਾ 'ਚ ਰਹਿਣ ਵਾਲਾ ਬੰਦਾ। ਹਰੇਕ ਦਾ ਪਰਦਾ, ਮੈਂ ਕਹਿਣਾ ਯਾਰ ਪਰਦਾ ਅਗਲੇ ਦਾ ਹੁੰਦਾ, ਆਪਾਂ ਕੀ ਲੈਣਾ ਦੇਣਾ। ਪਰ ਜਦੋਂ ਮੇਰੇ ਤੇ ਉਹਨਾਂ ਨੇ ਦੇਖੋ 10 ਕਰੋੜ ਰੁਪਏ ਦਾ ਐਲੀਗੇਸ਼ਨ ਵੀ ਲਾਇਆ। ਹੁਣ ਪਿੱਛੇ ਜੇ ਮੈਂ ਉਹਨਾਂ ਤੇ ਉਹਦੀ ਜਦੋਂ ਵੈਸੇ ਲਾਇਆ ਸੀਗਾ ਡੈਫਾਮੇਸ਼ਨ ਦਾ ਕੇਸ ਫਾਈਲ ਕੀਤਾ ਸੀਗਾ ਵੀ ਤੁਸੀਂ 10 ਕਰੋੜ ਮਾਨਹਾਨੀ ਦਾ। ਹਾਂ, 10 ਕਰੋੜ ਰੁਪਏ 2 ਐਲੀਗੇਸ਼ਨ ਲਾਏ ਸੀ ਉਹਨੇ ਵੀ 10 ਕਰੋੜ ਰੁਪਇਆ ਲੈ ਲਿਆ ਤੁਸੀਂ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਹੀ ਪੱਕੀ ਕਰ ਲਈ ਹੈ। ਅੱਛਾ। ਜਦੋਂ ਕਿ ਨਾ ਮੈਨੂੰ ਯਾਰ ਚੇਅਰਮੈਨ ਹੀ ਦਾ ਕੋਈ ਮੈਨੂੰ ਸ਼ੌਕ ਹੀ ਨਹੀਂ ਹੈ ਉਸ ਤਰ੍ਹਾਂ ਦਾ, ਕਿਉਂਕਿ ਜਿਹੜੇ ਡਿਪਾਰਟਮੈਂਟ 'ਚ ਮੈਂ ਸੀਨੀਅਰ ਆਫੀਸਰ ਰਿਹਾ ਉਹਦੀ ਆਪਣੀ ਇੱਕ ਮਰਜ਼ਾਦਾ ਹੁੰਦੀ ਹੈ। ਮੈਂ ਉੱਥੇ ਜਾ ਕੇ ਕੀ ਲੈਣਾ, ਜਿਹੜਾ ਅਸੀਂ ਉੱਥੇ ਕਰ ਰਹੇ ਸੀ ਜਾਂ ਕੋਈ ਹੋਰ ਸੀ ਆਪਦੇ ਕੋਲੀਗਸ ਦੇ ਉੱਤੇ ਕਿਵੇਂ ਤੁਸੀਂ ਉਹਨਾਂ ਨੂੰ ਕੰਟਰੋਲ ਕਰੋਗੇ, ਐਡਮਿਨਿਸਟਰ ਕਰੋਗੇ। ਤੇ ਦੂਜਾ 10 ਕਰੋੜ ਰੁਪਏ ਦਾ ਐਲੀਗੇਸ਼ਨ ਲਾਇਆ ਸੀ, ਅਖਬਾਰਾਂ 'ਚ ਖਬਰਾਂ ਲੱਗੀਆਂ, ਪ੍ਰਿੰਟ ਮੀਡੀਆ 'ਚ ਵੀ ਆਇਆ, ਹੋਰ ਸਾਰਾ ਕੁਛ। ਡੈਫਾਮੇਸ਼ਨ ਦਾ ਕੇਸ ਮੈਂ ਫਿਰ ਫਾਈਲ ਕੀਤਾ ਉਹਨਾਂ ਤੇ ਜੁਲਾਈ ਦੇ ਐਂਡ 'ਚ 2017 'ਚ, ਉਦੋਂ ਆਪਣੇ 2019 'ਚ ਹੀ ਕਰਤਾ ਸੀ, ਕਿਉਂਕਿ ਮੈਂ ਅਪ੍ਰੈਲ 2019 'ਚ ਜੁਆਇਨ ਕੀਤਾ ਸੀ। ਤੇ ਉਹਦੀਆਂ ਕੁਛ ਕੋਵਿਡ ਕਰਕੇ ਬਾਅਦ ਦੇ ਵਿੱਚ ਕਰੋਨਾ ਆ ਗਿਆ, ਹੋਰ ਚੱਲਦਾ ਰਿਹਾ। ਤਾਂ ਐਸੇ ਸਾਲ ਦੇ ਮਿਡਲ ਜਿਹੇ ਜਿਹੜੀ ਉਹਨਾਂ ਨੂੰ ਸਮਨ ਇਸ਼ੂ ਹੋ ਗਏ ਸੀਗੇ। ਸਮਨ ਇਸ਼ੂ ਹੋਇਆ ਘੱਟੋ ਘੱਟ 35 ਪੇਜਾਂ ਦੇ ਜੱਜ ਨੇ ਜੋ ਗੱਲਾਂ ਲਿਖੀਆਂ ਨੇ ਜਾਂ ਕੋਈ ਹੋਰ ਇਟ ਸੈਲਫ ਜੱਜਮੈਂਟ ਹੀ ਆ ਉਹ। ਤੇ ਪਿੱਛੇ ਮੇਰੇ ਹੱਥ 'ਚ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਇਹਨਾਂ ਨੂੰ ਆਹ ਸਜ਼ਾ ਦਿੱਤੀ ਜਾਂਦੀ ਹੈ। ਇੰਨੇ ਉਹ ਕਹਿ ਲਓ ਵੀ ਐਵੀਡੈਂਸ ਉਹਦੇ ਵਿੱਚ ਹੈਗੇ ਨੇ, ਜਾਂ ਉਹ ਕਲੀਅਰ ਕੱਟ ਉਹਨਾਂ ਨੇ ਕਿਹਾ ਹੀ ਹੈ ਵੀ 10 ਕਰੋੜ ਲਿਆ। ਤੇ ਮੇਰਾ ਦੇਖੋ ਸਭ ਨੂੰ ਪਤਾ ਹੈ, ਈਵਨ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਉਸ ਵੇਲੇ 2-3 ਐਮਐਲਏਸ ਨੇ, ਜਿਵੇਂ ਇੱਕ ਸੀਗੇ ਕੰਵਰ ਸੰਧੂ ਜੀ ਸੀਗੇ, ਇੱਕ ਸੰਦੋਆ ਸਾਹਿਬ ਜਿਹੜੇ ਬਾਅਦ ਛੱਡ ਗਏ ਸੀ ਤੇ ਫਿਰ ਉਧਰ ਚਲੇ ਗਏ ਆ। ਉਹਨਾਂ ਨੇ ਕਿਹਾ ਸੀਗਾ, ਉਹਨਾਂ ਦੀ ਸਟੇਟਮੈਂਟ ਹੈ ਵੀ ਯਾਰ ਨਾਜਰ ਸਿੰਘ ਜੋ ਮਰਜ਼ੀ ਹੋਵੇ ਬਟ ਐਟ ਦੀ ਸੇਮ ਪੈਸੇ ਤਾਂ ਨਹੀਂ ਲੈ ਸਕਦਾ ਉਹ। ਪੈਸਿਆਂ ਵਾਲੀ ਗੱਲ ਤਾਂ ਗਲਤ ਲੱਗਦੀ ਹੈ। ਠੀਕ ਹੈ। ਜਿਹੜੇ 2 ਸਵਾਲ ਤੁਸੀਂ ਕੀਤੇ ਬੜੇ ਮੈਨੂੰ ਲੱਗਦਾ ਅਹਿਮ ਰਹਿਣ ਵਾਲੇ, ਉਹ 2 ਸਵਾਲ ਕਿਹੜੇ ਸੀਗੇ? ਉਹ 2 ਸਵਾਲ ਦੇ ਮੈਂ ਤੁਹਾਨੂੰ ਦੱਸਦਾ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਲ ਸੁਣੋ ਵੀ ਆਪਣੇ ਨਾ ਜਦੋਂ ਮੈਨੂੰ 7 ਅਕਤੂਬਰ 2016 ਨੂੰ ਸ਼ਾਮ ਨੂੰ ਟਿਕਟ ਅਨਾਉਂਸ ਹੋਈ ਸੀ ਮੇਰੀ ਆਮ ਆਦਮੀ ਪਾਰਟੀ ਵੱਲੋਂ, ਤੇ ਦੂਜੇ ਦਿਨ ਸਵੇਰੇ ਹੀ
ਤੁਸੀਂ ਗੁਰਲਾਬ ਸਿੰਘ ਮਹਿਲ ਐਡਵੋਕੇਟ ਮਾਨਸਾ ਜਿਨ੍ਹਾਂ ਨੇ ਛੋਟੇਪੁਰ ਜੀ ਦਾ ਸਟਿੰਗ ਕੀਤਾ ਸੀ, ਉਹ ਝੂਠਾ ਸੱਚਾ ਜਿਹਾ ਸੀਗਾ, ਉਹ ਦਿਖਾਉਣ ਯੋਗ ਵੀ ਨਹੀਂ, ਕਿਸੇ ਨੂੰ ਦਿਖਾਇਆ ਵੀ ਨਹੀਂ, ਉਹਨੂੰ ਬਹਾਨਾ ਜਿਹਾ ਬਣਾ ਕੇ ਰੌਲਾ ਜਿਹਾ ਪਾ ਕੇ ਵੀ ਉਹਨੇ 2 ਲੱਖ ਰੁਪਇਆ ਲੈ ਲਿਆ ਜੀ, ਇਹ ਕਰ ਲਿਆ ਜੀ, ਉਹਨੂੰ ਬਦਨਾਮ ਜਿਹਾ ਕਰਕੇ ਕੱਢ ਜ਼ਰੂਰ ਦਿੱਤਾ ਜੀ ਛੋਟੇਪੁਰ ਜੀ ਨੂੰ, ਤੇ ਸਰਕਾਰ ਬਣਨ ਤੋਂ ਰੁਕ ਗਈ ਸੀ। ਹਾਲਾਂਕਿ ਸਰਕਾਰ ਬਣਨ ਦੇ ਕਾਫੀ ਅਸਾਰ ਸੀ। ਤੇ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਤੁਸੀਂ ਉਸ ਵਕੀਲ ਦੇ ਘਰੇ ਉਦੋਂ ਅਗਲੇ ਦਿਨ ਹੀ ਮੇਰੀ ਟਿਕਟ ਦੇਣ ਤੋਂ ਮਿਲਣ ਤੋਂ ਸੁਬਾਹ ਸਵੇਰੇ ਸੂਰਜ ਨਿਕਲ ਤੋਂ ਪਹਿਲਾਂ ਕੀ ਕਰਨ ਗਏ ਸੀ? ਕਹਿੰਦੇ ਜੀ ਮੈਨੂੰ, ਮੈਂ ਕਿਹਾ ਤੁਸੀਂ ਦੱਸਿਆ ਵੀ ਨਹੀਂ। ਕਹਿੰਦੇ ਅਸਲ ਦੇ ਵਿੱਚ ਉਹਨੇ ਬਹਾਨਾ ਜਿਹਾ ਮਾਰਿਆ ਜੋ ਇਸ ਤਰ੍ਹਾਂ ਸੀਗਾ ਵੀ ਜਦੋਂ ਤੁਹਾਡੀ ਟਿਕਟ 900 ਹੋ ਗਈ, ਉਹ ਦੁਰਗੇਸ਼ ਪਾਠਕ ਜੀ ਕੋਲੇ ਤੇ ਆਪਣੇ ਸੰਜੇ ਸਿੰਘ ਕੋਲੇ ਗਿਆ ਆਪਣਾ ਗੁਰਲਾਬ ਮਹਿਲ, ਉਹਨੂੰ ਕਿਹਾ ਵੀ ਤੁਸੀਂ ਮੇਰੀ ਟਿਕਟ ਕੱਟਤੀ, ਮੇਰੀ ਮਾਂ ਨੂੰ ਖਬਰ ਸੁਣ ਕੇ ਦੌਰਾ ਪੈ ਗਿਆ ਤੇ ਮੈਂ ਵੀ ਸੁਬਾਹ ਤੱਕ ਸੁਸਾਈਡ ਕਰ ਲੈਣਾ, ਜੋ ਭਗਵੰਤ ਮਾਨ ਨੇ ਮੈਨੂੰ ਦੱਸਿਆ ਉੱਥੇ। ਠੀਕ ਹੈ, ਤੇ ਕਹਿੰਦਾ ਮੈਂ ਤਾਂ ਫਿਰ ਮੈਨੂੰ ਡਿਊਟੀ ਲਾਈ ਸੀ ਉਹਨਾਂ ਨੇ ਵੀ ਇਹਨੂੰ ਟਿਕਾਓ। ਅਸਲ ਕਹਾਣੀ ਕੀ ਸੀ? ਅਸਲ ਕਹਾਣੀ ਤਾਂ ਜਿਹੜੀ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਵੀ ਮੈਂ ਕੋਲੇ ਤਾਂ ਹੈ ਨਹੀਂ ਸੀਗਾ, ਬਟ ਇਹ ਹੈਗੀ ਹੈ, ਇਸ ਤੋਂ ਤੁਸੀਂ ਕਾਰਬੋਰੇਟ ਕਰ ਸਕਦੇ ਹੋ, ਕੁਝ ਸਰਕਮਸਟੈਂਸ਼ੀਅਲ ਐਵੀਡੈਂਸ ਹੋ ਜਾਂਦੇ ਨੇ ਵੀ ਉਹਨੂੰ ਇਹ ਲਾਰਾ ਲਾਇਆ ਗਿਆ ਸੀ, ਕਮਿਟਮੈਂਟ ਕੀਤੀ ਗਈ ਸੀ ਭਗਵੰਤ ਮਾਨ ਵੱਲੋਂ ਵੀ ਮਾਨਸਾ ਦੀ ਟਿਕਟ ਤੈਨੂੰ ਦੇਵਾਂਗੇ ਪਰ ਤੂੰ ਛੋਟੇਪੁਰ ਦਾ ਸਟਿੰਗ ਕਰਕੇ ਲਿਆ। ਸਟਿੰਗ ਬਦਲੇ ਉਹਨੂੰ ਇਹ ਮੈਨੂੰ ਮੇਰੀ ਆਪਣੀ ਜਿਹੜੀ ਮਤਲਬ ਕਿ ਕਹਿ ਲਓ ਥਿੰਕਿੰਗ ਹੈ ਮਾਨਸਾ ਦੀ ਸੀਟ ਦੇ, ਹਾਂ ਵੀ ਮਾਨਸਾ ਦੀ ਸੀਟ ਤੈਨੂੰ ਦੇਵਾਂਗੇ, ਪਰ ਜਦੋਂ ਨਹੀਂ ਦਿੱਤੀ ਤਾਂ ਕੁਦਰਤੀ ਆ ਉਹਨੇ ਕੋਈ ਦਬਕਾ ਸ਼ਬਕਾ ਮਾਰਿਆ ਹੋਊ, ਕੁਝ ਬੁਰਾ ਭਲਾ ਕਿਹਾ ਹੋਊ, ਜਾਂ ਇਹ ਕਿਹਾ ਹੋਊ ਮੈਂ ਤੁਹਾਡੀ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਪੋਲ ਖੋਲੂੰਗਾ, ਤੇ ਉਹ ਸਵੇਰੇ ਹੀ ਇਸ ਕਰਕੇ ਉਹਨੂੰ ਟਿਕਾਉਣ ਆਏ ਸੀਗੇ। ਤੇ ਚਲੋ ਐਨੀਵੇ ਮੈਨੂੰ ਕਹਿੰਦੇ ਜੀ ਮੈਂ ਇਸ ਕਰਕੇ ਨਹੀਂ ਦੱਸਿਆ ਵੀ ਤੁਹਾਡੀ ਆਸ 'ਚ ਝਗੜਾ। ਮੈਂ ਝਗੜਾ ਕੀ ਜੀ, ਮੈਨੂੰ ਪ੍ਰੈਸ ਵਾਲੇ ਪੁੱਛ ਰਹੇ ਸੀਗੇ ਵੀ ਭਗਵੰਤ ਮਾਨ ਜੀ ਮਾਨਸਾ 'ਚ ਆਏ ਹੈ, ਤੁਸੀਂ ਦੱਸੋ ਵੀ ਤੁਹਾਨੂੰ ਪਤਾ ਹੈ। ਮੈਂ ਕਿਹਾ ਜੀ ਹੁਣ ਜੋ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਦੱਸਾਂ। ਤਾਂ ਉਹ ਤੋਂ ਮੈਂ ਕਿਹਾ ਜੀ ਕਈ ਬੰਦਿਆਂ ਨੇ ਇਹ ਇਨਫਰੈਂਸ ਡਰਾ ਕੀਤਾ ਵੀ ਸ਼ਾਇਦ ਭਗਵੰਤ ਮਾਨ ਨਾਜਰ ਸਿੰਘ ਨੂੰ ਹਰਾਉਣਾ ਚਾਹੁੰਦੇ ਨੇ, ਤਾਂ ਉਹਦੇ ਕੋਲੇ ਆਏ ਨੇ। ਦੂਜਾ ਸਵਾਲ ਕੀ ਸੀ ਤੁਹਾਡਾ? ਤੇ ਮੈਂ ਚਲੋ ਆਈ ਗਈ ਹੋ ਗਈ ਗੱਲ, ਕਹਿੰਦੇ ਚਲੋ ਅੱਗੇ ਤੋਂ ਖਿਆਲ ਰੱਖਾਂਗੇ। ਦੂਜੀ ਗੱਲ ਇਹ ਸੀ ਉਹਨਾਂ ਦੇ ਪਰਸਨਲ ਜਿਹੜੀ ਜੀਵਨ ਸ਼ੈਲੀ ਸੀ ਉਹਦੇ ਤੇ ਮੈਂ ਇੱਕ ਉਹਨਾਂ ਨੂੰ ਸਵਾਲ ਕੀਤਾ, ਕਿਉਂਕਿ ਆਫਟਰ ਆਲ ਪਬਲਿਕ ਫਿਗਰ ਨੇ, ਜਿੱਦਾਂ ਉਹ ਇੰਡੀਵਿਜੂਅਲ ਹੋਣ ਕੋਈ, ਫਿਰ ਤਾਂ ਆਪਾਂ ਨੂੰ ਕਰਨੇ ਬਣਦੇ ਨਹੀਂ ਹੋਏ ਜੇ ਸਵਾਲ। ਫਿਰ ਆਪਾਂ ਕੀ ਲੈਣਾ ਹੁੰਦਾ ਕਿਸੇ ਦੀ, ਅਗਲੇ ਦੀ ਜੋ ਵੀ ਜ਼ਿੰਦਗੀ ਹੈਗੀ ਆ ਉਹਦਾ ਪਰਸਨਲ ਜ਼ਿੰਦਗੀ ਆ, ਕਿਉਂ ਆਪਾਂ ਸਵਾਲ ਕਰੀਏ। ਮੈਨੂੰ ਇਹੀ ਕਿਹਾ ਮੈਂ, ਭਗਵੰਤ ਜੀ ਦੂਜਾ ਸਵਾਲ ਇਹ ਹੈ ਮੇਰਾ ਵੀ ਆਪਣੇ ਪਿੰਡਾਂ 'ਚ ਇੱਕ ਪ੍ਰਥਾ ਜੀ ਹੈ ਵੀ ਜੇ ਕੋਈ ਮੁੰਡਾ ਖੁੰਡਾ ਪਿੰਡਾਂ 'ਚ ਨਸ਼ੇ ਪੱਤੇ ਕਰਦਾ ਹੋਵੇ, ਪਹਿਲਾਂ ਤਾਂ ਜੋ ਇਹ ਚੱਲਦੀਆਂ ਹੁੰਦੀਆਂ ਪ੍ਰਥਾਵਾਂ, ਉਦੋਂ ਤਾਂ ਸ਼ਰਾਬ ਸ਼ਰੂਬ ਵੀ ਪੀਂਦੇ ਹੁੰਦੇ ਜ਼ਿਆਦਾ, ਉਹਦਾ ਫਰਸਟ੍ਰੇਸ਼ਨ ਦਾ ਕਾਰਨ ਕੋਈ ਵੀ ਹੋਵੇ ਜਿਹਦੇ ਕਰਕੇ ਪੀਂਦਾ ਉਹ, ਚਾਹੇ ਉਹਦੇ 8-9 ਸਾਲ ਹੋ ਗਏ ਬੱਚਾ ਨਹੀਂ ਹੋਇਆ, ਓਵਰੇਜ ਹੋ ਗਿਆ, ਵਿਆਹ ਨਹੀਂ ਹੋ ਰਿਹਾ, ਜਾਂ ਘਰੇ ਕਲੇਸ਼ ਹੈ ਕੋਈ, ਜਾਂ ਗੁਆਂਢੀਆਂ ਨਾਲ, ਚਾਚੇ ਤਾਇਆ ਨਾਲ, ਜਾਂ ਕਿਸੇ ਹੋਰ ਕਲੇਸ਼ ਹੈਗਾ, ਉਹਦੇ ਕਰਕੇ ਉਹ ਜਿਹੇ ਬੱਚੇ ਕਈ ਵਾਰੀ ਪੀਣ ਲੱਗ ਜਾਂਦੇ ਦਰ ਦੂਰੋਂ। ਤਾਂ ਮੈਂ ਜੀ ਉਹਨਾਂ ਨੂੰ ਛਡਾਉਣ ਵਾਸਤੇ, ਬੰਦੇ ਨੂੰ ਰਸਤੇ 'ਤੇ ਲਿਆਉਣ ਵਾਸਤੇ ਕਿਸੇ ਆਮ ਸਧਾਰਨ ਸਾਧ ਸੰਤ ਨੂੰ ਵੀ ਉਹਦੇ ਕੋਲੇ ਲੈ ਜਾਂਦੇ ਨੇ, ਜਾਂ ਸ਼ਰਾਬੀ ਕਬਾਬੀ ਨੂੰ ਉਹਦੇ ਕੋਲੇ ਫੜ ਕੇ ਲੈ ਜਾਂਦੇ ਨੇ। ਉਹ ਗੱਲਾਂ ਹੀ ਬਾਤੀ ਲਿਆ ਕੇ ਉਹ ਵੀ ਕੋਈ ਨਾ ਕੋਈ ਉਹਨੂੰ ਦਿਖਾ ਕੇ, ਹੈ ਨਾ, ਵੀ ਇਹ ਸਬਜ਼ ਬਾਗ ਜੇ ਵੀ ਦੇਖੋ ਜੀ ਇਹਨੇ ਤਾਂ ਬਹੁਤ ਤਰੱਕੀ ਕਰਨੀ ਹੈ, ਹੋਰ ਕਰਨੀ ਹੈ, ਮੁੰਡਾ ਬਹੁਤ ਚੰਗਾ ਹੈ, ਵੈਸੇ ਮਾੜੀ ਮੋਟੀ ਪੀ ਲਈ ਹੋਣੀ ਹੈ, ਕਦੇ ਕਦੇ ਜ਼ਿਆਦਾ ਪੀ ਲੈਂਦਾ ਜੀ। ਮਾਈ ਸਾਧ ਤੋਂ ਇਹ ਕਹਾ ਦਿੰਦੇ ਨੇ ਵੀ ਜੇ ਤਰੱਕੀ ਬਹੁਤ ਕਰੂਗਾ ਇਹਦੇ ਸਾਰੇ ਮਸਲੇ ਹੱਲ ਹੋ ਜਾਣਗੇ, ਪਰ 3 ਸਾਲ ਲਈ ਸ਼ਰਾਬ ਦਾ ਨੇਮ ਪਾ ਦੇਵੇ ਤੇ 3 ਸਾਲ ਕਿਸੇ ਪੀਣ ਵਾਲੇ ਨੂੰ ਘਰੇ ਨਹੀਂ ਵੜਨ ਦੇਣਾ ਤੇ ਪੀਤੀ ਵਾਲੇ ਦੇ ਘਰੇ ਜਾਣਾ ਨਹੀਂ। ਤੇ ਮੈਂ ਉਹਦੇ ਨਾਲ ਵੀ ਉਹਦੀ ਸੰਗਤ ਨਾ ਹੋ ਜੇ। ਤੇ ਮੈਂ ਭਗਵੰਤ ਮਾਨ ਜੀ ਜਿਹੜਾ ਮੇਨ ਸਵਾਲ ਸੀ ਉਹਨਾਂ ਨੂੰ ਕੀਤਾ, ਮੈਂ ਮਾਨ ਸਾਹਿਬ ਤੁਹਾਨੂੰ ਪਤਾ ਸੀ ਵੀ ਆਪਣੀ ਸਰਕਾਰ ਬਣਨ ਜਾ ਰਹੀ ਹੈ, ਉਹ ਅਲੱਗ ਗੱਲ ਹੈ, ਮੈਂ ਜੀ ਰਿਜ਼ਲਟ ਨਿਕਲਣ ਤੋਂ ਬਾਅਦ ਪਤਾ ਲੱਗਿਆ ਵੀ ਨਹੀਂ ਬਣੀ। ਤੇ ਦੂਜੇ ਮੈਂ ਜੀ ਸਰਕਾਰ ਬਣਨ ਦੀ ਸੂਰਤ 'ਚ 99% ਮੁੱਖ ਮੰਤਰੀ ਤੁਸੀਂ ਬਣਨਾ ਸੀ। ਤੇ ਕਹਿੰਦੇ ਹਾਂ। ਮੈਂ ਜੀ ਫਿਰ ਮੈਨੂੰ ਐ ਦੱਸੋ, ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਹੋਵੇ ਤੇ ਐਲੀਗੇਸ਼ਨ ਤੁਹਾਡੇ ਤੇ ਇਹ ਲੱਗਦੇ ਹੁਣ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਸ਼ਰਾਬੀ ਕਬਾਬੀ ਬੰਦਾ ਹੈ, ਤੇ ਮੈਂ ਜੀ ਇਹ ਕੋਈ ਚੰਗੀ ਗੱਲ ਥੋੜਾ ਸੀਗੀ। ਤੇ ਜੋ ਐਡੀ ਵੱਡੀ ਜ਼ਿੰਮੇਵਾਰੀ ਸੰਭਾਲਣੀ ਸੀ, ਤੁਸੀਂ ਘੱਟੋ ਘੱਟ ਸ਼ਰਾਬ ਦਾ ਨੇਮ ਪਤਾ ਤਾਂ ਵਾ ਸਕਦੇ ਸੀ, ਉਹ ਤਾਂ ਬੰਦ ਕਰ ਸਕਦੇ ਸੀ। ਮੈਨੂੰ ਕਹਿੰਦਾ ਨਾਜਰ ਸਿੰਘ ਮਾਨਸ਼ਾਹੀ ਸਾਹਿਬ ਸ਼ਰਾਬ ਮੈਂ ਤਾਂ ਹੱਥ ਵੀ ਨਹੀਂ ਲਾਉਂਦਾ, ਇਹ ਤਾਂ ਮੇਰੇ ਕਹਿੰਦਾ ਵਿਰੋਧੀਆਂ ਨੇ ਆਪਣਿਆਂ ਨੇ ਐਵੇਂ ਪਰਸੈਪਸ਼ਨ ਬਣਾਈ ਹੋਇਆ, ਰੌਲਾ ਪਾਇਆ ਹੋਇਆ ਵੀ ਭਗਵੰਤ ਮਾਨ ਸ਼ਰਾਬੀ ਹੈ। ਜਿਵੇਂ ਆਪਾਂ ਕਹਿੰਦਾ ਬਿਕਰਮ ਸਿੰਘ ਮਜੀਠੇ ਦਾ ਰੌਲਾ ਪਾਇਆ ਹੋਇਆ ਵੀ ਉਹ ਤਾਂ ਜੀ ਚਿੱਟਾ ਵੇਚਦਾ। ਮੈਂ ਜੀ ਕੀ ਗੱਲ, ਮੈਂ ਬੜਾ ਇੱਕਦਮ ਸਰਪ੍ਰਾਈਜ਼ ਹੋਇਆ ਵੀ ਕੀ ਗੱਲ, ਆਪਾਂ ਐਡੇ ਵੱਡੇ ਐਲੀਗੇਸ਼ਨ ਲਾਏ ਆ ਵੇਚਦਾ। ਮੈਂ ਉਹਨੂੰ ਕਿਹਾ ਮੈਂ ਕੀ ਗੱਲ ਵੇਚਦਾ ਨਹੀਂ ਜੀ? ਕਹਿੰਦਾ ਆਪਾਂ ਨੂੰ ਕੀ ਪਤਾ ਵੇਚਦਾ ਕਿ ਨਹੀਂ ਵੇਚਦਾ, ਤਾਂ ਰੌਲਾ ਆਪਾਂ ਹੀ ਪਾਇਆ ਹੋਇਆ। ਮੈਂ ਉਦੋਂ ਮੇਰੇ ਦਿਲ 'ਚ ਗਈ
ਮੈਂ ਜਿਹੜਾ ਬੰਦਾ ਲੋਕਾਂ ਦੇ ਵਿੱਚ ਇਹ ਗੱਲ ਪ੍ਰੂਵ ਕਰ ਚੁੱਕਿਆ, ਆਲਰੇਡੀ ਲੋਕ ਮੰਨਦੇ ਨੇ ਵੀ ਸ਼ਰਾਬੀ ਬਾਬੀ ਹੈ, ਦੂਜੇ ਪਾਸੇ ਵਿਕਰਮ ਮਜੀਠੀਆ ਤੇ ਅਸੀਂ ਜੇ ਐਲੀਗੇਸ਼ਨ ਲਾਏ ਤਾਂ ਪ੍ਰੂਵ ਕਰਨ ਦੀ ਸਮਰੱਥਾ ਪਾਰਟੀ 'ਚ ਹੋਣੀ ਚਾਹੀਦੀ ਹੈ, ਤੇ ਅੱਜ ਇਹ ਦੋਨੇ ਕੇਸਾਂ ਤੇ ਹੀ ਮੁੱਕਰ ਗਿਆ ਵੀ ਨਾ ਤਾਂ ਮੈਂ ਸ਼ਰਾਬ ਨੂੰ ਹੱਥ ਲਾਉਣਾ, ਇਹ ਤਾਂ ਪਰਸੈਪਸ਼ਨ ਬਣਾਈ ਹੈ ਮੇਰੇ ਵਿਰੋਧੀਆਂ ਦੀ, ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦਾ ਆਪਾਂ ਨੂੰ ਕੀ ਪਤਾ ਚਿੱਟਾ ਵੇਚਦਾ ਕਿ ਨਹੀਂ ਵੇਚਦਾ, ਤਾਂ ਆਪਾਂ ਹੀ ਰੌਲਾ ਪਾਇਆ ਹੈ। ਤੇ ਮੈਨੂੰ ਲੱਗਿਆ ਵੀ ਇਹ ਬੰਦਾ ਇਹ ਸੀਐਮ ਬਣ ਕੇ ਕੀ ਕਰ ਦੂ ਪੰਜਾਬ ਦਾ, ਇਸ ਤਰ੍ਹਾਂ ਦੇ ਲੀਡਰ ਕੀ ਕਰਨਗੇ ਦੇਸ਼ ਦਾ, ਕੌਮ ਦਾ, ਸਮਾਜ ਦਾ ਕੁਝ ਸੁਧਾਰ ਸਕਦੇ ਨੇ। ਇਸ ਕਰਕੇ ਮੇਰਾ ਉਸ ਤੋਂ ਉਦੋਂ ਹੀ ਪਤਾ ਲੱਗ ਗਿਆ ਸੀਗਾ ਵੀ ਇਹ ਬੰਦਾ ਪਾਏਦਾਰ ਨਹੀਂ ਹੈਗਾ। ਇਹ ਵੀ ਇੱਕ ਵੱਡਾ ਕਾਰਨ ਸੀਗਾ ਵੀ ਮੈਂ ਕਿਹੜੀ ਪਾਰਟੀ 'ਚ ਤੁਰਿਆ ਫਿਰਦਾ। ਬੜਾ ਹੈਰਾਨੀ ਹੁੰਦੀ ਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਬਹੁਤ ਵੱਡੀ ਕੁਰਸੀ ਤੇ ਬਿਠਾਇਆ ਹੋਵੇ ਤਾਂ ਉਹ ਇੱਕਦਮ ਐਡੀ ਹੌਲੀ ਜਾਂ ਇੰਨੀ ਨੀਵੀਂ ਗੱਲ ਕਰ ਦੇਵੇ ਤਾਂ ਚਿੰਤਾ ਹੁੰਦੀ ਹੈ। ਮਾਨਸ਼ਾਹ ਸਾਹਿਬ, ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਸੀਂ ਬੜੀ ਕੜੀ ਦਰ ਕੜੀ, ਇਹ ਮੈਨੂੰ ਲੱਗਦਾ ਪਹਿਲੀ ਵਾਰ ਇਹ ਗੱਲਾਂ ਕਰ ਰਹੇ ਹੋ, ਇਸ ਤੋਂ ਪਹਿਲਾਂ ਤੁਸੀਂ ਇਹ ਗੱਲਾਂ ਕੀਤੀਆਂ ਵੀ ਨਹੀਂ ਹੈਗੀਆਂ। ਜਿਸ ਤਰੀਕੇ ਨਾਲ ਛੋਟੇਪੁਰ ਦਾ ਬਾਹਰ ਜਾਣ ਦਾ ਰਸਤਾ ਕਿਹਨੇ ਤੈਅ ਕੀਤਾ, ਗੁਰਪ੍ਰੀਤ ਘੁੱਗੀ ਦੀ ਥਾਂ ਪ੍ਰਧਾਨਗੀ ਲੈਣ ਦਾ ਰਾਹ ਕਿਹਨੇ ਤੈਅ ਕੀਤਾ। ਇਸ ਤੋਂ ਇਲਾਵਾ ਜੇ ਅਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈ, ਹੁਣ ਖਹਿਰੇ ਨੂੰ ਵੀ ਬਹੁਤ ਬੜੇ ਇੱਕ ਹਿਸਾਬ ਦੇ ਨਾਲ ਬੜਾ ਝਟਕਾ ਦੇ ਕੇ ਕੱਢਿਆ ਗਿਆ, ਉਹਦੇ ਪਿੱਛੇ ਵੀ ਕਹਾਣੀ ਭਗਵੰਤ ਮਾਨ ਨਾਲ ਜੁੜਦੀ ਹੈ ਸਾਰੀ। ਭੋਗਲ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਇਕੱਲੇ ਖਹਿਰਾ ਸਾਹਿਬ ਨਾਲ ਨਹੀਂ ਉਹਨਾਂ ਦੀ ਕਹਾਣੀ ਜੁੜਦੀ, ਜਿੰਨੇ ਪੰਜਾਬ ਦੇ ਲੀਡਰ ਕੱਢੇ ਗਏ ਨੇ ਉਹਨਾਂ ਸਾਰਿਆਂ ਦੀ ਕਹਾਣੀ ਭਗਵੰਤ ਮਾਨ ਦੀ ਜੁੜਦੀ ਹੈ। ਮੈਂ ਉਹੀ ਦੇਖ ਰਿਹਾ ਸੀ, ਸਾਰੀਆਂ ਜੁੜ ਗਈਆਂ। ਹਾਂ, ਸਾਰੀਆਂ ਜੁੜਦੀਆਂ ਹੈ, ਦੀ ਵੀ ਜੁੜ ਗਈ ਕਿਉਂਕਿ ਮੈਨੂੰ ਪਤਾ ਹੈ ਜਦੋਂ ਆਪਣੇ ਕਹਿ ਲਓ ਵੀ ਹਰਵਿੰਦਰ ਸਿੰਘ ਫੂਲਕਾ ਜੀ LOP ਸੀਗੇ ਤਾਂ ਉਹਨਾਂ ਨੇ ਇੱਕ ਦਿਨ ਮੈਨੂੰ ਬੜੇ ਫਰਸਟ੍ਰੇਸ਼ਨ ਜੀ 'ਚ ਬੈਠੇ ਸੀ, ਮੈਨੂੰ ਪੁੱਛਿਆ ਫੂਲਕਾ ਸਾਹਿਬ ਕੀ ਗੱਲ ਤੁਸੀਂ ਅੱਜ ਉਦਾਸ ਜਿਹੇ ਲੱਗ ਰਹੇ ਹੋ, ਮੈਨੂੰ ਕਹਿੰਦੇ ਯਾਰ ਕੀ ਕਰਾਂ। ਮੈਨੂੰ ਭਗਵੰਤ ਮਾਨ ਰੋਜ਼ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਦਰਬਾਰ ਲਾਉਣੇ ਸਾਰੇ ਸ਼ਹਿਰਾਂ 'ਚ ਜਾ ਕੇ ਵੀ ਲੋਕਾਂ ਦੀ ਸ਼ਿਕਾਇਤਾਂ ਸੁਣਨੀਆਂ ਵੀ ਚਲੋ ਉਹ ਤਾਂ ਨਹੀਂ ਕੁਛ ਕਰਦਾ ਆਪਾਂ ਤਾਂ ਕਰੀਏ, ਠੀਕ ਹੈ। LOP ਦੀ ਫਿਰ ਕੋਈ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਪ੍ਰਤੀ। ਉਹ ਥਾਂ ਤੇ ਜਦੋਂ ਲਾਉਂਦੇ ਸੀ ਦਰਬਾਰ ਤਾਂ ਉਹ ਕਹਿੰਦੇ ਮੈਨੂੰ ਉਹ ਸ਼ਰਾਬ ਪੀ ਕੇ ਸ਼ਾਮ ਨੂੰ ਗਾਲਾਂ ਕੱਢਦਾ ਹੈ ਵੀ ਤੂੰ ਕਿਤੋਂ ਪੁੱਛ ਕੇ ਜਾਂਦਾ ਹੈ। ਤੇ ਮੈਂ ਬਿਲੀਵ ਨਹੀਂ ਕੀਤਾ ਵੀ ਯਾਰ ਉਹਨੂੰ ਕੀ ਤਕਲੀਫ ਹੈ, ਫੁਲਕਾ ਸਾਹਿਬ ਉਹਨੂੰ ਕੀ ਤਕਲੀਫ ਹੈ, ਕਿਉਂ ਗਾਲਾਂ ਕੱਢੂਗਾ। ਨਹੀਂ, ਕਹਿੰਦਾ ਯਾਰ ਬਹੁਤ ਬੁਰਾ ਭਲਾ ਬੋਲਦਾ ਹੈ, ਤੂੰ ਮੈਂ ਕਰਦਾ ਹੋਰ ਕਰਦਾ। ਤੇ ਮੈਨੂੰ ਮੈਂ ਕਹਾਂ ਅੱਧਾ ਸੱਚ ਅੱਧਾ ਝੂਠ ਜਾਇਆ ਜਿਵੇਂ ਹੁੰਦਾ ਨਹੀਂ ਵੀ ਆਪਾਂ ਚਲੋ ਠੀਕ ਹੈ ਇੱਕ ਸਿਆਣਾ ਬੰਦਾ ਫੂਲਕੇ ਵਰਗਾ ਝੂਠ ਕਿਉਂ ਬੋਲੂਗਾ, ਵੀ ਕੋਈ ਗੱਲ ਤਾਂ ਹੋਣੀ ਹੈ। ਪਰ ਮੈਂ ਆਈ ਗਈ ਜੀ ਕਰਤੀ। ਉਦੋਂ ਬਾਅਦ ਇਹ ਗੱਲ ਹੈਗੀ ਹੈ ਜਦੋਂ ਸਤੰਬਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੀਇੰਗ CM ਉੱਥੇ ਸੁੰਡੀ ਦਾ ਕੋਈ ਹਮਲਾ ਜਿਹਾ ਹੋਇਆ ਸੀ ਸਾਡੇ ਮਾਨਸਾ ਹਲਕੇ 'ਚ, ਇੱਕ ਖਿਆਲੇ ਤੇ ਇੱਕ ਝਨੀਰ ਦੇ ਨੇੜੇ ਪਿੰਡ ਸੀਗਾ। ਹਾਂਜੀ, ਤੇ ਉੱਥੇ ਉਹ ਗਏ ਸੀ ਤਾਂ ਦੂਜੇ ਦਿਨ ਮੈਨੂੰ ਖਹਿਰਾ ਸਾਹਿਬ ਦਾ ਸਵੇਰੇ ਫੋਨ ਆਇਆ, ਕਹਿੰਦੇ ਯਾਰ ਵੀ ਆਹ ਅਖਬਾਰ 'ਚ ਖਬਰਾਂ ਆਈਆਂ ਵੀ ਨਾਜਰ ਸਿੰਘ ਵੀ ਆਪਾਂ ਵੀ ਉੱਥੇ ਗੇੜਾ ਲਾ ਲਈਏ, ਕੱਲ੍ਹ CM ਸਾਹਿਬ ਜਾ ਕੇ ਆਏ ਨੇ। ਮੈਂ ਜੀ ਲਾ ਲਓ, ਹੁਣ ਮੈਂ ਹਲਕੇ ਦਾ ਉੱਥੇ ਇੰਚਾਰਜ ਹੋਵਾਂ, MLA ਹੋਵਾਂ, ਤੇ ਮੇਰਾ ਇਹ ਥੋੜ੍ਹਾ ਕਹਿਣਾ ਬਣਦਾ ਵੀ ਨਹੀਂ ਜੀ ਨਹੀਂ, ਠੀਕ ਹੈ ਨਾ। ਮੈਂ ਚਾਹੁੰਦਾ ਸੀ ਮੈਂ ਠੀਕ ਹੈ ਜੀ, ਹਾਂ ਤੁਹਾਨੂੰ ਵੀ ਆ ਜਾਣਾ ਚਾਹੀਦਾ। ਕਹਿੰਦੇ ਕਿੱਡੀ ਕੁ ਦੂਰ ਆ, ਪੁੱਛ ਪਛਾ ਕੇ ਚਲੋ ਜੀ ਪ੍ਰੋਗਰਾਮ ਤੈਅ ਹੋ ਗਿਆ। ਪ੍ਰੋਗਰਾਮ ਤੈਅ ਹੋਇਆ ਵੀ ਮੈਂ ਚਲੋ ਉੱਥੇ 4 ਵਜੇ ਪਹੁੰਚ ਜਾਊਂਗਾ। ਮੈਂ ਅਕੋਰਡਿੰਗਲੀ ਸਾਡੇ ਵਲੰਟੀਅਰਸ ਨੂੰ ਤੇ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਤੇ ਆਪਣੇ ਸਾਰੇ ਜੇ ਪ੍ਰੈਸ ਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਿੱਤੀ ਵੀ 4 ਵਜੇ ਖਹਿਰਾ ਸਾਹਿਬ ਆਉਣਗੇ ਵੀ ਇੱਥੇ ਜਾਣਾ। ਉਦੋਂ ਬਾਅਦ ਚਲੋ ਉਹਨਾਂ ਦਾ ਪ੍ਰੋਗਰਾਮ ਥੋੜ੍ਹਾ ਐਡਵਾਂਸ ਹੋ ਗਿਆ। ਫਿਰ ਮੈਂ ਦੁਬਾਰੇ ਉਹਨਾਂ ਨੂੰ ਕਿਹਾ, ਸਾਰਿਆਂ ਨੂੰ ਉਹੀ ਸੁਨੇਹਾ ਫਿਰ ਦੁਬਾਰੇ ਲਾਇਆ ਵੀ ਘੰਟਾ ਐਡਵਾਂਸ ਹੋ ਗਿਆ ਜੀ ਪ੍ਰੋਗਰਾਮ, ਪਲੀਜ਼ ਨਾ ਥੋੜ੍ਹਾ ਜਿਹਾ ਪਹਿਲਾਂ ਆ ਜਾਓ। ਤੇ ਮੈਨੂੰ ਜਦੋਂ ਮੈਂ ਮੈਸੇਜ ਲਾ ਕੇ ਹਟਿਆ ਤੇ ਮੈਨੂੰ ਭਗਵੰਤ ਮਾਨ ਦਾ ਫੋਨ ਆਇਆ, ਮਾਨਸ਼ਾਹ ਸਾਹਿਬ। ਮੈਂ ਹਾਂਜੀ, ਉਹ ਜਿੱਥੇ ਨਾ ਸੁੰਡੀ ਦਾ ਹਮਲਾ ਜਿਹਾ ਹੋਇਆ CM ਸਾਹਿਬ ਗਏ ਹੈ ਤੇ ਕੱਲ੍ਹ ਨੂੰ ਮੈਂ ਉੱਥੇ ਆਊਂਗਾ ਤੇ ਤੁਸੀਂ ਇੰਤਜ਼ਾਮ ਕਰ ਲਿਓ ਸਰ 11 ਵਜੇ। ਠੀਕ ਹੈ ਸਰ, ਮੇਰੇ ਲਈ ਸੀਨੀਅਰ ਲੀਡਰ ਹੈ, ਉਹਦਾ ਹੁਕਮ ਮੰਨਣਾ ਹੈ, ਪਾਰਟੀ ਪ੍ਰਧਾਨ ਹੈ। ਮੈਂ ਠੀਕ ਹੈ ਸਰ ਕਰ ਲੂੰਗਾ, ਪਰ ਮੇਰੀ ਇਹ ਵੀ ਤਾਂ ਡਿਊਟੀ ਬਣਦੀ ਹੈ ਮੈਂ ਉਹਨੂੰ ਇਨਫਾਰਮ ਕਰਾਂ ਜੇ ਕੋਈ ਹੋਰ ਡਿਵੈਲਪਮੈਂਟ ਹੋਈ ਹੈ। ਮੈਂ ਸਰ ਇੱਕ ਤੇ ਤੁਹਾਡੇ ਧਿਆਨ 'ਚ ਲਿਆ ਦਿਆਂ ਵੀ ਅੱਜ ਉਹਨਾਂ ਪਿੰਡਾਂ ਦੇ ਪ੍ਰੋਗਰਾਮ 3 ਵਜੇ ਖਹਿਰਾ ਸਾਹਿਬ ਨੇ ਵੀ ਰੱਖਿਆ ਹੈ। ਇਹ ਸਵੇਰੇ 8:30 ਤੇ 9 ਦੇ ਵਿਚਾਲੇ ਜਿਹਦੀ ਗੱਲ ਹੈਗੀ ਹੈ। ਮੈਨੂੰ ਉਹਨਾਂ ਦਾ ਪ੍ਰੋਮਪਟ ਜਿਹੜਾ ਰਿਐਕਸ਼ਨ ਸੀ ਬੜਾ ਮੈਨੂੰ ਐਂ ਲੱਗਿਆ ਯਾਰ ਐਂ ਵੀ ਸੀਨੀਅਰ ਲੀਡਰ ਬਿਹੇਵ ਕਰਦੇ ਹੁੰਦੇ ਨੇ। ਉਹ ਕਿਤੋਂ ਪੁੱਛ ਕੇ ਜਾ ਰਿਹਾ। ਮੈਂ ਕਿਹਾ ਜੀ ਹੁਣ ਉਹ LOP ਹੈਗਾ ਤੇ ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਮੈਨੂੰ ਕੀ ਪਤਾ ਤੁਸੀਂ ਕਿਤੋਂ ਪੁੱਛ ਕੇ ਆਉਣਾ ਹੁੰਦਾ, ਆਪ ਹੀ ਆਉਣਾ ਹੁੰਦਾ ਕਿ ਕਿਤੋਂ ਪੁੱਛਣਾ ਹੁੰਦਾ। ਨਹੀਂ ਗਏ, ਮੈਂ ਇੰਨਾ ਮਿਹਨਤ ਕੀਤੀ, ਇਹ ਕੀਤਾ, ਹੁਣ ਇਹ ਚੌਧਰਾਂ ਕਰਦੇ ਤੁਰੇ ਫਿਰਦੇ ਨੇ, ਉਹ ਕਿਵੇਂ ਜਾ ਸਕਦਾ, ਕੋਈ ਉਹ ਨਹੀਂ ਕਰੂਗਾ, ਕੋਈ ਇੰਤਜ਼ਾਮ ਨਹੀਂ। ਮੈਂ ਕਿਹਾ ਜੀ ਗੱਲ ਸੁਣੋ ਮੇਰੀ, ਦੇਖੋ ਤੁਸੀਂ ਸੀਨੀਅਰ ਲੀਡਰ ਹੋ, ਤੁਸੀਂ ਆਪ 'ਚ ਗੱਲ ਕਰ ਲਓ, ਮੈਨੂੰ ਕਿਉਂ ਕਹੀ ਜਾਂਦੇ ਹੋ। ਮੈਂ ਤਾਂ ਹਲਕੇ ਤੋਂ ਵਧਾਏਗਾ। ਮੈਂ ਇਹ ਕਹਿ ਕੇ ਖਹਿੜਾ ਛਡਾਇਆ। ਉਦੋਂ ਬਾਅਦ 10-15 ਮਿੰਟਾਂ ਬਾਅਦ ਖਹਿਰਾ ਸਾਹਿਬ ਦਾ ਮੈਨੂੰ ਫੋਨ ਆ ਗਿਆ। ਮੈਨੂੰ ਕਹਿੰਦੇ ਮਾਨਸ਼ਾਹ ਸਾਹਿਬ ਇਹ ਕਹਿੰਦੇ ਭਗਵੰਤ ਮਾਨ ਯਾਰ ਕਿਹੋ ਜਿਹਾ ਬੰਦਾ ਹੈ। ਮੈਂ ਕੀ ਗੱਲ ਜੀ,
ਕਹਿੰਦੇ ਯਾਰ ਮੇਰੇ ਨਾਲ ਸਵੇਰੇ ਹੀ ਲੜਨਾ ਸ਼ੁਰੂ ਹੋ ਗਿਆ ਤੇ ਤੂੰ ਕਰਕੇ ਗੱਲਾਂ ਕਰਦਾ ਨੌਨਸੈਂਸ ਬਿਹੇਵੀਅਰ ਕਰੀ ਜਾਂਦਾ ਤੇ ਮੈਂ ਤਾਂ ਉਹਦਾ ਫੋਨ ਕੱਟਤਾ ਮੈਂ ਕਿਹਾ ਜੀ ਮੈਨੂੰ ਫੋਨ ਆਇਆ ਸੀਗਾ ਮੈਂ ਤਾਂ ਉਹਨੂੰ ਇਹੀ ਕਿਹਾ ਸੀ ਵੀ ਤੁਸੀਂ ਸਿੱਧੀ ਗੱਲ ਕਰ ਲਓ ਜੀ ਮੈਨੂੰ ਕਾਹਨੂੰ ਵਿੱਚ ਪਾਉਣੇ ਹੋ ਮੈਨੂੰ ਕਾਹਨੂੰ ਬੁਰਾ ਭਲਾ ਬੋਲੀ ਜਾਂਦੇ ਹੋ ਉਦੋਂ ਬਾਅਦ ਜਿਹੜੀ ਮਤਲਬ ਕਿ 5 ਮਿੰਟਾਂ ਬਾਅਦ ਹੀ ਮਾਨ ਸਾਹਿਬ ਦਾ ਫੋਨ ਆ ਗਿਆ ਮਾਨ ਸ਼ਾਹ ਸਾਹਿਬ ਪ੍ਰੋਗਰਾਮ ਕੈਂਸਲ ਕਰ ਦਿਓ ਕੋਈ ਪ੍ਰੋਗਰਾਮ ਨਹੀਂ ਕਰਾਉਣਾ ਮੈਂ ਸਰ ਮੈਂ 2 ਵਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਲਾ ਚੁੱਕਿਆ 2 ਵਾਰੀ ਪ੍ਰੈਸ ਨੂੰ ਲਾ ਚੁੱਕਿਆ 2 ਵਾਰੀ ਆਪਣੇ ਵਲੰਟੀਅਰਸ ਨੂੰ ਲਾ ਚੁੱਕਿਆ ਹੁਣ ਜੇ ਮੈਂ ਕੈਂਸਲ ਕਰਦਾ ਜਾਂ ਕੋਈ ਹੋਰ ਹੈ ਆਪਣੀ ਪਾਰਟੀ ਦੀ ਬਦਨਾਮੀ ਬਹੁਤ ਹੋਊਗੀ ਜੇ ਮੈਂ ਨਾ ਵੀ ਦੱਸਾਂ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਵੀ ਕਿਉਂ ਹੋਈ ਠੀਕ ਹੈ ਨਾ ਜੀ ਇਹ ਇਨਡਿਸਪਲਿਨ ਜਾਂ ਕ੍ਰੀਏਟ ਹੋ ਜਾਊਗਾ ਸਾਨੂੰ ਕਰ ਲੈਣ ਦਿਓ ਨਾ ਹਜੇ ਤਾਂ 8:30-9 ਵਜੇ ਦਾ ਟਾਈਮ ਹੈ ਤੁਸੀਂ ਦਿੱਲੀ ਤੋਂ ਚੱਲਣਾ ਹੀ ਹੈ ਤੁਸੀਂ ਆ ਜਾਓ ਉੱਥੇ ਸਿੱਧੀ ਦੋਨੇ ਲੀਡਰ ਇਕੱਠੇ ਹੀ ਦੇਖ ਲਓ ਤੇ ਨਹੀਂ ਤਾਂ ਫਿਰ ਮੈਨੂੰ ਪ੍ਰੋਗਰਾਮ ਤਾਂ ਕਰਾਉਣਾ ਹੀ ਪੈਣਾ ਜਿਵੇਂ ਟਾਈਮ ਦੇ ਚੁੱਕਿਆ ਨਹੀਂ ਕੈਂਸਲ ਕਰੋ ਮੈਂ ਸਰ ਸੌਰੀ ਹੁਣ ਪਲੀਜ਼ ਮੈਨੂੰ ਕੈਂਸਲ ਕਰ ਲਈ ਨਾ ਕਹੋ ਇਹ ਕਹਿ ਕੇ ਚਲੋ ਉਹਨਾਂ ਨੇ ਫੋਨ ਕੱਟਤਾ ਤੇ ਪ੍ਰੋਗਰਾਮ ਅਸੀਂ ਕਰਾ ਲਿਆ ਤੇ ਦੂਜੇ ਦਿਨ ਜਾਣੀ ਮਤਲਬ ਕਿ ਉਹਨੇ ਤਾਂ ਕਿਹੜਾ ਆਉਣਾ ਸੀ ਕੀ ਆਉਣਾ ਸੀ ਕੁਛ ਇਸ ਤਰ੍ਹਾਂ ਦੀ ਇੰਸੀਡੈਂਟਸ ਜਿਹੜੀ ਸੁਜੈਸਟ ਕਰਦੀਆਂ ਫਿਰ ਮੈਨੂੰ ਲੱਗਿਆ ਵੀ ਜਿਹੜਾ ਫੂਲਕਾ ਸਾਹਿਬ ਕਹਿੰਦੇ ਸੀ ਉਹ ਗੱਲ ਸਹੀ ਕਹਿੰਦੇ ਸੀ ਵੀ ਇਹ ਦਾਰੂ ਪੀ ਕੇ ਲੋਕਾਂ ਨਾਲ ਮਿਸਬਿਹੇਵ ਕਰਦਾ ਹੈ ਠੀਕ ਹੈ ਜਿਹਦੇ ਕਰਕੇ ਲੋਕ ਪਾਰਟੀ ਛੱਡ ਕੇ ਜਾਂਦੇ ਨੇ ਸੁਖਪਾਲ ਖਹਿਰਾ ਦਾ ਵੀ ਇਹੀ ਕਾਰਨ ਬਣਿਆ ਖਹਿਰਾ ਸਾਹਿਬ ਦਾ ਇਹੀ ਬਣਿਆ ਉਦੋਂ ਪਹਿਲਾਂ ਤਾਂ ਉਹਨਾਂ ਨੂੰ ਕੱਢਣ ਤੋਂ ਪਹਿਲਾਂ ਜਾਣੀ ਉਹਨਾਂ ਦਾ ਆਪਸੀ ਤੌਰ ਤੇ ਜਿਹੜਾ ਹੈਗਾ ਕੁਛ MLAs ਜਿਹੜੇ ਭਗਵੰਤ ਮਾਨ ਦੇ ਨੇੜੇ ਸਮਝਦੇ ਸੀ ਆਪਦੇ ਆਪ ਨੂੰ ਕੁਛ ਵਲੰਟੀਅਰਸ ਜਿਹੜੇ ਉਹਦੇ ਨੇੜੇ ਸਮਝਦੇ ਸੀ ਉਹ ਖਹਿਰਾ ਸਾਹਿਬ ਦੀ ਕਲੋ ਹੁਕਮਾਂ ਦੀ ਜਾਂ ਉਹ ਜੇ ਕੋਈ ਦਿੰਦੇ ਸੀ ਡਾਇਰੈਕਸ਼ਨ ਉਹਦੀ ਉਲੰਘਣਾ ਕਰਨ ਲੱਗ ਗਏ ਸੀ ਜੇ ਉਹਨਾਂ ਨੇ ਕਹਿਣਾ ਵੀ ਇੱਥੇ ਆਪਾਂ ਪ੍ਰੋਗਰਾਮ ਕਰਨਾ ਹੈ ਉਹ ਆਉਂਦੇ ਹੀ ਨਹੀਂ ਸੀ ਤੇ ਉਹਦੇ ਨਾਲ ਕੀ ਹੋਇਆ ਵੀ ਜਿਹੜੇ ਖਹਿਰਾ ਸਾਹਿਬ ਦੇ ਨਾਲ ਮਾੜੇ ਮੋਟੇ ਜੁੜੇ ਸੀ ਉਹ ਉਧਰੋਂ ਮਿਸ ਕਰਨ ਲੱਗ ਗਏ ਵੀ ਠੀਕ ਹੈ ਜੀ ਅਸੀਂ ਵੀ ਫਿਰ ਨਹੀਂ ਆਉਂਦੇ ਜਾਂ ਕੋਈ ਹੋਰ ਹੈ ਪਾਰਟੀ 'ਚ ਇਸ ਤਰ੍ਹਾਂ ਦਾ ਮਾਹੌਲ ਜਿਹਾ ਬਣ ਗਿਆ ਵੀ ਐਂ ਲੱਗਣ ਲੱਗ ਗਿਆ ਵੀ ਇਹ ਪਾਰਟੀ ਹੈ ਕਿ ਕੀ ਹੈ ਤਾਂ ਮੈਨੂੰ ਯਾਦ ਹੈ 2018 ਦਾ ਇਹ ਮੇਰੇ ਖਿਆਲ 'ਚ ਮਈ ਜੂਨ ਜਿਹਦਾ ਮਹੀਨਾ ਹੋਣਾ ਹੈ 1 ਸਾਲ ਬਾਅਦ ਦੀ ਗੱਲ ਹੈ ਉਹ ਜਿਹੜਾ ਪਹਿਲਾਂ ਮੈਂ ਇੰਸੀਡੈਂਟ ਦੱਸਿਆ ਤੁਹਾਨੂੰ ਡਾਕਟਰ ਬਲਵੀਰ ਸਿੰਘ ਪਟਿਆਲੇ ਵਾਲੇ ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਔਨ ਦਾ ਵੇ ਟੂ ਚੰਡੀਗੜ੍ਹ ਸੀ ਮੈਂ ਹਜੇ ਪਟਿਆਲੇ ਤੋਂ ਪਿੱਛੇ ਸੀ ਮੈਨੂੰ ਕਹਿੰਦੇ ਨਾਜ਼ਰ ਸਿੰਘ ਜੀ ਤੁਸੀਂ ਯਾਰ ਪੜ੍ਹੇ ਲਿਖੇ ਬੰਦੇ ਹੋ ਤੇ ਪਾਰਟੀ 'ਚ ਆਪਣੇ ਕੀ ਹੋਈ ਜਾਂਦਾ ਹੈ ਮੈਂ ਸਰ ਮੈਂ ਤਾਂ ਪਰੇਸ਼ਾਨ ਹਾਂ ਇਹਨਾਂ ਗੱਲਾਂ ਨੂੰ ਲੈ ਕੇ ਤੇ ਕਹਿੰਦੇ ਤੁਸੀਂ ਕੁਛ ਕਰਾਓ ਯਾਰ ਟਿਕਾ ਪੈਚਅਪ ਕਰਾਓ ਤੁਸੀਂ MLA ਵੀ ਹੋ ਪੜ੍ਹੇ ਲਿਖੇ ਬੰਦੇ ਹੋ ਸੀਨੀਅਰ ਚਲੋ ਏਜ 'ਚ ਵੀ ਮੈਂ 2-3 ਬੰਦਿਆਂ ਨੂੰ ਛੱਡ ਕੇ ਸੀਨੀਅਰ ਹੀ ਸੀਗਾ ਤੇ ਮੈਂ ਜੀ ਕੋਈ ਗੱਲ ਨਹੀਂ ਮੈਂ ਗੱਲ ਕਰਦਾ ਜੇ ਤੁਸੀਂ ਹੈਗੇ ਹੋ ਮੈਂ ਚਲੋ ਮੇਰੇ ਕੋਲ ਟਾਈਮ ਹੈਗਾ ਮੈਂ ਇੱਧਰ ਦੀ ਤੁਹਾਡੇ ਵੱਲ ਹੋ ਜਾਣਾ ਅਸੀਂ ਘੰਟਾ ਕੁ ਗੱਲਬਾਤ ਕੀਤੀ ਪਟਿਆਲੇ ਬੈਠ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਪੈਚਅਪ ਕਰਾਓ ਚਲੋ ਮੈਂ ਜੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗਾ ਤੇ ਜਦੋਂ ਮੀਟਿੰਗਾਂ ਹੋਣ ਤੋਂ ਬਾਅਦ ਅਸੀਂ ਸਾਰੇ MLA ਇਕੱਠੇ ਹੋਏ ਉੱਥੇ ਵਿਧਾਨ ਸਭਾ ਆਫਿਸ 'ਚ ਅਸੀਂ ਤਕਰੀਬਨ ਹੋ ਹੀ ਜਾਂਦੇ ਸੀ ਆਏ ਵਾਰੀ 17-18 ਕਿਉਂਕਿ ਉਹਦੇ ਹਰੇਕ MLA ਕੋਈ ਨਾ ਕੋਈ ਕਮੇਟੀ ਦਾ ਮੈਂਬਰ ਹੁੰਦਾ ਉਹ ਆਉਂਦਾ ਤਾਂ ਮੈਨੂੰ ਜਦੋਂ ਖਹਿਰਾ ਸਾਹਿਬ ਗੱਲਾਂ ਬਾਤਾਂ ਜਿਹੀਆਂ ਕਰਕੇ ਕਹਿੰਦੇ ਵੀ ਕਿਸੇ ਨੇ ਕੋਈ ਸੁਝਾਅ ਦੇਣਾ ਹੋਵੇ ਮੈਂ ਜੀ ਇੱਕ ਗੱਲ ਹੈਗੀ ਹੈ ਵੀ ਆਪਾਂ ਜੇ 20 ਦੇ 20 ਬੰਦੇ ਇਕੱਠੇ ਰਹਾਂਗੇ ਤਾਂ ਆਪਣਾ ਕੁਛ ਅਗਲੀ ਇਲੈਕਸ਼ਨ 'ਚ ਬਣ ਸਕਦਾ ਹੈ ਪਰ ਜਿਸ ਤਰੀਕੇ ਨਾਲ ਆਪਾਂ ਅਲੱਗ-ਅਲੱਗ ਜੇ ਪਾਸੇ ਨੂੰ ਮੂੰਹ ਕਰ ਰੱਖ ਛੱਡੇ ਨੇ ਇਹਦੇ ਨਾਲ ਆਪਾਂ ਸਾਰੇ ਹੀ ਜਾਵਾਂਗੇ ਜੀ ਪਾਰਟੀ ਵੀ ਨਹੀਂ ਰਹਿਣੀ ਆਪਾਂ ਵੀ ਨਹੀਂ ਰਹਿਣੇ ਇਹਦੇ ਨਾਲ ਵਧੀਆ ਹੈ ਵੀ ਜੇ ਆਪਾਂ ਬੈਠ ਕੇ ਕੋਈ ਗੱਲਬਾਤ ਕਰਕੇ ਮੈਨੂੰ ਇਹ ਨਹੀਂ ਦੱਸਿਆ ਵੀ ਮੈਨੂੰ ਡਾਕਟਰ ਸਾਹਿਬ ਨੇ ਕੀ ਕਿਹਾ ਜਾਂ ਮੈਨੂੰ ਮਿਲ ਕੇ ਆਇਆ ਜਾਂ ਕੋਈ ਹੋਰ ਹੈ ਕੁਛ ਗੱਲਾਂ ਇਹ ਹੁੰਦੀਆਂ ਜੋ ਤੁਸੀਂ ਕਿਸੇ ਹਿੱਤ 'ਚ ਕਰਨੀਆਂ ਹੁੰਦੀਆਂ ਨਾ ਦੱਸਣ ਦੀ ਬਹੁਤੀ ਲੋੜ ਨਹੀਂ ਹੁੰਦੀ ਤੇ ਮੈਂ ਜੀ ਉਹ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਮੈਨੂੰ ਕਹਿੰਦੇ ਫਿਰ ਤੁਸੀਂ ਕਰਾਓ ਮੈਂ ਜੀ ਕੋਈ ਗੱਲ ਨਹੀਂ ਮੈਂ ਕਰਾ ਦੂੰਗਾ ਤੇ ਕਹਿੰਦੇ ਅੱਜ ਦੀ ਪ੍ਰੋਸੀਡਿੰਗ 'ਚ ਲਿਖ ਲੈਂਦੇ ਤੁਹਾਨੂੰ ਕੋਆਰਡੀਨੇਟਰ ਬਣਾ ਦਿੰਦੇ ਆ ਮੈਂ ਨਹੀਂ ਜੀ ਲਿਖਣਾ ਕੁਛ ਨਹੀਂ ਦੱਸਣਾ ਕੁਛ ਨਹੀਂ ਵੈਸੇ ਅੰਦਰ ਖਾਤੇ ਕਰ ਦੂੰਗਾ ਮੈਂ ਗੱਲ ਇਹ ਵੀ ਉਹਦੇ ਨਾਲ ਤਾਂ ਸਮਾਂ ਹੋਰ ਤਰ੍ਹਾਂ ਦੀ ਫਾਈਟ ਜੀ ਸ਼ੁਰੂ ਹੋ ਜਾਂਦੀ ਉਹਨੂੰ ਕਿਉਂ ਬਣਾਤਾ ਉਹ ਕਿਉਂ ਕੀਤਾ ਐਂ ਕਿਉਂ ਕੀਤਾ ਪਰ ਉਹਦੇ ਲਈ ਮੈਂ ਜੀ ਮੈਂ 2 ਬੰਦੇ ਹੋਰ ਲਊਂਗਾ MLA ਨਾਲ ਉਹਨਾਂ ਨੇ ਇੱਕੇ ਦਮ ਜਣੀ ਕਹਤਾ ਤੁਸੀਂ ਐਂ ਕਰੋ ਜੀ ਮਾਸਟਰ ਬਲਦੇਵ ਸਿੰਘ ਨੂੰ ਲੈ ਲਓ ਮੈਂ ਸੋਚਿਆ ਮੈਂ ਇਹ ਮਾਸਟਰ ਬਲਦੇਵ ਸਿੰਘ ਜੀ ਤਾਂ ਤੁਹਾਡੇ ਨਾਲ ਹੀ ਨੇ ਠੀਕ ਹੈ ਨਾ ਤੇ ਉਹਨਾਂ ਬੰਦਿਆਂ ਨੂੰ ਲਈਏ ਦਿਲ 'ਚ ਸੋਚਿਆ ਵੀ ਜਿਨ੍ਹਾਂ ਨਾਲ ਮਤਭੇਦ ਹੈ ਗੱਲ ਜਿਨ੍ਹਾਂ ਨਾਲ ਕਰਨੀ ਹੈ ਆਪਦੇ ਨਾਲ ਹੁਣ ਜੇ ਆਪਾਂ ਦੋਨੇ ਬੈਠੇ ਹਾਂ ਆਪਣੀ ਆਪ ਦੀ ਵਧੀਆ ਦੋਸਤੀ ਹੈ ਅਸੀਂ ਪੈਚਅਪ ਕੀ ਕਰਨਾ ਹੈ ਪੈਚਅਪ ਤਾਂ ਅਸੀਂ ਉਸ ਬੰਦੇ ਨਾਲ ਕਰਨਾ ਜਿਹਦੇ ਨਾਲ ਮਤਭੇਦ ਹੈ ਤਾਂ ਫਿਰ ਉਹਨਾਂ 'ਚੋਂ ਬੰਦਾ ਲਈਏ ਕੋਈ ਮੈਨੂੰ ਕਹਿੰਦੇ ਫਿਰ ਮੈਂ ਜੀ ਹੋਰ ਚਲੋ ਮੈਂ ਇਹ ਨਹੀਂ ਕਿਹਾ ਵੀ ਇਹਨੂੰ ਓਬਜੈਕਸ਼ਨ ਹੈ ਮੈਨੂੰ ਵੀ ਕੋਈ ਗੱਲ ਨਹੀਂ ਤੁਸੀਂ ਲੈ ਲਓ ਪਹਿਲਾਂ ਉਹਨੇ ਕਮਾਲੂ ਸਾਹਿਬ ਦਾ ਤੇ ਬਲਦੇਵ ਸਿੰਘ ਦਾ ਨਾਂ ਲਿਆ ਸੀਗਾ ਮੈਂ ਚਲੋ ਜੀ ਮੈਂ 2 ਹੋਰ ਲੈਣਾ ਚਲੋ 5 ਹੋ ਜਾਣਗੇ 2 ਮਰਜ਼ੀ ਨਾਲ ਲੈ ਲੈਣਾ ਮੈਂ ਕਹਿੰਦੇ ਦੱਸੋ ਮੈਂ ਜੀ ਮੈਂ ਬੀਬਾ ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾ ਕਿਉਂਕਿ ਇਹ ਥੋੜ੍ਹਾ ਜਿਹਾ ਭਗਵੰਤ ਮਾਨ ਦੀ ਨੇੜਤਾ ਵਾਲੇ ਗਰੁੱਪ 'ਚ ਸੀਗੇ ਵੀ ਉਹਨਾਂ ਨੂੰ ਲੈ ਲਈਏ ਯਾਰ ਅਸੀਂ ਬੈਠ ਕੇ ਕੋਈ ਗੱਲਬਾਤ ਤਾਂ ਕਰਾ ਦਿਆਂਗੇ ਦੋਨਾਂ ਪਾਸੇ ਠੀਕ ਹੈ ਤੇ ਮੈਂ ਕਿਸੇ ਨੂੰ ਨਹੀਂ ਦੱਸਿਆ ਵੀ ਇਹਦੇ ਪਿੱਛੇ ਬੈਕਗਰਾਊਂਡ ਕੀ ਹੈ ਚਲੋ ਕਮੇਟੀ ਬਣ ਗਈ
ਅਸੀਂ ਥੋੜ੍ਹੇ ਦਿਨਾਂ ਬਾਅਦ ਉਹਦੇ ਨਾਲ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਕੇ ਇਹ ਸਾਰੇ ਉਹ ਤੋਂ ਸਵਾਲ ਪੁੱਛੇ ਵੀ ਦੱਸੋ ਕੀ ਕਾਰਨ ਹੈ ਜਿਹਦੇ ਕਰਕੇ ਤੁਸੀਂ ਉਹਨਾਂ ਨਾਲ ਬੇਪਸੰਦਗੀ ਕਰਦੇ ਹੋ ਜਾਂ ਕੋਈ ਨਾਰਾਜ਼ ਹੋ, ਉਹ ਦੂਰੀ ਕਰੀਏ। ਚਲੋ ਉਹਨਾਂ ਨੇ ਆਪਦੇ ਕੁਛ ਕਾਰਨ ਦੱਸੇ ਜਿਹਦੇ ਵਿੱਚੋਂ ਕੁਛ ਜਾਇਜ਼ ਵੀ ਸੀ, ਕੁਛ ਚਲੋ ਬੰਦੇ ਨੂੰ ਲੱਗਦਾ ਹੁੰਦਾ, ਸਾਨੂੰ ਲੱਗਿਆ ਵੀ ਕੋਈ ਖਾਸ ਗੱਲ ਨਹੀਂ। ਤਾਂ ਮੇਰੀ ਸਟ੍ਰੈਟੇਜੀ ਇਹ ਸੀ ਵੀ ਇੱਕ ਮੀਟਿੰਗ ਤਾਂ ਡਾਕਟਰ ਬਲਵੀਰ ਸਿੰਘ ਨਾਲ ਕਰ ਲਾਂ ਇਸ ਤਰ੍ਹਾਂ ਦੀ। 5 ਅਸੀਂ ਬੰਦੇ ਸੀ, 5 ਭਗਵੰਤ ਮਾਨ ਜੀ ਨੇ ਨੋਮੀਨੇਟ ਕਰਤੇ ਵੀ ਸਾਡੇ ਜੋਨਲ ਇੰਚਾਰਜ ਵੀ ਵਿੱਚ ਲਓ। ਦੱਸੋ ਇਹ ਕੋਈ ਇਸ ਤਰ੍ਹਾਂ ਦੀ ਕਮੇਟੀ ਬਣੀ ਸੀ ਜਿਹੜੀ ਕੋਈ ਐਗਜ਼ੈਕਟਿਵ ਕਮੇਟੀ ਸੀ ਜਿਹਦੇ ਵਿੱਚ ਲਵਾਂ? ਇੱਕ ਕੋਆਰਡੀਨੇਸ਼ਨ ਕਰ ਰਹੇ ਹਾਂ, ਪੈਚ ਅਪ ਕਰ ਲਈ, ਜਿੰਨੇ ਕਰੀ ਜਾਂਦੇ ਠੀਕ ਹੈ। ਤੇ ਚਲੋ ਉਹ 5 ਵੀ ਮੈਂ ਵਿੱਚ ਬੁਲਾ ਲਏ ਵੀ ਇਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ। ਪਰ ਉਹਨਾਂ ਦਾ ਜਾਣੀ ਕੁਛ ਉਹਨਾਂ ਦੇ ਵੀ ਆਬਜੈਕਸ਼ਨ ਸੀ ਖਹਿਰਾ ਸਾਹਿਬ ਦੇ ਵਿਰੁੱਧ 5 ਦੇ। ਅਸੀਂ ਚਲੋ ਫਿਰ ਵੀ ਮੈਂ ਸਾਰੇ ਨੋਟ ਵੀ ਕਰ ਲਏ ਵੀ ਕੋਈ ਗੱਲ ਨਹੀਂ ਜੀ, ਗੱਲ ਕਰਾਂਗੇ। ਮੇਨ ਤਾਂ ਇਹੀ ਸੀ ਵੀ ਉਹ ਜੀ ਪ੍ਰੋਗਰਾਮ ਰੱਖਦਾ ਕੋਈ ਸਾਨੂੰ ਪੁੱਛਦਾ ਨਹੀਂ ਜੀ, ਇਹ ਨਹੀਂ ਜੀ, ਇਸ ਤਰ੍ਹਾਂ ਦੀ ਹੋ ਸਾਰਾ। ਤੇ ਉਸ ਤੋਂ ਬਾਅਦ ਫਿਰ ਅਸੀਂ ਖਹਿਰਾ ਸਾਹਿਬ ਨਾਲ ਵੀ ਗੱਲ ਕੀਤੀ। ਇਹ ਮੇਰੀ ਆਦਤ ਹੈ ਜਦੋਂ ਆਪਾਂ ਕਿਸੇ ਨਾਲ ਪੈਚ ਅਪ ਕਰ ਰਹੇ ਹਾਂ ਜਾਂ ਕੋਈ ਹੋਰ ਨੇੜਤਾ ਆਪਣੀ ਆਪਸ ਦਿਲੇ ਮਿਲੇ ਹੋਵੇ, ਹੋਰ ਕੋੜੀ ਗੱਲ ਵੀ ਕਹਿ ਦਿਓ, ਕੋਈ ਐਸੀ ਗੱਲ ਨਹੀਂ। ਕੁਛ ਗੱਲਾਂ ਮੈਂ ਖਹਿਰਾ ਸਾਹਿਬ ਨੂੰ ਕਹੀਆਂ ਵੀ ਉਹਨਾਂ ਦੇ ਸਾਹਮਣੇ ਵੀ, ਤੇ ਪਲੱਸ ਜਾਣੀ ਕੁਛ ਉਹਨਾਂ ਦੀ ਆਬਜੈਕਸ਼ਨ ਵੀ ਨੋਟ ਕੀਤੇ। ਤੇ ਅਗਲੀ ਮੇਰੀ ਸਟ੍ਰੈਟੇਜੀ ਇਹ ਸੀ ਵੀ ਅਸੀਂ 10 ਮੈਂਬਰ ਬੈਠ ਕੇ ਹੁਣ ਵੀ ਪ੍ਰੋਬਲਮ ਮੇਨ ਇਹ ਸੀਗੀ ਵੀ ਇੱਕ ਦੂਜੇ ਨੂੰ ਕੋਈ ਪੁੱਛਦਾ ਨਹੀਂ ਵੀ ਯਾਰ ਪਾਰਟੀ ਦੇ ਕੋਈ ਮਰਜ਼ਾਦਾ ਜੀ ਬਣਾ ਲਈਏ, ਡੂਜ਼ ਐਂਡ ਡੋਂਟਸ ਬਣਾ ਲਈਏ ਵੀ ਜੇ ਕਿਸੇ ਨੇ ਮੀਟਿੰਗ ਰੱਖਣੀ ਹੈ ਕਿਹਦਾ ਅਧਿਕਾਰ ਹੈ ਮੀਟਿੰਗ ਰੱਖਣ ਦਾ, ਤੇ ਜਿਹਦਾ ਅਧਿਕਾਰ ਹੈ ਉਹ ਕਿਹਦੋਂ ਪੁੱਛ ਕੇ ਰੱਖੂਗਾ। ਫਿਰ ਵੀ ਜੇ ਆਪਾਂ ਇਕੁਅਲ ਰੈਂਕ ਦੇ ਵੀ ਹਾਂ, ਉਹਨਾਂ ਨੂੰ ਵੀ ਤਾਂ ਇੱਕ ਦੂਜੇ ਨਾਲ ਸਲਾਹ ਤਾਂ ਕਰਨੀ ਬਣਦੀ ਹੈ ਵੀ ਇਸ ਦਿਨ ਮੀਟਿੰਗ ਰੱਖਣੀ ਚਾਹੁੰਦੇ ਹਾਂ, ਆਪਾਂ ਰੱਖ ਲਈਏ। ਦੂਜਾ ਬੰਦਾ ਕਹਿੰਦਾ ਠੀਕ ਹੈ ਜੀ ਉਹਦੇ ਤਾਂ ਮੈਂ ਇੱਥੇ ਹੋਣਾ ਨਹੀਂ, ਆਪਾਂ ਇੱਕ ਦਿਨ ਇੱਧਰ ਰੱਖ ਲਈਏ ਉੱਧਰ ਰੱਖ ਲਈਏ। ਇਸ ਨੇ ਸਲਾਹ ਮਸ਼ਵਰੇ ਤਾਂ ਕਰਨੇ ਹੁੰਦੇ ਨੇ, ਤਾਂ ਘਰਾਂ 'ਚ ਵੀ ਕਰਦੇ ਹਾਂ ਆਪਾਂ। ਕੋਈ ਵੀ ਪ੍ਰੋਗਰਾਮ ਤੈਅ ਕਰਨਾ ਹੈ ਆਪਾਂ ਦੋਸਤਾਂ ਮਿੱਤਰਾਂ 'ਚ ਵੀ ਕਰਦੇ ਹਾਂ। ਤੇ ਵੀ ਇੱਕ ਤਾਂ ਉਹ ਡੂਜ਼ ਐਂਡ ਡੋਂਟਸ ਬਣਾ ਕੇ ਸਾਰਿਆਂ ਨੂੰ ਸਰਕੂਲੇਟ ਕਰ ਦਈਏ ਵੀ ਅੱਗੇ ਤੋਂ ਜੇ ਕੋਈ ਮੀਟਿੰਗ ਰੱਖੂਗਾ ਕੌਣ ਕੌਣ ਰੱਖ ਸਕਦਾ ਹੈ। ਨੰਬਰ 2 ਉਹਦੀ ਡਿਊਟੀ ਕਿਹਦੀ ਹੈ, ਕਿਹਦੋਂ ਪੁੱਛ ਕੇ ਰੱਖਣੀ, ਤੇ ਫਿਰ ਉਹਨੇ ਕਿਹਨੂੰ ਇੰਟੀਮੇਟ ਆਪ ਕਰਨਾ ਹੈ। ਹੁਣ ਤਾਂ ਕਈ ਵਾਰੀ ਇਹ ਕਹਿੰਦੇ ਸੀ MLA ਕਹਿੰਦਾ ਮੈਨੂੰ ਤਾਂ ਯਾਰ ਉਹਦੇ ਹਲਕੇ 'ਚੋਂ ਪਤਾ ਲੱਗਿਆ ਵਰਕਰਾਂ ਤੋਂ ਵੀ ਕੱਲ੍ਹ ਨੂੰ ਮੀਟਿੰਗ ਹੈ, ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ। ਤਾਂ ਇਹ ਮਾੜੀ ਗੱਲ ਵੀ ਹੈ, ਮਰਜ਼ਾਦਾ ਦੇ ਅਗੇਂਸਟ ਹੈ ਵੀ ਸਾਰੇ ਪ੍ਰੋਪਰਲੀ ਉਹਨੂੰ ਮੈਸੇਜ ਲੱਗੇ, ਕੌਣ ਲਾਵੇ, ਉਹਦੀ ਜ਼ਿੰਮੇਵਾਰੀ ਹੋਵੇ। ਹਾਂਜੀ ਹਾਂ। ਤੇ ਉਹਦੇ ਵਿੱਚ ਹੱਲ ਇਹ ਨਿਕਲਿਆ ਜੀ ਵੀ ਉਹ ਮੇਰੇ ਖਿਆਲ 'ਚ ਤਾਂ ਚਾਹੁੰਦੇ ਨਹੀਂ ਸੀ ਭਗਵੰਤ ਮਾਨ ਜੀ ਪੈਚਅਪ ਹੋਵੇ। ਤਾਂ ਉਹਨਾਂ 'ਤੇ ਪਹਿਲਾਂ ਤਾਂ ਇੱਕ ਵੀਡੀਓ ਜੀ ਹੋਈ ਸੀ ਹੈ ਨਾ, ਹਾਈਲਾਈਟ ਵੀ ਜੀ ਉਹ ਖਹਿਰੇ ਦੇ ਪਰ ਨਿਕਲਿਆ ਜੀ, ਇਹ ਨਿਕਲਿਆ ਜੀ, ਉਹਦਾ ਕੱਦ ਛੋਟਾ ਕਰਨਾ ਪੈਣਾ ਜੀ, ਆ ਕਰਨਾ ਪੈਣਾ। ਕਿਸੇ ਸਾਡੇ ਵਰਕਰ ਨੇ ਉਹ ਵਾਇਰਲ ਕੀਤੀ, ਉਹਦਾ ਵੀ ਆਬਜੈਕਸ਼ਨ ਜਿਹਾ ਬਣਿਆ ਵੀ ਤਾਂ ਕਿ ਕੋਈ ਰਿਐਕਸ਼ਨ ਸ਼ੁਰੂ ਹੋਵੇ ਉਹ ਬਹਾਨਾ ਬਣਾ ਕੇ ਕੱਢ ਦਈਏ। ਚਲੋ ਉਹ 'ਤੇ ਅਸੀਂ ਉਹਨੂੰ ਚੁੱਪ ਵੀ ਰੱਖਿਆ, ਕੁਛ ਆਪ ਰਿਹਾ ਵੀ ਉਹ। ਤੇ ਉਦੋਂ ਬਾਅਦ ਉਹ 'ਤੇ ਇੱਕ ਲਿਫਾਫਾ ਲੈਣ ਦੇ ਐਲੀਗੇਸ਼ਨ ਵੀ ਲੱਗੇ। ਉੱਥੇ ਕੋਈ ਗਿਆ ਤਾਂ ਕਿਸੇ ਮੀਟਿੰਗ 'ਚ ਸੀ, ਉੱਥੇ ਵਿਆਹ ਦਾ ਕਾਰਡ ਦਿੱਤਾ ਕਿਸੇ ਨੇ, ਉਸੇ ਨੂੰ ਕੁਛ ਬੰਦਿਆਂ ਨੇ, ਉਹ ਤਾਂ ਡਾਕਟਰ ਬਲਵੀਰ ਸਿੰਘ ਦੀ ਐਲੀਗੇਸ਼ਨ ਲਾਉਂਦੇ ਸੀ ਖਹਿਰਾ ਸਾਹਿਬ ਤਾਂ ਵੀ ਉਹਨਾਂ ਨੇ ਕਿਹਾ ਮੀਡੀਆ 'ਚ, ਪਰ ਮੈਂ ਉਹਦੀ ਡੈਪਥ 'ਚ ਨਹੀਂ ਗਿਆ। ਚਲੋ ਐਨੀਵੇ ਉਦੋਂ ਬਾਅਦ ਅਸੀਂ ਮੀਟਿੰਗ ਕਾਲ ਕੀਤੀ ਵੀ ਆਪਾਂ 10 ਬੰਦੇ ਮੀਟਿੰਗ ਕਾਲ ਕਰਕੇ ਇਹਨੂੰ ਉਹ ਕਰ ਦਈਏ। ਖਹਿਰਾ ਸਾਹਿਬ ਦਾ ਮੈਨੂੰ ਹੀ ਫੋਨ ਆਇਆ ਮੇਰੇ 'ਤੇ ਐਲੀਗੇਸ਼ਨ ਲਾਈ ਜਾਂਦੇ ਆ, ਹੋਰ ਕਰੀ ਜਾਂਦੇ। ਮੈਂ ਖਹਿਰਾ ਸਾਹਿਬ ਕੋਈ ਗੱਲ ਨਹੀਂ, ਮੀਟਿੰਗ ਕਰਾਂਗੇ, ਉਹਦੇ ਵਿੱਚ ਤੁਹਾਡੇ ਇਹ ਪੁਆਇੰਟ ਵੀ ਰੱਖਾਂਗੇ ਤੇ ਅਸੀਂ ਡੂਜ਼ ਐਂਡ ਡੋਂਟਸ ਬਣਾਵਾਂਗੇ, ਕਿਉਂਕਿ ਮਰਜ਼ਾਦਾ ਤੈਅ ਕਰਕੇ ਉਦੋਂ ਬਾਅਦ ਆਪਾਂ ਇਹਦਾ ਹੱਲ ਪੱਕਾ ਕਰ ਦਿਆਂਗੇ। ਹੁਣ ਉਹਦੇ ਤੱਕ ਚਲੋ ਜਿਹਨੇ ਜੋ ਕਹਿਤਾ ਜਾਂ ਕੋਈ ਹੋਰ ਮਾਫ ਹੀ ਕਰੀਏ ਆਪਾਂ। ਤੇ ਦੂਜੇ ਦਿਨ ਮੈਂ ਸਾਰਿਆਂ ਨੂੰ ਪੁੱਛ ਕੇ 10 ਮੈਂਬਰਾਂ ਨੂੰ ਮੈਸੇਜ ਵੀ ਲਾਤੇ ਸੈਚਰਡੇ ਦੇ ਵੀ ਉੱਥੇ ਲੁਧਿਆਣਾ ਆਪਾਂ ਸਰਕਟ ਹਾਊਸ 'ਚ ਮੀਟਿੰਗ ਰੱਖ ਲਾਂਗੇ, ਸੈਂਟਰ ਪੁਆਇੰਟ ਹੈ। ਸਾਰਿਆਂ ਤੋਂ ਕੰਸੈਂਟ ਲੈ ਕੇ ਫਿਰ ਉਹ ਰਾਈਟਿੰਗ 'ਚ ਇੰਟੀਮੇਟ ਵੀ ਕਰਤਾ, ਵਰਬਲ ਵੀ ਕਰਤਾ, ਮੈਸੇਜ ਲਾਤੇ। ਪਰ ਦੂਜੇ ਦਿਨ ਜਾਣੀ 2 ਦਿਨ ਪਹਿਲਾਂ ਵੀਰਵਾਰ ਨੂੰ, ਸ਼ੁੱਕਰਵਾਰ ਨੂੰ ਫਿਰ ਜਾਣੀ ਮਤਲਬ ਕਿ ਮੈਨੂੰ ਮੈਸੇਜ ਆਇਆ, ਉਹਦਾ ਫੋਨ ਆਇਆ, ਆਪਣੇ ਇੱਥੋਂ ਸੰਗਰੂਰ ਤੋਂ ਸੀ ਮੁੰਡਾ ਜੋਨਲ ਇੰਚਾਰਜ। ਤੇ ਮੈਨੂੰ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਵੀ ਅਸੀਂ ਤਾਂ ਨਹੀਂ ਆਉਂਦੇ ਜੀ ਮੀਟਿੰਗ 'ਚ। ਮੈਂ ਕੀ ਗੱਲ ਹੋ ਗਈ? ਉਹ ਜੀ ਖਹਿਰਾ ਤਾਂ ਲਾਈਵ ਹੋ ਗਿਆ ਉਸ ਮਸਲੇ ਨੂੰ ਲੈ ਕੇ। ਮੈਂ ਕਿਹਾ ਯਾਰ ਜੋ ਵੀ ਹੈਗਾ ਆਪਾਂ ਉੱਥੇ ਵਿਚਾਰ ਲਾਂਗੇ, ਜੇ ਤੁਹਾਡਾ ਆਬਜੈਕਸ਼ਨ ਲੈ ਕੇ ਵੀ ਖਹਿਰੇ ਨੂੰ ਆਪਾਂ ਕੱਢਣਾ ਵੀ ਹੈ ਤਾਂ ਉਸ ਮੀਟਿੰਗ 'ਚ ਫੈਸਲਾ ਲੈ ਲਾਂਗੇ, ਜੇ ਕੋਈ ਹੋਰ ਕੋਈ ਸਜ਼ਾ ਦੇਣੀ ਉਹ 'ਚ ਲੈ ਲਾਂਗੇ, ਪਰ ਆਪਾਂ ਕੁਛ ਯਾਰ ਫਰੇਮ ਤਾਂ ਕਰ ਲਈਏ ਮਰਜ਼ਾਦਾ, ਆਪਾਂ ਮੀਟਿੰਗ ਤਾਂ ਕਰੀਏ। ਤੇ ਨਾ ਜੀ ਅਸੀਂ ਤਾਂ ਸਾਰੇ ਸਰਕਲ ਇੰਚਾਰਜਾਂ ਨੇ ਜਿਹੜਾ ਹੈਗਾ ਜੋਨਲ ਇੰਚਾਰਜਾਂ ਨੇ ਇਹ ਕਰ ਲਈ ਸਲਾਹ ਵੀ ਅਸੀਂ ਤਾਂ ਆਉਂਦੇ ਨਹੀਂ। ਮੈਂ ਕੁਲਦੀਪ ਸਿੰਘ ਢਾਲੀਵਾਲ ਸੀ ਸਾਡੇ ਅੰਮ੍ਰਿਤਸਰ ਦੇ, ਮੈਨੂੰ ਸਿਆਣਾ ਲੱਗਿਆ ਮੁੰਡਾ, ਮੈਂ ਕਿਹਾ ਚਲੋ ਉਹਦੇ ਨਾਲ ਗੱਲ ਕਰਦੇ ਹਾਂ। ਉਹਨੇ ਵੀ ਕੋਈ ਰਿਸਪੌਂਸ ਜਿਹਾ ਨਹੀਂ ਦਿੱਤਾ, ਘੰਟਾ ਫੋਨ ਕਰਦਾ ਰਿਹਾ ਮੈਂ ਉਹਨੂੰ, ਤੇ ਅਲਟੀਮੇਟਲੀ ਉਹ ਮੀਟਿੰਗ ਕੈਂਸਲ ਹੋ ਗਈ। ਤੇ ਉਸ ਤੋਂ ਬਾਅਦ ਅਗਲੇ ਜਿਸ ਦਿਨ ਮੀਟਿੰਗ ਕੈਂਸਲ ਹੋਈ ਆ ਉਸੇ ਦਿਨ ਉਹ ਵਿਆਹ ਜਿਹਦੇ ਕਾਰਡ ਦਾ ਉਹਨਾਂ 'ਤੇ ਇਲਜ਼ਾਮ ਸੀਗਾ, ਉਸੇ ਮੁੰਡੇ ਦੀ ਸਿਸਟਰ ਦੀ ਮੈਰਿਜ ਸੀ ਇੱਥੇ ਰਾਏਕੋਟ। ਅਸੀਂ ਉੱਥੇ ਇਕੱਠੇ ਹੋਏ, ਮੈਂ, ਮੀਤ ਹੇਅਰ, ਕੁਲਵੰਤ ਪੰਡੋਰੀ, ਪਿਰਮਲ ਸਿੰਘ, ਸ਼ਾਇਦ ਚਾਰੇ ਸੀਗੇ ਅਸੀਂ। ਇਹ ਕਹਿੰਦੇ ਜੀ ਦੇਖੋ
ਹੁੰਦਾ ਹੀ ਹੈ ਵੀ ਖਹਿਰਾ ਵੀ ਜ਼ਿਆਦਾ ਉਹ ਕਰ ਜਾਂਦਾ ਜੀ, ਬੋਲ ਜਾਂਦਾ ਜੀ ਫਲਾਨਾ। ਮੈਂ ਕਿਹਾ ਯਾਰ ਤੁਸੀਂ ਆਪਾਂ ਸਾਰਿਆਂ LOP ਬਣਾਇਆ, ਫਿਰ ਤੁਸੀਂ ਕਹਿੰਦੇ ਕਿਉਂ ਨਹੀਂ ਉਹਨੂੰ ਜਿੱਥੇ ਉਹ ਗਲਤ ਬੋਲਦਾ। ਉਹ ਕਹਿੰਦੇ ਜੀ ਇਸ ਵਾਰੀ ਮੈਂ ਉਹਨੂੰ ਪੱਕਾ ਕੀਤਾ, ਮੰਗਲਵਾਰ ਨੂੰ ਆਪਾਂ ਜਾਂਦੇ ਹੁੰਦੇ ਹਾਂ ਸਾਰੇ ਚੰਡੀਗੜ੍ਹ, ਉਹਦੇ ਉਹਨੂੰ ਕਿਹੋ ਸਾਰੇ ਇਕੱਠੇ ਹੋ ਕੇ। ਕਹਿੰਦੇ ਠੀਕ ਹੈ ਜੀ, ਮੈਂ ਉਹਨੂੰ ਪੂਰਾ ਕਾਇਮ ਕੀਤਾ। ਪਰ ਕੀ ਹੋਇਆ ਵੀ ਉੱਥੇ ਜਦੋਂ ਮੀਟਿੰਗ ਹੋਈ, ਪਹਿਲਾਂ ਮੀਟਿੰਗ ਰੱਖ ਲਈ ਤੇ ਉਹਦੇ ਘਰੇ ਜਾ ਕੇ ਉਹਨਾਂ ਨੇ ਮੁੰਡੇ ਇੱਥੇ ਤਾਂ ਬੋਲੇ ਨਹੀਂ, ਦੁਪਹਿਰ ਤੋਂ ਪਹਿਲਾਂ ਮੀਟਿੰਗ ਸੀ। ਮੈਂ ਖਹਿਰਾ ਸਾਹਿਬ ਨੂੰ ਜ਼ਰੂਰ ਕਿਹਾ, ਜੋ ਉਹਨਾਂ ਨੇ ਉਹ ਲਿਫਾਫੇ ਦੀ ਗੱਲ ਕਰਕੇ ਨਾ ਫਿਰ ਕਿਹਾ ਵੀ ਤੁਸੀਂ ਆਪਦੇ ਕਮੈਂਟ ਦਿਓ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਲ ਸੁਣੋ, ਕਮੈਂਟ ਤਾਂ ਦੇ ਦਈਏ, ਪਹਿਲਾਂ ਤਾਂ ਤੁਸੀਂ ਦੱਸੋ ਜੀ ਤੁਹਾਨੂੰ ਵਾਇਰਲ ਹੋਣ ਦੀ ਕੀ ਲੋੜ ਸੀ। ਵੀਡੀਓ ਪਾ ਕੇ ਲਾਈਵ ਹੋ ਕੇ ਤੁਸੀਂ ਵਾਇਰਲ ਕਰਤਾ ਸਾਰੇ ਕਿਤੇ, ਸਾਰੇ ਸੰਸਾਰ ਨੂੰ ਦੱਸਤਾ ਵੀ ਆਹ ਗੱਲ ਹੈਗੀ ਹੈ, ਇਹ ਇਨਡਿਸਿਪਲਿਨ ਹੈ। ਉਹਨੇ ਚਲੋ ਉਹਦੀ ਕਿਹਾ ਸੌਰੀ ਨਾਜਰ ਸਿੰਘ ਮੈਥੋਂ ਗਲਤੀ ਹੋ ਗਈ। ਤੇ ਮੈਂ ਫਿਰ ਉਹ ਦੁਹਰਾਈ ਆਪਦੀ ਗੱਲ, ਮੈਂ ਯਾਰ ਗੱਲ ਸੁਣੋ, ਸਾਰੇ ਬੈਠੇ ਹਾਂ ਆਪਾਂ, ਗੱਲ ਸੁਣ ਲਓ। ਇਸ ਵੇਲੇ ਜੇ ਤਾਂ 20 ਦੇ 20 ਇਕੱਠੇ ਰਹਾਂਗੇ ਤਾਂ ਦੁਬਾਰੇ ਆਪਾਂ ਆ ਜਾਾਂਗੇ, ਨਹੀਂ ਤਾਂ ਮੁਸ਼ਕਲ ਹੈ। ਤੇ ਜਿਹੜੀ ਰਹੀ ਗੱਲ ਖਹਿਰਾ ਸਾਹਿਬ ਨੂੰ, ਮੈਨੂੰ ਪਤਾ ਲੱਗਿਆ ਵੀ ਥੋੜਾ ਮੋਟਾ ਮੈਂ ਮੇਕਆਊਟ ਕਰ ਸਕਦਾ ਗੱਲਾਂ ਬਾਤਾਂ ਤੋਂ, ਵੀ ਉਹਨੂੰ ਕੱਢਣ ਦੀਆਂ ਸਕੀਮਾਂ ਚੱਲ ਰਹੀਆਂ। ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ, ਖਹਿਰਾ ਸਾਹਿਬ ਵੀ ਵਿੱਚ ਬੈਠੇ ਸੀਗੇ ਸਾਰੇ, ਬਾਕੀ ਚੁੱਪ ਕਰਕੇ ਸੁਣੀ ਗਏ। 18 ਜਣੇ ਸੀ ਉੱਥੇ ਅਸੀਂ, ਕਿਉਂਕਿ ਫੂਲਕਾ ਸਾਹਿਬ ਦਿੱਲੀ ਤੋਂ ਆਉਂਦੇ ਨਹੀਂ ਸੀ ਹੁੰਦੇ ਤਕਰੀਬਨ ਰੋਜ਼ ਵਾਂਗੂ, ਤੇ ਇੱਕ ਆਪਣੇ ਗਏ ਸੀਗੇ ਬਿਲਾਸਪੁਰ ਜੀ, ਬਾਹਰ ਗਏ ਹੋਏ ਸੀਗੇ, ਉਹ ਨਹੀਂ ਸੀਗੇ। 18 ਬੰਦਿਆਂ ਨੂੰ ਮੈਂ ਕਿਹਾ, ਮੈਂ ਇਹ ਗੱਲ ਸੁਣੋ, ਜੇ ਖਹਿਰਾ ਸਾਹਿਬ ਨੂੰ ਕੱਢ ਦਿੰਦੇ ਨੇ, ਪਾਰਟੀ ਕੱਢਦੀ ਹੈ, ਖਹਿਰਾ ਸਾਹਿਬ ਦਾ ਬਾਹਰ ਜਾ ਕੇ ਕੁਝ ਬਣੇ ਨਾ ਬਣੇ, ਮੈਂ ਨਹੀਂ ਕਹਿੰਦਾ ਵੀ ਹਾਂਜੀ ਉੱਧਰ ਕੀ ਹੋਊਗਾ, ਇਹਨਾਂ ਦਾ ਕਿਵੇਂ ਹੋਊਗਾ, ਪਰ ਯਾਰ ਆਪਣੀ ਗੱਡੀ ਪੈਂਚਰ ਕਰਨ ਜੋਗੇ ਤਾਂ ਰਹਿ ਨਹੀਂ ਗਈ। ਪਹਿਲਾਂ ਸਾਡੇ ਬਾਹਰ ਗਾਂਧੀ ਜੀ ਬੈਠੇ ਨੇ ਡਾਕਟਰ ਸਾਹਿਬ, ਨੰਬਰ 2 ਫੂਲਕਾ ਸਾਹਿਬ ਛੱਡ ਕੇ ਚਲੇ ਗਏ ਹੈ, ਇੱਧਰੋਂ ਛੋਟੇਪੁਰ ਜੀ ਬੈਠੇ ਨੇ, ਹੋਰ ਤੁਸੀਂ ਜਿੰਨੇ ਕੱਢੇ ਨੇ ਬੰਦੇ ਸਾਰੇ ਵਿੱਚ ਹੀ ਨੇ, ਡਾਕਟਰ ਦਲਜੀਤ ਸਿੰਘ, ਹੋਰ ਸਾਰੇ ਕੁਛ। ਉਹਨਾਂ ਦੀ ਆਪਣੀ ਓਪੋਜੀਸ਼ਨ ਇੰਨੀ ਹੈਗੀ, ਆਪਾਂ ਨੂੰ ਮਾੜਾ ਚੰਗਾ ਕਹੀ ਜਾਂਦੇ ਨੇ, ਇਹ ਕੱਢ ਦਿਆਂਗੇ ਤਾਂ ਫਿਰ ਗੱਡੀ ਤਾਂ ਆਪਣੀ ਚੱਲਣ ਨਹੀਂ ਦਿੰਦੇ। ਚਲੋ ਜੀ ਇਸ ਚੀਜ਼ ਤੋਂ ਫਿਰ ਸਾਰੇ ਹੋ ਗਏ। ਮੈਂ ਜੀ ਆਪਦਾ ਧਿਆਨ ਰੱਖੋ ਇਸ ਚੀਜ਼ ਦਾ। ਉਹ ਮੁੰਡੇ ਘਰੇ ਗਏ, ਖਹਿਰਾ ਸਾਹਿਬ ਦੇ ਦੁਪਹਿਰੇ ਮੈਨੂੰ ਵੀ ਬੁਲਾ ਲਿਆ 3:30 ਵਜੇ, ਤੁਸੀਂ ਆ ਜਾਓ। ਮੈਨੂੰ ਪੁੱਛਿਆ ਵੀ ਤੁਸੀਂ ਗੱਲ ਕਰ ਲਈ, ਕਹਿੰਦੇ ਨਹੀਂ ਜੀ ਸਾਡੇ ਤਾਂ ਸੰਗ ਜੇ ਗਏ ਅਸੀਂ। ਚਲੋ ਬੱਚੇ ਨੇ ਹੈ ਨਾ, ਖਹਿਰਾ ਸਾਹਿਬ ਦਾ ਕੱਦ ਬੁੱਤ ਦੇ ਹਿਸਾਬ ਨਾਲ ਉਹਨਾਂ ਦਾ ਨਹੀਂ। ਮੈਂ ਫਿਰ ਉੱਥੇ ਖਹਿਰਾ ਸਾਹਿਬ ਨੂੰ ਵੀ ਕਿਹਾ, ਮੈਂ ਖਹਿਰਾ ਸਾਹਿਬ ਗੱਲ ਇਸ ਤਰ੍ਹਾਂ ਹੈ, ਜੇ 2022 'ਚ ਆਪਣੀ ਸਰਕਾਰ ਬਣਦੀ ਹੈ, ਮੰਨ ਲਓ ਆਪਾਂ ਜਿੱਤ ਜਾਂਦੇ ਹਾਂ, ਸਾਡੇ ਕੋਲ ਬੰਦਾ ਹੈ ਕੌਣ ਤੁਹਾਡੇ ਤੋਂ ਬਿਨਾਂ? ਤੁਸੀਂ ਆਟੋਮੈਟਿਕਲੀ CM ਦਾ ਚਿਹਰਾ ਬਣੋਗੇ, ਸਾਰਾ ਕੁਝ ਬਣੋਗੇ, ਤੇ ਤੁਸੀਂ ਸੰਜਮ 'ਚ ਰਹਿ ਨਹੀਂ ਸਕਦੇ, ਮਰਜ਼ਾਦਾ 'ਚ ਰਹਿ ਨਹੀਂ ਸਕਦੇ। ਉਹ ਕਹਿੰਦੇ ਅੱਗੇ ਤੋਂ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕਰੂੰਗਾ। ਹੁਣ ਇਹ ਜਿਹੜੇ ਬਾਕੀ ਸਾਡੇ MLA ਸੀਗੇ ਆਪਣੇ ਭਗਵੰਤ ਮਾਨ ਜੀ ਨਾਲ ਅਟੈਚ ਸੀਗੇ, ਜਾਂ ਤਾਂ ਉਹਨਾਂ ਨੇ ਇਹ ਲਾ ਲਿਆ ਅੰਦਾਜ਼ਾ ਵੀ ਸ਼ਾਇਦ ਨਾਜਰ ਸਿੰਘ ਵੀ ਖਹਿਰਾ ਸਾਹਿਬ ਦੇ ਅਗੇਂਸਟ ਹੋ ਗਿਆ, ਫਲਾਨਾ ਹੋ ਗਿਆ, ਤੇ ਉਦੀ ਉਹ ਤਾਂ ਦਿੱਲੀ ਨੂੰ ਚੜ੍ਹ ਗਏ। ਤੇ ਦੂਜੇ ਦਿਨ ਮੈਨੂੰ, ਬੁੱਧਵਾਰ ਸੀ ਦੂਜੇ ਦਿਨ ਜਦੋਂ ਇਹ ਗੱਲਾਂ ਬਾਤਾਂ ਜਿਹੀਆਂ ਹੋਈਆਂ, ਮੰਗਲਵਾਰ ਸੀ ਬੁੱਧਵਾਰ ਤੋਂ, ਤੇ ਮੈਨੂੰ ਮੀਤ ਹੇਅਰ ਦਾ ਸ਼ਾਮ ਨੂੰ 8 ਵਜੇ ਫੋਨ ਆਇਆ, ਕਹਿੰਦੇ ਜੀ ਕੱਲ੍ਹ ਨੂੰ ਦਿੱਲੀ ਤੁਹਾਨੂੰ ਬੁਲਾਇਆ। ਮੈਂ ਕਾਹਦੇ ਵਾਸਤੇ? ਕਹਿੰਦੇ ਜੀ ਐਂ ਤਾਂ ਮੈਨੂੰ ਵੀ ਨਹੀਂ ਪਤਾ। ਫਿਰ ਯਾਰ ਮੈਂ ਮੈਨੂੰ ਤਾਂ ਨਹੀਂ ਪਤਾ, ਨਾ ਕੋਈ ਫੋਨ ਆਇਆ। ਕਹਿੰਦੇ ਮੈਨੂੰ ਤਾਂ ਆਇਆ ਸੀ ਵੀ ਸਵੇਰੇ ਪਹੁੰਚ ਜਿਓ ਜਲਦੀ। ਮੈਂ ਜੀ ਫਿਰ ਤੁਸੀਂ ਜਾ ਆਓ। ਮੈਂ ਆਪਦੇ ਜਿਸ ਤਰ੍ਹਾਂ ਦਾ ਮੇਰਾ ਆਪਦਾ ਸੁਭਾਅ ਹੈ, ਮੈਂ ਛੇਤੀ ਕੀਤੇ ਬਹੁਤੀਆਂ ਆਈਟਮਾਂ 'ਤੇ ਕੋਈ ਗੱਲਾਂ 'ਤੇ ਸ਼ੱਕ ਜਾਂ ਨਹੀਂ ਕਰਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਜੀ ਹੋ ਸਕਦਾ ਤੁਹਾਡੀ ਕੋਈ ਯੂਥ ਵਿੰਗ ਦੀ ਕੋਈ ਮੀਟਿੰਗ ਹੋਵੇ ਤੇ ਤੁਹਾਨੂੰ ਤਾਂ ਬੁਲਾਇਆ ਹੋਵੇ। ਕਹਿੰਦੇ ਜੀ ਅੰਕਲ ਜੀ ਫਿਰ ਮੈਂ ਜਾਵਾਂ। ਮੈਂ ਕਿਹਾ ਯਾਰ ਮੈਥੋਂ ਪੁੱਛਣ ਵਾਲੀ ਕਿਹੜੀ ਗੱਲ ਹੈ, ਤਾਂ ਤੁਸੀਂ ਜਾਓ ਜੇ ਤੁਹਾਨੂੰ ਬੁਲਾਇਆ ਪਾਰਟੀ ਨੇ। ਉੱਧਰ ਚਲੇ ਗਏ, ਵੀਰਵਾਰ ਨੂੰ ਸਵੇਰੇ ਚੜ ਗਿਆ ਹੋਣਾ ਉੱਧਰ, ਤੇ ਮੈਂ ਜਾਣੀ ਉਸ ਤਰ੍ਹਾਂ ਹੀ ਆਪਦੇ ਘਰੇ ਰਿਹਾ। ਸ਼ਾਮ ਨੂੰ ਦੁਪਹਿਰੇ ਮੈਨੂੰ 11 ਕੁ ਵਜੇ ਫੋਨ ਆਇਆ ਸਸੋਦੀਆ ਸਾਹਿਬ ਦਾ, नाजर सिंह जी। हाँ जी, ऐसा है हम LOP नया लगाने जा रहे हैं, आपको ना एक चिट्ठी भेज रहे हैं केजरीवाल जी की तरफ से, उस पर साइन करके आप हमें वापस WhatsApp कर देना। मैं उन्होंने समझाने की कोशिश की, मैं सर यह जिहा फैसला ना लो जल्दबाजी च, ये ना करो ये ना करो। तो भी असी पहले प्लैनिंग किया है, मैं कल बुधराम जी नाल सीगा भी आप सोमवार नूं उत्थे जाना ही है किसी मीटिंग च, तो उद्दे आप चाहे केजरीवाल जी नाल टाइम लैके चाहे सुधीर साहब जिहड़ा भी टाइम देऊगा गल करनी है भी यार साडा मसला है ना, तुसीं वो करो भी आप सारे इकट्ठे होकर चलीए, इकट्ठे करो सानू। तो वो जी WhatsApp सी मेरे को मैसेज जो मैं पढ़िया 15-20 मिनट बाद, तो वो च ये सीगा भी चिट्ठी मेरे वालों बनाई हुई सी भी टू श्री केजरीवाल जी, थले लिख के भी जनी असी जो तुसी LOP वगैरह कढ़ना है या नवा लाना है, मैं तुहानूं सारे अधिकार दिना। वो इंग्लिश लिखी सी, चलो कई ਸਰੋਤਿਆਂ ਨੂੰ नहीं समझ आनी, ਉਹਦਾ ਕਰਕਸ ਇਹ ਸੀ ਵੀ मैं सारे अधिकार LOP ਨੂੰ ਜਿਹੜਾ ਪ੍ਰੈਜ਼ੈਂਟ ਨੂੰ ਕੱਢਣ ਦੇ ਤੇ ਨਵਾਂ ਲਾਉਣ ਦੇ ਅਧਿਕਾਰ ਕੇਜਰੀਵਾਲ ਜੀ ਨੂੰ ਦਿੰਦਾ ਹਾਂ। ਥੱਲੇ ਹੋਈ ਆਪ ਜੀ ਦਾ ਆਗਿਆਕਾਰੀ ਸ਼ੁਭ ਚਿੰਤਕ ਜਾਂ ਸਿੰਸੀਅਰਲੀ ਨਾਜਰ ਸਿੰਘ ਮਾਨਸ਼ਾਹੀ ਆ MLA ਮਾਨਸਾ। ਮੈਂ ਯਾਰ ਅਸੀਂ ਇੱਕ ਪੋਲਿਟਿਕਸ ਬਦਲਣ ਆਏ ਸੀ, ਮਿਸ਼ਨ ਲੈ ਕੇ ਚੱਲੇ ਸੀ, ਤੇ ਆਹ ਤਾਂ ਉਹੀ ਜਿਵੇਂ ਲਿਫਾਫੇ 'ਚੋਂ ਪਰਚੀਆਂ ਕੱਢਣ ਵਾਲੀ ਗੱਲ ਹੋ ਗਈ, ਉਹੀ ਗੱਲ ਹੋ ਗਈ। ਇਹ ਤਾਂ ਫਿਰ ਸਾਡਾ ਦੂਜੀਆਂ ਪਾਰਟੀਆਂ ਨਾਲ ਫਰਕ ਕੀ ਹੈ?
ਤੇ ਮੈਂ ਨਾਲ ਦੀ ਨਾਲ ਬੁੱਧਰਾਮ ਜੀ ਨੂੰ ਫੋਨ ਮਿਲਾਇਆ, ਕਿਉਂਕਿ ਇੱਕ ਤਾਂ ਹਲਕਾ ਸਾਡਾ ਨਾਲ ਹੈ ਬੁਢਲਾਡਾ ਤੇ ਮਾਨਸਾ, ਦੂਜਾ ਵੀ ਸਾਡੀ ਬਾਤ ਜੀ ਵਧੀਆ ਮਿਲਦੀ ਸੀ। ਮੈਂ ਉਹਨੂੰ ਕਿਹਾ ਬੁੱਧਰਾਮ ਜੀ ਕਿੱਥੇ ਹੋ? ਕਹਿੰਦੇ ਮੈਂ ਤਾਂ ਦਿੱਲੀ ਹਾਂ। ਮੇਰਾ ਮੱਥਾ ਠਣਕਿਆ ਵੀ ਇਹਦਾ ਮਤਲਬ ਵਿੱਚ ਹੀ ਹੈ, ਤਾਂ ਕਢਾਉਣ ਵਾਲਿਆਂ 'ਚ ਹੀ ਹੈ। ਤੇ ਫਿਰ ਮੈਂ ਜਿਹੜੇ ਮੇਰੇ ਕੋਲ ਮੁੰਡੇ ਕੰਮ ਕਰਦੇ ਨੇ ਉਹ ਸਾਡੀ ਪਾਰਟੀ 'ਚ ਮੇਰੇ ਨਾਲ ਕੰਮ ਕਰਦੇ ਸੀ, ਮੈਂ ਉਹਨਾਂ ਨੂੰ ਹੀ ਦਫ਼ਤਰ 'ਚ ਰੱਖਿਆ ਹੈ, ਤਨਖਾਹ ਦਿੰਦਾ, ਸਭ ਕੁਛ ਕਰਦਾ, ਉਹਨਾਂ ਦੇ ਸਾਰੇ ਜਣੀ ਕਹਿ ਲਓ ਵੀ ਖਿਆਲ ਰੱਖਦਾ। ਉਹਨਾਂ ਮੁੰਡਿਆਂ ਨੂੰ ਬੁਲਾ ਲਿਆ, 4-5 ਨੂੰ। ਮੈਂ ਕਿਹਾ ਯਾਰ ਗੱਲ ਸੁਣੋ ਵੀ ਆ ਇਸ ਤਰ੍ਹਾਂ ਹੈ ਤੇ ਆਪਾਂ ਕੀ ਜਵਾਬ ਦੇਈਏ ਇਹਦਾ? ਕਹਿੰਦੇ ਤੁਸੀਂ ਸਿਆਣੇ ਹੋ ਜੀ, ਤੁਸੀਂ ਕੀ ਦੇਖ ਲਓ ਜੀ ਕੀ ਜਵਾਬ ਦੇਣਾ ਹੈ। ਮੈਂ ਉਹਨਾਂ ਨੂੰ ਦੱਸਿਆ ਮੈਂ ਤਾਂ ਆਹ ਲਿਖ ਰਿਹਾ ਵੀ ਇੱਕ ਤਾਂ ਜਿਹੜਾ ਤੁਸੀਂ ਨਵਾਂ LOP ਲਾਉਣਾ ਹੈ ਉਹਦੇ ਲਈ 20 MLA ਦੀ ਮੀਟਿੰਗ ਕਾਲ ਕਰੋ ਤੇ ਜੋ ਮੈਜੋਰਿਟੀ ਓਪੀਨੀਅਨ ਹੋਊ, ਠੀਕ ਹੈ, ਬਹੁਮਤ ਨਾਲ ਜਿਹੜੇ ਬੰਦੇ ਨੂੰ ਕਹਿਣਗੇ ਉਹਨੂੰ ਲਾ ਦਿਓ। ਨੰਬਰ 2 ਜਿਸ ਤੱਕ ਯਾਰ ਪ੍ਰੈਜ਼ੈਂਟ LOP ਨੂੰ ਕੱਢਣ ਦੀ ਕੋਈ ਗੱਲ ਕਰ ਰਹੇ ਹੋ, ਉਹਨੂੰ ਘੱਟੋ ਘੱਟ ਸ਼ੋਅ ਕਾਜ਼ ਨੋਟਿਸ ਦਿਓ, ਉਹਦੇ ਸਾਰੇ ਕਾਰਨ ਲਿਖੋ ਜਿਹਦੇ ਕਰਕੇ ਤੁਸੀਂ ਕੱਢਣਾ ਚਾਹੁੰਦੇ ਹੋ, ਠੀਕ ਹੈ, ਤਾਂ ਕਿ ਕੋਈ ਰਹਿ ਨਾ ਜਾਵੇ। ਤੇ ਨਾਲ ਉਹਨੂੰ ਨਾ ਇੱਕ ਸੁਣਵਾਈ ਦਾ ਮੌਕਾ ਵੀ ਦਿਓ, ਵੀ ਜੇ ਤੁਸੀਂ ਪਰਸਨਲੀ ਮਿਲ ਕੇ ਕੋਈ ਗੱਲ ਕਰਨੀ ਚਾਹੁੰਦੇ ਹੋ ਉਹ ਵੀ ਦਿਓ, ਤੇ ਇਹ ਪਲੀਜ਼ ਕਰ ਲਿਓ ਕੱਢਣ ਤੋਂ ਪਹਿਲਾਂ। ਮੈਂ 3 ਵਜੇ ਇਹ ਉਹਨਾਂ ਨੂੰ WhatsApp ਦੁਬਾਰੇ ਕਰਤੇ। ਬਸ 4:30 ਵਜੇ ਮੇਰੇ ਹੱਥ 'ਚ 5 ਵਜੇ ਨੂੰ ਰੌਲਾ ਜਿਹਾ ਪੈ ਗਿਆ ਵੀ ਟਵੀਟ ਆ ਗਿਆ ਵੀ ਖਹਿਰਾ ਸਾਹਿਬ ਨੂੰ ਕੱਢਤਾ। ਮੈਨੂੰ ਬੜਾ ਸੈੱਟਬੈਕ ਜਿਹਾ ਲੱਗਿਆ। ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੀਆਂ ਹੁੰਦੀਆਂ, ਹੋਰ ਵੀ ਕਈ ਹੋਈਆਂ ਜਿਨ੍ਹਾਂ ਕਰਕੇ ਮਤਲਬ ਕਿ ਫਿਰ ਮੈਂ ਮਨ ਜਿਹਾ ਬਣਾ ਲਿਆ ਸੀ। ਮਾਸ਼ਾ ਸਾਹਿਬ ਅਖੀਰ ਤੇ ਤੁਹਾਡੇ ਤੋਂ ਜਾਂਦਾ ਇਹ ਵੀ ਸਵਾਲ ਲੈ ਲਵਾਂ, ਕਿਉਂਕਿ ਸਾਰੀਆਂ ਕੜੀਆਂ ਤੁਸੀਂ ਦੱਸਦੀਆਂ ਕਿਸ ਤਰੀਕੇ ਨਾਲ, ਮੈਨੂੰ ਲੱਗਦਾ ਪਹਿਲੀ ਵਾਰ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਅੱਜ ਲੋਕਾਂ ਦੇ। ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਰਹੇ ਕਿ ਤੁਸੀਂ ਇੰਨਾ ਸਮਾਂ ਇੰਤਜ਼ਾਰ ਕਿਉਂ ਕੀਤਾ, ਤੁਸੀਂ ਇੰਨਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਸੀ ਤਾਂ ਪਾਰਟੀ ਛੱਡਣ ਦਾ ਫੈਸਲਾ ਇੰਨੇ ਅਖੀਰ ਤੇ ਆਣ ਕੇ ਕਿਉਂ ਲਿਆ? ਤੇ ਬਾਅਦ ਵਿੱਚ ਜਿਹੜੇ ਐਲੀਗੇਸ਼ਨ ਤੁਹਾਡੇ ਲਾਏ ਲੋਕਾਂ ਨੇ ਕਾਫੀ ਹੱਦ ਤੱਕ ਇਹ ਵੀ ਉਸ ਵੇਲੇ ਸੱਚ ਵੀ ਸਮਝਣ ਲੱਗ ਪਏ ਵੀ ਹਾਂ ਵੀ ਪੈਸੇ ਲੈ ਲਏ ਹੋਣੇ ਨਾਜ਼ਰ ਸਿੰਘ ਮਾਨਸ਼ੀਆ ਨੇ, ਪਰ ਕਈ ਲੋਕ ਇਹ ਵੀ ਕਹਿੰਦੇ ਰਹੇ ਕਿ ਵੀ ਨਾਜ਼ਰ ਸਿੰਘ ਮਾਨਸ਼ੀਆ ਅਜਿਹਾ ਬੰਦਾ ਨਹੀਂ। ਇੰਨਾ ਸਮਾਂ ਜਿਹੜਾ ਲੱਗਾ ਉਹਦੇ ਵਿੱਚ ਕਾਰਨ ਕੀ ਰਹੇ ਫਿਰ ਤੁਹਾਡੇ? ਉਹਦਾ ਕਾਰਨ ਭੋਗਲ ਸਾਹਿਬ ਇਹ ਸੀ, ਮੈਨੂੰ ਫਿਰ ਵੀ ਐਂ ਜੇ ਇੱਕ ਉਮੀਦ ਨਹੀਂ ਹੁੰਦੀ ਜਿਵੇਂ ਆਪਾਂ ਰਾਏ ਲਾਈ ਰੱਖਦੇ ਹਾਂ ਵੀ ਯਾਰ ਸਾਨੂੰ ਇਕੱਠੇ ਹੋ ਜਾਵਾਂਗੇ ਆਪਾਂ, ਕੋਈ ਗੱਲ ਨਹੀਂ, ਇੰਟਰਨਲੀ ਫਾਈਟ ਚੱਲੀ ਜਾਂਦੀ ਹੈ, ਸਰ ਹੋਰ ਹੈਗਾ। ਤਾਂ ਮੈਂ 29 ਜੁਲਾਈ ਨੂੰ ਸਾਨੂੰ ਫੋਨ ਆਇਆ, 28 ਨੂੰ ਆ ਗਏ ਸੀ ਸਾਰਿਆਂ ਨੂੰ ਫੋਨ, ਕਿਉਂਕਿ ਖਹਿਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਾ ਕੇ ਸਾਨੂੰ ਵੀ ਨਾਲ ਬਿਠਾ ਲਿਆ ਸੀਗਾ। ਇਹ ਅਨਾਉਂਸ ਕਰਤਾ ਸੀ ਵੀ 2 ਅਗਸਤ ਨੂੰ ਅਸੀਂ ਉੱਥੇ ਵਰਕਰਸ ਕਾਨਫਰੰਸ ਕਰਾਂਗੇ ਬਠਿੰਡੇ। ਤਾਂ ਉਹ ਤੋਂ ਜਦ ਤਾਂ ਪੈਨਿਕ ਹੋਈ ਹਾਈ ਕਮਾਂਡ ਜਾਂ ਕੀ ਕਾਰਨ ਸੀਗਾ, ਉਹਨਾਂ ਨੇ 28 ਤਰੀਕ ਨੂੰ ਮੈਸੇਜ ਲਾਏ ਸਾਰਿਆਂ ਨੂੰ ਸਾਨੂੰ ਵੀ ਕੱਲ੍ਹ ਨੂੰ ਜੀ 29 ਜੁਲਾਈ ਨੂੰ ਸਾਡੇ ਕੋਲੇ ਦਿੱਲੀ ਆਓ। ਤੇ ਸਾਡੀ ਸ਼ਾਮ ਨੂੰ ਮਤਲਬ ਕਿ 28 ਜੁਲਾਈ ਨੂੰ ਇਹ ਟੈਲੀਫੋਨ ਕਾਨਫਰੰਸ ਵੀ ਹੋਈ 6-7 MLA ਦੀ ਵੀ ਜੀ ਆਪਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਸਾਡਾ ਇਹ ਫੈਸਲਾ ਹੋ ਗਿਆ ਜਾਣਾ ਚਾਹੀਦਾ, ਠੀਕ ਹੈ। ਤੇ ਜਾਣ ਚਾਹੁਣ ਦੇ ਵਿੱਚ ਤਕਰੀਬਨ ਸਾਰੇ ਮੈਜੋਰਿਟੀ ਆਉਂਦੇ ਸੀ ਵੀ ਚਲੋ ਚੱਲੀਏ। ਤੇ ਮੈਂ ਵੀ ਇਹੀ ਕਿਹਾ ਮੈਂ ਜੀ ਘੱਟੋ ਘੱਟ ਆਪਾਂ ਨੂੰ ਦੱਸੀਏ ਤਾਂ ਸਹੀ ਉਹਨਾਂ ਨੂੰ ਵੀ ਕਿਉਂ ਤੁਸੀਂ ਸਾਡੇ ਗਰਜ ਕੀ ਹੈ ਸਾਡੇ ਪ੍ਰਤੀ, ਕਿਉਂ ਸਾਨੂੰ ਐਂ ਟਰੀਟ ਕਰਦੇ ਹੋ, ਕੋਈ ਗਲਤ ਤਾਂ ਕਰੀਏ। ਤਾਂ ਦੂਜੇ ਦਿਨ ਸਾਡਾ ਇਹ ਫੈਸਲਾ ਹੋ ਗਿਆ ਸੀ ਵੀ ਆਪਾਂ ਅੰਬਾਲੇ ਇਕੱਠੇ ਹੋਵਾਂਗੇ ਇੰਨੇ ਵਜੇ, ਸਾਰੇ MLA ਜਿਹੜੇ ਆਪਾਂ ਖਹਿਰਾ ਸਾਹਿਬ ਦੇ ਨਾਲ ਸੀਗੇ ਉਸ ਵੇਲੇ। ਤਾਂ ਉੱਥੇ ਜਿਹੜੀ ਮਤਲਬ ਕਿ ਗੱਲਬਾਤ ਕਰਾਂਗੇ ਵੀ ਉੱਥੇ ਅੰਬਾਲੇ ਇਕੱਠੇ ਹੋਣ ਦਾ ਪ੍ਰੋਗਰਾਮ ਬਣ ਗਿਆ ਸੀ। ਤੇ ਦੂਜੇ ਦਿਨ ਅਸੀਂ ਅੰਬਾਲੇ ਜੋ ਇਕੱਠੇ ਹੋਏ ਉਦੋਂ ਤੱਕ ਖਹਿਰਾ ਸਾਹਿਬ ਤੇ ਕਾਊਂਟਰ ਪ੍ਰੈਸ਼ਰ ਬਹੁਤ ਪੈ ਚੁੱਕੇ ਹੋਣਗੇ, ਸਾਡੇ ਕੋਲ ਵੀ ਫੋਨ ਆਉਂਦੇ ਸੀਗੇ, ਆਪਾਂ ਤਾਂ ਇਗਨੋਰ ਕਰੀ ਗਏ ਸਭ ਨੂੰ, ਯਾਰ ਵੀ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਤਾਂ ਕੀ ਗੱਲ ਹੈ। ਤਾਂ ਖਹਿਰਾ ਸਾਹਿਬ ਕਹਿੰਦੇ ਵੀ ਮੈਂ ਤਾਂ ਜਾਣਾ ਨਹੀਂ, ਆਪਾਂ ਤਾਂ ਨਹੀਂ ਜਾਣਾ ਉੱਥੇ। ਅਸੀਂ ਉਹਨੂੰ ਸਮਝਾਉਣ ਲੱਗੇ, ਬਲਕਿ ਸਮਾਂ ਇੱਕ ਅਲੱਗ ਕਮਰੇ 'ਚ ਬਿਠਾਏ, ਮੈਂ ਅੰਦਰ ਉਸੇ ਰੈਸਟੋਰੈਂਟ ਦੇ ਜਿਹੜਾ ਸੀਗਾ ਹਰਿਆਣਾ ਗੌਰਮੈਂਟ ਦਾ, ਹਾਂ ਉੱਥੇ ਰੁਕੇ ਸੀਗੇ ਵੀ ਬਾਹਰ ਲੋਕਾਂ ਨੂੰ ਨਾ ਕੋਈ ਗੱਲਬਾਤ ਦਾ ਪਤਾ ਲੱਗੇ। ਤੇ ਉੱਥੇ ਸਾਰੇ ਅਸੀਂ 9 ਜਣੇ ਸੀਗੇ, ਰੂਬੀ ਵੀ ਉਦੋਂ ਵਿੱਚ ਸੀ, ਰੋੜੀ ਵੀ ਵਿੱਚ ਸੀ, 7 ਜਿਹੜੇ ਅਸੀਂ ਬਾਅਦ 'ਚ ਰਹਿ ਗਏ ਉਹ ਤਾਂ ਸੀਗੇ 9 ਦੇ 9 ਵਿੱਚ ਸੀਗੇ। ਤੇ ਮੈਂ ਉਹਨੂੰ ਸਮਝਾਇਆ ਦੇਖੋ ਗੱਲ ਸੁਣੋ ਵੀ ਇਸ ਆਪਣੇ ਨਾ ਜਾਣ ਕਰਨ ਕੇ 2 ਤਰ੍ਹਾਂ ਦੀਆਂ ਲੋਕਾਂ ਦੀ ਭਾਵਨਾਵਾਂ ਨੇ। ਇਸ ਵੇਲੇ ਜਾਣਾ ਚਾਹੀਦਾ ਆਪਾਂ ਨੂੰ, ਇਸ ਵੇਲੇ 2 ਤਰ੍ਹਾਂ ਦੇ ਥਿੰਕਿੰਗ ਹੈ ਲੋਕਾਂ ਦੀ, ਇੱਕ ਤਾਂ ਉਹ ਜਿਹੜੇ ਚਾਹੁੰਦੇ ਨੇ ਵੀ ਇਹਨੂੰ ਜਾਣਾ ਚਾਹੀਦਾ ਹੈ, ਦੂਜੇ ਉਹ ਨਹੀਂ ਜਾਣਾ ਚਾਹੀਦਾ। ਜਾਣ ਵਾਲਿਆਂ ਕੋਲੇ ਤਾਂ ਮੈਂ ਜੀ ਆਪਾਂ ਉਹਨੂੰ ਸਾਰੀ ਉਮਰ ਸੈਟੀਸਫਾਈ ਨਹੀਂ ਕਰ ਸਕਾਂਗੇ, ਅਗਲੇ ਆਪਾਂ ਨੂੰ ਇਹ ਕਹਿਣਗੇ ਵੀ ਜੇ ਤੁਸੀਂ ਚਲੇ ਜਾਂਦੇ ਹੋ ਸਕਦਾ ਤੁਹਾਡੀ ਸਾਰੀਆਂ ਗੱਲਾਂ ਮੰਨ ਲੈਂਦੇ, ਤੁਸੀਂ ਤਾਂ ਗਏ ਹੀ ਨਹੀਂ। ਜਿਹੜੇ ਚਾਹੁੰਦੇ ਨੇ ਵੀ ਨਹੀਂ ਜਾਣਾ ਚਾਹੀਦਾ ਉਹਨਾਂ ਦੀਆਂ ਜਦੋਂ ਆਪਾਂ ਉੱਥੇ ਗੱਲਾਂ ਕਰਾਂਗੇ ਤਰਕ ਨਾਲ, ਉਹਨਾਂ ਨੂੰ ਪਤਾ ਲੱਗ ਜੂ 4 ਘੰਟੇ ਨੂੰ ਵੀ ਸਾਨੂੰ ਹਾਂ ਵੀ ਕੀ ਚਾਹੁੰਦੇ, ਕਿਉਂਕਿ ਉਹਨਾਂ ਨੂੰ ਕਿਤੇ ਇਹ ਸੀਗਾ ਵੀ ਸ਼ਾਇਦ ਕੋਈ ਮਿੱਠੀਆਂ ਗੋਲੀਆਂ ਲੈ ਲੈਣ, ਐ ਨਾ ਹੋ ਜੇ ਉਹ ਨਾ ਹੋ ਜੇ, ਵਿੱਚ ਪਾਰਟੀ ਦੇ ਵੀ ਬਾਹਰ ਵੀ ਬੰਦੇ ਤਾਂ ਹੁੰਦੇ ਹੀ ਨੇ ਜੀ ਜਿਹੜੇ ਐਂ ਵੀ ਚਾਹੁੰਦੇ ਹੁੰਦੇ ਨੇ ਪਾਰਟੀ ਟੁੱਟ ਜੇ, ਠੀਕ ਹੈ। ਪਰ ਅਸੀਂ ਆਪਦੇ ਉਹ ਕਰਨਾ ਸੀ, ਮੈਂ ਉੱਥੇ ਉਹਨਾਂ ਨੂੰ ਪੈਸੀਫਾਈ ਕੀਤਾ 9 ਦੇ 9 ਬੰਦਿਆਂ ਨੂੰ ਵੀ ਆਪਾਂ ਨੂੰ ਜਾਣਾ ਚਾਹੀਦਾ। ਤਾਂ ਉਹ ਫਿਰ ਖਹਿਰਾ ਸਾਹਿਬ ਇੰਨਾ ਮੰਨ ਗਏ, ਕਹਿੰਦੇ ਤੁਸੀਂ 8 ਜਣੇ ਚਲੇ ਜਾਓ, ਮੈਂ ਨਹੀਂ ਜਾਂਦਾ। ਮੈਂ ਕਿਹਾ ਜੀ ਮੈਨੂੰ ਇੱਕ ਚੀਜ਼ ਦੱਸੋ
ਵੀ ਲਾੜੇ ਤੋਂ ਬਿਨਾਂ ਕਿਤੇ ਬਰਾਤ ਤੁਰਦੀ ਹੁੰਦੀ ਹੈ। ਕੁਐਸਚਨ ਦਾ ਤੁਹਾਡਾ ਹੈ, ਸਸਪੈਂਸ਼ਨ ਦਾ ਤੁਹਾਨੂੰ ਬਾਹਰ ਕੱਢਿਆ ਪਾਰਟੀ ਚੋਂ, ਹੋਰ ਕੀਤਾ ਤੇ ਆਪਾਂ LOP ਤੋਂ ਤੁਹਾਨੂੰ ਹਟਾਇਆ, ਤੁਸੀਂ ਆਪਦੀ ਉੱਥੇ ਗੱਲ ਕਰ ਸਕੋਗੇ। ਜੇ ਉਹ ਕੋਈ ਗੱਲ ਕਹਿਣ ਵੀ ਉਹ 'ਚ ਆਹ ਨੁਕਸ ਹੈ, ਸਾਨੂੰ ਪਤਾ ਨਾ ਹੋਵੇ, ਉੱਥੇ ਦੱਸੂ ਕੌਣ ਵੀ ਹੈ ਕਿ ਨਹੀਂ ਹੈ, ਇਹ ਤੁਸੀਂ ਐਕਸਪਲੇਨ ਕਰੋਗੇ, ਤੁਹਾਨੂੰ ਜਾਣਾ ਚਾਹੀਦਾ ਹੈ। ਤੇ ਚਲੋ ਜੀ, ਮੈਂ ਉਹਨਾਂ ਨੂੰ ਸਾਰਿਆਂ ਨੂੰ ਪ੍ਰਵੇਲ ਪਾਉਣ ਕਰਕੇ ਸਾਰਿਆਂ ਨੂੰ ਲੈ ਗਏ। ਉੱਥੇ ਫੈਸਲਾ ਇਹ ਹੋਇਆ, ਪਰ 9 ਦੇ 9 ਬੰਦਿਆਂ ਦਾ ਖਹਿਰਾ ਸਾਹਿਬ ਨੇ ਇੱਕ ਗੱਲ ਕਹੀ ਵੀ ਜੀ ਉੱਥੇ ਜਿਹੜੀ ਗੱਲ ਕਰਨਗੇ ਉਹ ਨਾਜਰ ਸਿੰਘ ਮਾਨਸ਼ਾਹੀਆ ਤੇ ਕੰਵਰ ਸੰਧੂ ਜੀ ਕਰਨਗੇ, ਹੋਰ ਨਹੀਂ ਕੋਈ ਬੋਲੂਗਾ। ਮੈਂ ਚਲੋ ਇਹ ਵੀ ਠੀਕ ਆ, ਕੋਈ ਗੱਲ ਨਹੀਂ, ਕਰਾਂਗੇ ਗੱਲ, ਤੁਸੀਂ ਚੱਲੋ ਤਾਂ ਸਹੀ। ਉੱਥੇ ਅਸੀਂ ਫਿਰ ਗੱਲਾਂ ਬਾਤਾਂ ਕੀਤੀਆਂ। ਸਸੋਦੀਆ ਸਾਹਿਬ ਨੇ ਮੀਟਿੰਗ ਲਈ ਸੀ, 2-3 ਜਿਹੜੇ ਆਮ ਆਦਮੀ ਪਾਰਟੀ ਦੇ MLA ਮੇਰੇ ਖਿਆਲ 'ਚ ਸਾਡੇ ਨਾਲ ਹੋਰ ਵੀ ਜੁੜ ਗਏ ਸੀਗੇ, ਜਿਹੜੇ ਨਿਊਟਰਲ ਜੇ ਸੀ, ਮੁੰਡੇ ਚਾਹੁੰਦੇ ਸੀ ਵੀ ਇਕੱਠੇ ਚੱਲੀਏ। ਹਾਂ, ਇਹ ਮੀਤ ਹੇਅਰ ਵੀ ਸੀਗਾ, ਕੁਲਵੰਤ ਪੰਡੋਰੀ ਵੀ ਸੀ, ਫਿਰ ਦੂਜੇ ਉਹ ਵੀ ਬਿਲਾਸਪੁਰੀ ਵੀ ਆ ਗਏ ਸੀ ਸ਼ਾਇਦ। ਅਸੀਂ ਉੱਥੇ ਮੀਟਿੰਗ ਕੀਤੀ, ਫੂਲਕਾ ਸਾਹਿਬ ਵੀ ਆ ਗਏ ਸੀ, ਦੁਰਗੇਸ਼ ਜੀ ਵੀ ਸੀਗੇ। ਤਾਂ ਚੱਲਦੀਆਂ ਗੱਲਾਂ 'ਚ ਅਲਟੀਮੇਟਲੀ ਉਹਨਾਂ ਨੇ ਸਾਰੀਆਂ ਗੱਲਾਂ ਅਸੀਂ ਕਹੀਆਂ ਵੀ ਕਿਉਂ ਕੀਤਾ, ਸ਼ੋਕਾਜ਼ ਨੋਟਿਸ ਦੇਣਾ ਚਾਹੀਦਾ, ਇਹ ਸੀ ਉਹ ਸੀ। ਤਾਂ ਅਲਟੀਮੇਟਲੀ ਸਸੋਦੀਆ ਸਾਹਿਬ ਕਹਿੰਦੇ ਜੀ ਸਾਰਿਆਂ ਨੂੰ ਬੁਲਾ ਲੈਂਦੇ, ਕਈ ਵਾਰੀ ਐਵੇਂ ਰੌਲਾ ਪੈ ਜਾਂਦਾ। ਮੈਂ ਜੀ ਹੁਣ ਵੀ ਤਾਂ ਬੁਲਾਇਆ ਹੀ ਹੈ, ਉਦੋਂ ਵੀ ਆਹੀ ਗੱਲ ਕਹਿਣੀ ਸੀ, ਹੁਣ ਵੀ ਉਹੀ ਕਹਿ ਰਹੇ ਹਾਂ ਵੀ ਯਾਰ ਇਹਨੂੰ ਫੈਸਲੇ ਨੂੰ ਇੱਕ ਵਾਰੀ ਪਰਖ ਲਓ, 2 ਮਹੀਨੇ ਦਾ ਟਾਈਮ ਦਿਓ ਹਜੇ, ਆਪਾਂ ਇਹਨਾਂ ਨੂੰ ਵਾਪਸ ਲੈ ਲਓ ਫੈਸਲਾ ਇਹ। ਤੇ ਉਦੋਂ ਬਾਅਦ ਜੇ 2 ਮਹੀਨੇ ਬਾਅਦ ਜਿਹੜੇ ਕਾਰਨਾਂ ਕਰਕੇ ਤੁਸੀਂ ਇਹਨੂੰ ਕੱਢ ਰਹੇ ਹੋ ਉਹ ਨਹੀਂ ਦੂਰ ਕਰਨਗੇ ਇਹ, ਜਾਂ ਅੱਜ ਹੀ ਨਹੀਂ ਕਨਵਿੰਸ ਹੋਣਗੇ ਇਹ ਵੀ ਇਹ ਕਹਿਣ ਵੀ ਮੈਂ ਤਾਂ ਇਹੀ ਕਰੂੰਗਾ, ਫਿਰ ਤਾਂ ਅੱਜ ਹੀ ਕੱਢ ਦਿਓ। ਜੇ ਕਹਿੰਦੇ ਵੀ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਊਗੀ ਤਾਂ ਫਿਰ 2 ਮਹੀਨੇ ਦਾ ਟਾਈਮ ਦਿਓ। ਜੇ ਉਹ ਗਲਤੀ ਕਰਨਗੇ ਤਾਂ ਅਸੀਂ ਖੁਦ ਆ ਕੇ ਕਹਾਂਗੇ ਵੀ ਹਾਂ ਕੱਢੋ ਜੀ ਇਹਨੂੰ। ਸਸੋਦੀਆ ਸਾਹਿਬ ਕਹਿੰਦੇ ਨਹੀਂ ਤਾਂ ਹੁਣ ਤਾਂ ਜੀ ਪਾਰਟੀ ਦਾ ਫੈਸਲਾ ਹੋ ਚੁੱਕਿਆ ਜੀ, ਹੁਣ ਤਾਂ ਜੀ ਫੈਸਲਾ ਬਣਨਾ ਹੀ ਪਊ, ਜੋ ਹਿੰਡ ਕਰ ਜਾਂਦੇ ਨੇ ਆਪਦਾ ਸਟੈਂਡ ਬਣਾ ਲੈਂਦੇ ਨੇ। ਮੈਂ ਫਿਰ ਸਸੋਦੀਆ ਸਾਹਿਬ ਨੂੰ ਇੱਕ ਗੱਲ ਕਹੀ ਇਹਨਾਂ ਸਾਰਿਆਂ ਦੇ ਵਿੱਚ ਹੀ, ਮੈਂ ਸਸੋਦੀਆ ਸਾਹਿਬ ਜਦੋਂ ਸਾਨੂੰ ਤੁਸੀਂ ਪਾਰਟੀ 'ਚ ਰਲਾਇਆ ਸੀ ਜਾਂ ਹੋਰ ਬੰਦਿਆਂ ਨੂੰ ਵੀ ਰਲਾਉਣੇ ਹੋ ਜਾਂ ਲੋਅਰ ਲੈਵਲ 'ਤੇ ਵੀ ਸਾਡੇ ਜਿਹੜੇ ਅਹੁਦੇਦਾਰ ਨੇ ਕਿਸੇ ਬੰਦੇ ਨੂੰ ਐਂਟਰ ਕਰਾਉਂਦੇ ਨੇ ਪਾਰਟੀ ਦੇ, ਮੈਂ ਇੱਕ ਕੁਐਸਚਨ ਪੁੱਛਿਆ ਜਾਂਦਾ, ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ। ਕਹਿੰਦੇ ਕੀ? ਮੈਂ ਉਹਨਾਂ ਤੋਂ ਇਹ ਪੁੱਛਿਆ ਜਾਂਦਾ ਹੈ ਵੀ ਜਿਹੜੀ ਕੇਜਰੀਵਾਲ ਜੀ ਨੇ ਸਵਰਾਜ ਬੁੱਕ ਲਿਖੀ ਹੈ ਉਹ ਪੜ੍ਹੀ ਹੈ? ਤੇ ਮੈਂ ਪੁੱਛਦੇ ਹਾਂ ਕਿ ਨਹੀਂ ਪੁੱਛਦੇ? ਕਹਿੰਦੇ ਹਾਂ। ਮੈਂ ਕਿਹਾ ਹਾਲਾਂਕਿ ਉਹ ਕਿਤਾਬ 'ਚ ਕੀ ਹੈ, ਜੇ ਇੱਥੋਂ ਅਸੀਂ ਮੈਂ ਕਿਹਾ ਜੀ ਬੈਠੀਏ 10 ਕਿਲੋਮੀਟਰ ਦੇ ਵਿੱਚ ਕਾਰ 'ਚ ਜਾਂਦੇ ਜਾਂਦੇ ਪੜ੍ਹ ਸਕਦੇ ਹਾਂ, ਆਪਾਂ ਗੱਡੀ 'ਚ ਜਾਂਦੇ। ਸਿਰਫ ਉਹਦਾ ਕਰਕਸਤਾ ਇੰਨਾ ਹੈ ਵੀ ਅਸੀਂ ਲੋਕਾਂ ਤੋਂ ਪੁੱਛ ਕੇ ਫੈਸਲੇ ਲੈਣੇ ਆ, ਲੋਕਾਂ ਦੀ ਸਲਾਹ ਨਾਲ ਫੈਸਲੇ ਕਰਨੇ ਆ, ਠੀਕ ਹੈ। ਤੇ ਮੈਂ ਕਿਹਾ ਜੀ ਇੱਕ ਸਵਾਲ ਸੋਥੋਂ ਪੁੱਛਣਾ ਹੈ। ਹਾਂ ਪੁੱਛੋ। ਮੈਂ ਸਸੋਦੀਆ ਸਾਹਿਬ ਇਹ ਦੱਸੋ ਵੀ ਤੁਸੀਂ ਕਿਤਾਬ ਪੜ੍ਹੀ ਆ ਉਹ? ਇਹਦਾ ਸਸੋਦੀਆ ਸਾਹਿਬ ਨੇ ਕੋਈ ਜਵਾਬ ਨਹੀਂ ਸੀ, ਬਸ ਇੱਕੋ ਗੱਲ ਜੀ ਹੁਣ ਤਾਂ ਪਾਰਟੀ ਨੇ ਫੈਸਲਾ ਲੈ ਲਿਆ। ਮੈਂ ਜੇ ਪਾਰਟੀ ਨੇ ਫੈਸਲਾ ਲੈ ਲਿਆ ਫਿਰ ਅਸੀਂ ਵੀ ਲੈ ਲਿਆ। ਅਸੀਂ ਉੱਠ ਕੇ ਬਾਹਰ ਆ ਗਏ। ਫਿਰ ਖਹਿਰਾ ਸਾਹਿਬ ਮੈਨੂੰ ਕਹਿਣ ਵੀ ਯਾਰ ਵਧੀਆ ਕੀਤਾ ਜਿਹੜਾ ਤੁਸੀਂ ਮੈਨੂੰ ਲੈ ਆਏ, ਜੇ ਆਪਾਂ ਨਾ ਆਉਂਦੇ ਆਹ ਗੱਲ ਨਹੀਂ ਹੋਣੀ ਸੀ ਜਾਂ ਕੋਈ ਹੋਰ ਹੈ। ਮੈਂ ਖਹਿਰਾ ਸਾਹਿਬ ਗੱਲ ਇਹ ਹੁੰਦੀ ਆ ਵੀ ਜੇ ਸੱਚਾਈ ਬੋਲਣੀ ਹੈ ਨਾ ਉਹਦਾ ਤੁਹਾਡੇ 'ਚ ਇੰਨੀ ਕੁ ਜ਼ਰੂਰਤ ਹੋਣੀ ਚਾਹੀਦੀ ਹੈ, ਤਾਂ ਫਿਰ ਤੁਸੀਂ ਮਿੱਠੀਆਂ ਗੋਲੇ ਤੁਹਾਨੂੰ ਦੇ ਨਹੀਂ ਸਕਦਾ ਕੋਈ। ਤਾਂ ਸਮਾਂ ਲੱਗਾ ਇੰਨਾ ਟਾਈਮ ਇਹ 'ਤੇ ਵੀ ਲੱਗਿਆ। ਉਦੋਂ ਬਾਅਦ ਫਿਰ ਇਸ ਤਰੀਕੇ ਨਾਲ ਚੱਲਦੇ ਸੀਗੇ ਅਸੀਂ ਵੀ ਪਾਰਟੀ 'ਚ ਰਹਿ ਕੇ, ਇਹ ਖਹਿਰਾ ਸਾਹਿਬ ਨੂੰ ਕਹਿੰਦੇ ਰਹੇ ਪਾਰਟੀ 'ਚ ਰਹਿ ਕੇ ਹੀ ਆਪਾਂ ਪਾਰਟੀ ਦਾ ਵਿਰੋਧ ਕਰਨਾ ਹੈ, ਕਦੇ ਨਾ ਕਦੇ ਇਕੱਠੇ ਹੋ ਜਾਏ, ਕੋਈ ਐਸੀ ਗੱਲ ਨਹੀਂ। ਉਸ ਪੀੜ ਦੇ ਦੌਰਾਨ ਕੁਛ ਦਿੱਲੀ ਤੋਂ ਬੰਦੇ, ਕੁਛ ਪੰਜਾਬ ਤੋਂ ਬੰਦੇ ਮੇਰੇ ਕੋਲੇ ਵੀ ਆਉਂਦੇ ਰਹੇ, ਹੋ ਸਕਦਾ ਦੂਜਿਆਂ ਕੋਲੇ ਵੀ ਜਾਂਦੇ ਹੋਣਗੇ। ਤਾਂ ਉਹ ਆਫਰ ਇਹ ਵੀ ਕਰਦੇ ਸੀ ਵੀ ਨਾਜਰ ਸਿੰਘ ਜੀ ਅਸੀਂ ਤੁਹਾਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਾਂ, ਤੁਸੀਂ ਸਾਡੇ 'ਚ ਆ ਜਾਓ। ਉਹ ਚਾਹੇ ਲਾਲਚ ਕਹਿ ਲਓ ਵੀ ਸ਼ਾਇਦ ਕੀ ਪ੍ਰਧਾਨਗੀ ਕਰਕੇ ਆ ਜੇ। ਮੈਂ ਯਾਰ ਅਸੀਂ ਦੇਖੋ ਗੱਲ ਸੁਣੋ, ਪ੍ਰਧਾਨੀਆਂ ਦੀ ਗੱਲ ਨਹੀਂ ਹੁੰਦੀ। ਜੇ ਇੱਕ ਪਾਸੇ ਦੇਖੋ ਉਹਨਾਂ ਨੇ ਧੱਕਾ ਕੀਤਾ ਖਹਿਰਾ ਸਾਹਿਬ ਨਾਲ, ਇਸ ਕਰਕੇ ਉਹਨਾਂ ਨਾਲ, ਠੀਕ ਹੈ, ਤੇ ਤੁਸੀਂ ਉਹ ਧੱਕਾ ਵਾਪਸ ਲੈ ਲਓ, ਸਾਰੇ ਆਪਾਂ ਇਕੱਠੇ ਹੋ ਜਾਂਦੇ ਹਾਂ। ਸਾਹਿਬ ਅਖੀਰ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਜਿਸ ਤਰੀਕੇ ਨਾਲ ਹੁਣ ਹਾਲਾਤ ਬਣੇ ਨੇ, ਅਖੀਰ ਦੀ ਗੱਲ ਕਰ ਲਈਏ ਆਪਾਂ। ਹਾਂਜੀ ਵੀ ਇਸ ਵੇਲੇ ਮੌਜੂਦਾ ਸਥਿਤੀ ਤੁਸੀਂ ਤਾਂ ਕਿਉਂਕਿ ਪਾਰਟੀ ਛੱਡੀ ਹੈ, ਹੁਣ ਹੋਰ ਬਹੁਤ ਸਾਰੇ ਵਿਧਾਇਕ ਇੱਕ ਗੱਲ ਉਸ ਵੈਸੇ ਰਹਿ ਗਈ ਸੀ, ਭਗਵੰਤ ਮਾਨ ਜੀ ਨਾਲ ਵੀ ਮੇਰੀ ਉਦੋਂ ਬਾਅਦ ਮੀਟਿੰਗ ਹੋਈ ਸੀ, ਸਾਰੇ ਇੰਸੀਡੈਂਟ ਤੋਂ ਬਾਅਦ। ਹਾਂ, ਇਸੇ ਇੰਸੀਡੈਂਟ ਤੋਂ ਬਾਅਦ ਇਹ ਚੱਲਦੀਆਂ ਗਈਆਂ। ਤਾਂ ਅਸੀਂ ਮੇਰੇ ਇਹ ਮਾਈਂਡ 'ਚ ਆਇਆ ਵੀ ਆਪਾਂ ਨੂੰ ਇੱਕ ਵਾਰੀ ਗੱਲ ਕਰ ਲੈਣੀ ਚਾਹੀਦੀ ਹੈ ਡੈਡਲੌਕ ਤੋੜਨ ਲਈ। ਮੈਂ ਇਹ ਗੱਲ 15 ਅਕਤੂਬਰ ਦੀ ਹੈ, ਮੇਰੀ ਡੇਟ ਯਾਦ ਹੈ ਕਿਉਂਕਿ ਉਸ ਦਿਨ ਮੈਂ USA ਗਿਆ ਸੀ। ਮੀਟਿੰਗ ਹੋਈ ਖਹਿਰਾ ਸਾਹਿਬ ਦੇ ਘਰੇ, ਉਹਨੇ ਬੁਲਾਈ ਸੀ ਮੀਟਿੰਗ। ਮੈਂ ਉਹਨੂੰ ਕਿਹਾ ਜੀ ਦੇਖੋ ਇਕੱਠੇ ਹੋ ਜਾਣਾ ਚਾਹੀਦਾ, ਇਕੱਠੇ ਹੋ ਕੇ ਆਪਾਂ ਇਹਨਾਂ ਦਾ ਹੱਲ ਕੱਢੀਏ ਤੇ 5 ਮੈਂਬਰੀ ਕਮੇਟੀ ਬਣਾਓ। ਉਹਦੇ ਵਿੱਚ ਨਾ ਤਾਂ ਅਸੀਂ ਤੁਹਾਨੂੰ ਪਾਈਏ, ਕੋਈ ਵਰਕਰਾਂ ਦੀ ਬਣਾਓ, ਉਧਰਲੇ 5 ਬੰਦਿਆਂ ਦੀ ਕਮੇਟੀ ਬਣੇ, ਬੈਠ ਕੇ ਉਹ ਗੱਲ ਕਰਨ, ਕੋਈ ਫੈਸਲਾ ਕਰਨ। ਚਲੋ ਸਾਡੀ ਕਮੇਟੀ ਬਣ ਗਈ। ਮੈਂ ਉਹਨੂੰ ਕਿਹਾ ਮੈਂ ਕਮੇਟੀ 'ਚ ਪੈ ਨਹੀਂ ਸਕਦਾ, ਕਾਰਨ ਇਹ ਹੈ ਜੀ ਵੀ ਮੈਂ ਅੱਜ ਜਾਣਾ ਹੈ। ਤਾਂ ਉਧਰੋਂ ਜਾਣੀ ਕਿਉਂਕਿ ਮੇਰੇ ਤੇ ਪ੍ਰੈਸ਼ਰ ਸਾਰੇ ਪਾਸਿਓਂ ਸੀਗਾ, ਸਾਰੇ ਕਹਿੰਦੇ ਸੀ ਜੀ ਫਿਰ ਜਾਂ ਤਾਂ ਤੁਸੀਂ ਆ ਜਾਓ ਜੀ ਸਾਡੇ 'ਚ ਆ ਜਾਓ, ਇੱਧਰ ਆ ਜਾਓ, ਉੱਧਰ ਆ ਜਾਓ। ਮੈਂ ਚਾਹੁੰਦਾ ਸੀ ਵੀ ਯਾਰ ਇਕੱਠੇ ਕਰੋ ਸਾਰਿਆਂ ਨੂੰ। ਤਾਂ ਉਹਦੇ 5 ਮੈਂਬਰੀ ਕਮੇਟੀ ਦੋਨਾਂ ਪਾਸਿਓਂ ਜਦੋਂ ਹੋਈ ਤਾਂ ਮੇਰੇ USA ਦਾ ਮੇਰਾ 15 ਦਿਨ ਦਾ ਟੂਰ ਸੀਗਾ, ਕੈਲੀਫੋਰਨੀਆ 'ਚ ਮੈਂ ਗਿਆ ਸੀ ਦੋਸਤਾਂ ਮਿੱਤਰਾਂ ਕੋਲੇ। ਤਾਂ ਉਹ 15 ਦਿਨਾਂ ਦੇ ਵਿੱਚ ਹੀ
ਉਹ ਮੀਟਿੰਗ ਵੀ ਹੋ ਲਈ, ਉਹ 'ਚ ਰੌਲਾ ਵੀ ਪਾ ਲਿਆ ਵੀ ਖਹਿਰਾ ਸਾਹਿਬ ਪ੍ਰਧਾਨਗੀ ਮੰਗਦੇ ਆ। ਉਹ ਪ੍ਰਧਾਨਗੀ ਦੇ ਚੱਕਰ 'ਚ ਉਦੋਂ ਬਾਅਦ ਖਹਿਰਾ ਸਾਹਿਬ ਨੂੰ ਵੀ, ਕੰਵਰ ਸੰਧੂ ਨੂੰ ਵੀ ਰੌਲਾ ਪਾ ਕੇ ਦੋਨਾਂ ਨੂੰ ਹੀ ਸਸਪੈਂਡ ਕਰਤਾ। ਮੈਨੂੰ ਤਾਂ ਇਹ ਸਮਝਦੀ ਵੀ ਖਹਿਰਾ ਸਾਹਿਬ ਤਾਂ ਚਲੋ ਪ੍ਰਧਾਨਗੀ ਮੰਗਦੇ ਸੀ ਜਾਂ ਰੌਲਾ ਪਾਉਂਦੇ ਸੀ ਜੋ ਕਹਿੰਦੇ ਨੇ। ਕੰਵਰ ਸੰਧੂ ਤਾਂ ਸਿਆਣੇ ਬਿਆਣੇ ਬੰਦੇ ਯਾਰ, ਐਡੇ ਟੌਪ ਮੈਂ ਕਹਿਣਾ ਹੀਰਾ ਬੰਦਾ ਉਹ। ਹਰੇਕ ਪਾਰਟੀ ਨੂੰ ਇਹੋ ਜਿਹੇ ਬੰਦੇ ਚਾਹੀਦੇ ਨੇ ਬਲਕਿ ਸਮਾਜ ਨੂੰ ਸੁਧਾਰਨ ਵਾਸਤੇ, ਤੇ ਉਹਨੂੰ ਵੀ ਸਸਪੈਂਡ ਕਰਤਾ। ਤੇ ਮੈਂ ਜਦੋਂ ਆਇਆ ਵਾਪਸੀ ਤੇ ਮੇਰਾ ਜਾਣ ਵੇਲੇ ਪ੍ਰੋਗਰਾਮ ਬਣਿਆ ਸੀ, ਕੇਜਰੀਵਾਲ ਜੀ ਨੇ ਉੱਥੋਂ ਕੋਈ ਮੇਰੇ ਨਾਲ ਮੀਟਿੰਗ ਰੱਖੀ ਹੋਈ ਸੀ ਵੀ ਬੈਠ ਕੇ ਚਲੋ ਉਹਨਾਂ ਦੀ ਗੱਲ ਸੁਣਦੇ ਹਾਂ ਆਪਾਂ ਜਾਂ ਕੋਈ ਹੋਰ ਕਰਦੇ ਹਾਂ। ਮੈਂ ਇਸੇ ਕਰਕੇ 5 ਮੈਂਬਰੀ ਕਮੇਟੀ ਦੀ ਮੀਟਿੰਗ ਰਖਾ ਕੇ ਗਿਆ ਸੀ ਵੀ ਕੋਈ ਨਾ ਕੋਈ ਹੱਲ ਨਿਕਲੇ। ਪਰ ਜਦੋਂ ਮੈਂ ਆਇਆ ਜੋ ਕਰਤਾ ਤਾਂ ਮੈਂ ਉੱਥੇ ਕੀ ਕਰਨਾ ਸੀ। ਉਹ ਬੰਦੇ ਕਹਿੰਦੇ ਮੀਟਿੰਗ ਜਿਹੜੀ ਹੋਈ ਉਸ ਵਿੱਚ ਫਿਰ ਮੈਂ ਉਹਨਾਂ ਨਾਲ ਤਾਲਮੇਲ ਨਹੀਂ ਕੀਤਾ। ਜਿਹੜੇ ਬੰਦੇ ਮੇਰੇ ਵੇਟ ਕਰਦੇ ਸੀ 에ਅਰਪੋਰਟ ਤੇ ਵੀ ਉਹਨੂੰ ਲੈ ਕੇ ਕੇਜਰੀਵਾਲ ਜੀ ਕੋਲੇ ਜਾਵਾਂਗੇ, ਮੈਂ ਜੋ ਬੰਦਾ ਤਾਂ ਸਸਪੈਂਡ ਹੀ ਕਰਤੇ ਤੁਸੀਂ ਦੋਨੋਂ, ਤੇ ਮੈਂ ਕੀ ਲੈਣ ਆਊਂਗਾ। ਤੇ ਫਿਰ ਉਦੋਂ ਬਾਅਦ ਚੱਲਦੇ ਕਰਦੇ ਜਾਣੀ ਫਰਵਰੀ ਦੇ ਬਜਟ ਸੈਸ਼ਨ ਦੇ ਵਿੱਚ ਅਸੀਂ ਫਿਰ ਵੀ ਨਹੀਂ ਛੱਡਿਆ। ਤਾਂ ਮੀਤ ਹੇਰ ਨੇ ਮੈਨੂੰ ਕਿਹਾ ਵੀ ਅੰਕਲ ਵੀ ਕਿਸੇ ਤਰੀਕੇ ਨਾਲ ਯਾਰ ਇਹਨਾਂ ਦਾ ਪੈਚਅਪ ਕਰਾਓ, ਨਹੀਂ ਲੋਕ ਸਭਾ 'ਚ ਆਪਣਾ ਜਲੂਸ ਨਿਕਲੂ ਦੋਨੇ ਤਰ੍ਹਾਂ ਦਾ। ਉਦੋਂ ਫਿਰ ਮੈਂ ਮੀਤ ਹੇਰ ਨੂੰ ਵਿੱਚ ਪਾ ਕੇ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਸੀ। ਮੇਰੇ ਹੱਥ ਕਿਸੇ ਨੂੰ ਨਹੀਂ ਪਤਾ ਵੀ ਸਾਡੀ ਉਹ ਮੀਟਿੰਗ ਹੋਈ ਹੈ। 8 ਮਾਰਚ 2019 ਨੂੰ ਬਰਨਾਲੇ ਮੀਤ ਹੇਰ ਦੇ ਡਰਾਇੰਗ ਰੂਮ 'ਚ ਮੀਟਿੰਗ ਹੋਈ ਹੈ। ਤੇ ਮੀਤ ਹੇਰ ਉਸ ਮੀਟਿੰਗ 'ਚ ਸਾਇਲੈਂਟ ਜੀ ਰਹੇ ਤਕਰੀਬਨ। ਮੇਰੀ ਤੇ ਭਗਵੰਤ ਮਾਨ ਦੀ ਵੀ ਗੱਲ ਹੋਈ ਤੇ ਗੱਲ ਦਾ ਭੋਗਲ ਸਾਹਿਬ ਜੇ ਆਪਾਂ ਗੱਲ ਕਰੀਏ ਤੁਸੀਂ ਹੈਰਾਨ ਹੋਵੋਗੇ ਵੀ ਕਿਸ ਤਰ੍ਹਾਂ ਦੀਆਂ ਜਿਹੜੇ ਲੀਡਰਾਂ ਨੂੰ ਅਸੀਂ ਸੀਐਮ ਬਣਾਉਣਾ ਚਾਹੁੰਦੇ ਆ ਉਹਨਾਂ ਦੀਆਂ ਕਿਸ ਤਰ੍ਹਾਂ ਦੀ ਬਚਕਾਨਾ ਗੱਲਾਂ ਹੁੰਦੀਆਂ, ਕਿਸ ਤਰ੍ਹਾਂ ਦੀ ਇਮੈਚੁਰਿਟੀ ਉਹ ਸ਼ੋਅ ਕਰਦੇ ਨੇ ਵੀ ਯਾਰ ਉਹਨਾਂ 'ਚ ਸਾਨੂੰ ਲੱਗਦਾ ਵੀ ਇਹ ਕੌਮ ਨੂੰ ਸੇਧ ਦੇ ਸਕਦੇ ਨੇ। ਕੱਲਾ ਇਹ ਨਹੀਂ ਹੁੰਦਾ ਕਿਸੇ ਬੰਦੇ ਦਾ ਵਧੀਆ ਬੁਲਾਰਾ ਹੋਣਾ, ਕਿਸੇ ਬੰਦੇ ਦਾ ਕੋਈ ਇਕੱਠ ਕਰਨ ਦੀ ਕਪੈਸਿਟੀ ਹੋਣੀ, ਜਾਂ ਕਿਸੇ ਦਾ ਪੜ੍ਹਿਆ ਲਿਖਿਆ ਹੋਣਾ, ਕਿਸੇ ਦਾ ਕੁਛ ਵੀ। ਮਤਲਬ ਗੱਲ ਤਾਂ ਇਹ ਵੀ ਹੁੰਦੀ ਹੈ ਵੀ ਉਹ 'ਚ ਲੋਕਾਂ ਨਾਲ ਲੋਕਾਂ ਦੇ ਮਸਲੇ ਨਜਿੱਠਣ ਲਈ ਅਪਣੱਤ ਤਿਆਗ ਕੇ ਉਹਨਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਹੈ ਕਿ ਨਹੀਂ ਹੈ, ਉਹ ਕੁਛ ਕਰ ਸਕਦਾ ਕਿ ਨਹੀਂ ਕਰ ਸਕਦਾ। ਮੈਂ ਭਗਵੰਤ ਮਾਨ ਜੀ ਨੂੰ ਜਦੋਂ ਅਸੀਂ ਉਹਨਾਂ ਦੇ ਉੱਥੇ ਬੈਠੇ ਸ਼ਾਮ ਨੂੰ, ਰਾਤ ਦੇ ਕੋਈ 8 ਸਾਢੇ 8 ਵਜੇ ਸੀਗੇ, ਮੈਂ ਉਹਨੂੰ ਇੱਕੋ ਸਵਾਲ ਕੀਤਾ ਸੀਗਾ ਪਹਿਲਾਂ ਸ਼ੁਰੂ 'ਚ। ਮੈਂ ਭਗਵੰਤ ਮਾਨ ਜੀ, ਖਹਿਰਾ ਸਾਹਿਬ ਵੀ ਉਦੋਂ ਟਕਸਾਲੀ ਅਕਾਲੀ ਵੀ ਆ ਗਏ ਸੀ ਬਾਹਰ, ਵੀ ਟਕਸਾਲੀ ਅਕਾਲੀਆਂ ਕੋਲੇ ਗਏ, ਬਹੁਜਨ ਸਮਾਜ ਪਾਰਟੀ ਕੋਲੇ ਵੀ ਗਏ ਨੇ, ਕਾਮਰੇਡਾਂ ਨਾਲ ਵੀ ਗੰਢ ਧੁੱਪ ਕਰ ਰਹੇ ਨੇ, ਤੇ ਉਧਰੋਂ ਦੂਜੇ ਤੁਸੀਂ ਤਾਂ ਕਾਂਗਰਸ ਨਾਲ ਵੀ ਕਰੀ ਜਾਂਦੇ ਹੋ, ਦੂਜੇ ਪਾਸੇ ਹੋਰਾਂ ਪਾਰਟੀਆਂ ਨਾਲ ਵੀ ਕਰੀ ਜਾਂਦੇ ਹੋ, ਤੇ ਕੀ ਗੱਲ ਸਾਰਿਆਂ ਕੋਲੇ ਜਾਈ ਜਾਂਦੇ ਹੋ, ਇੱਕ ਦੂਜੇ 'ਚੋਂ ਮੁਸ਼ਕ ਮਾਰਦਾ ਤੁਹਾਨੂੰ, ਤੁਸੀਂ ਦੋਨੇ ਬੈਠ ਕੇ ਨਹੀਂ ਗੱਲ ਕਰ ਸਕਦੇ। ਮੈਨੂੰ ਕਹਿੰਦਾ ਮਨਸ਼ੇਰ ਸਾਹਿਬ ਖਹਿਰੇ ਦੀ ਤਾਂ ਸੀਐਮ ਸਾਹਿਬ ਗੱਲ ਵੀ ਨਹੀਂ ਸੁਣਨਾ ਚਾਹੁੰਦੇ, ਮਿਲਣਾ ਵੀ ਨਹੀਂ ਚਾਹੁੰਦੇ। ਅਰਵਿੰਦ ਕੇਜਰੀਵਾਲ ਜੀ ਨੂੰ ਕਹਿ ਰਹੇ ਸੀ। ਮੈਂ ਜੀ ਕਿਉਂ ਨਹੀਂ ਸੁਣਨਾ ਚਾਹੁੰਦੇ, ਐਡਾ ਕਿੱਡਾ ਮਾੜਾ ਉਹ ਗੱਲ ਸੁਣਨੀ ਚਾਹੀਦੀ ਹੈ, ਜਾਂ ਤਾਂ ਕਨਵਿੰਸ ਹੋ ਜਾਓ ਜਾਂ ਕਰ ਦਿਓ। ਤੇ ਮੈਨੂੰ ਮੈਂ ਕਿਹਾ ਜੀ ਜੇ ਮੈਂ ਤੁਹਾਡੀ ਜਗ੍ਹਾ ਤੇ ਹੋਵਾਂ ਨਾ ਮੈਂ ਫੈਸਲੇ ਕੁਛ ਹੋਰ ਲੈਂਦਾ। ਕਹਿੰਦਾ ਕਿਵੇਂ? ਮੈਂ ਕਿਹਾ ਜੀ ਜਿੱਦੇ 5 ਮੈਂਬਰੀ ਕਮੇਟੀ ਬਣਾਈ ਆ, ਪਹਿਲੀ ਗੱਲ ਤਾਂ ਤੁਹਾਨੂੰ ਉਹ ਕਮੇਟੀ 'ਚ ਜਾਣਾ ਨਹੀਂ ਸੀ ਚਾਹੀਦਾ। ਤੁਸੀਂ ਪਾਰਟੀ ਦੇ ਹੈੱਡ ਹੋ, ਇੱਕ ਗਰੁੱਪ ਦੇ ਹੈੱਡ ਹੋ, ਥੱਲੇ ਵਾਲਿਆਂ ਦੀ ਕਮੇਟੀ ਬਣਾਉਣੀ ਸੀ। ਉਹ ਆਸ 'ਚ ਪਾ ਕੇ ਤੁਹਾਨੂੰ ਰਿਪੋਰਟ ਦਿੰਦੇ, ਉਹ ਉੱਧਰ ਖਹਿਰਾ ਸਾਹਿਬ ਨੂੰ ਦਿੰਦੇ, ਤੁਸੀਂ ਬੈਠ ਕੇ ਮਨ ਬਣਾਉਂਦੇ ਤਾਂ ਆਪਾਂ ਬੈਠ ਕੇ ਕੋਈ ਗੱਲ ਅੱਗੇ ਲਾਉਂਦੇ। ਤੁਸੀਂ ਮੈਂ ਕਹਿੰਦਾ ਜੀ ਉਹ ਪ੍ਰਧਾਨਗੀ ਮੰਗਦੇ ਸੀ। ਪਹਿਲੀ ਗੱਲ ਤਾਂ ਇਹ ਜੀ ਉਹ ਡਿਨਾਈ ਕਰਦੇ ਨੇ ਵੀ ਅਸੀਂ ਪ੍ਰਧਾਨਗੀ ਨਹੀਂ ਮੰਗੀ, ਪਰ ਜੇ ਮੰਗ ਵੀ ਲਈ ਤਾਂ ਕਿਹੜੀ ਗੱਲ ਸੀ। ਮੈਂ ਜੇ ਮੈਂ ਤੁਹਾਡੀ ਜਗ੍ਹਾ ਤੇ ਹੁੰਦਾ ਮੈਂ ਗੱਲ ਕੁਛ ਹੋਰ ਕਰਦਾ। ਕਹਿੰਦਾ ਤੁਸੀਂ ਕੀ ਕਰਦੇ? ਮੈਂ ਕਿਹਾ ਜੀ ਫਿਰ ਜ਼ਹਿਰ ਦੀ ਥਾਂ ਤੇ ਗੁੜ ਵੀ ਹੁੰਦਾ ਦੇਣਾ। ਮੈਂ ਜੀ ਮੈਂ ਉਹਨੂੰ ਗੁੜ ਦਿੰਦਾ। ਕਿਉਂ ਕਿਵੇਂ? ਮੈਂ ਜੀ ਆਪਾਂ ਉਹਨੂੰ ਕਹਿੰਦੇ ਵੀ ਖਹਿਰਾ ਸਾਹਿਬ ਗੱਲ ਇਸ ਤਰ੍ਹਾਂ ਨਾ, ਤੁਸੀਂ ਕੁਛ ਟਾਈਮ ਦੇ ਦਿਓ, ਤੁਸੀਂ ਵੀ ਸੋਚ ਲਓ, ਅਸੀਂ ਵੀ ਸੋਚ ਲੈਂਦੇ ਹਾਂ। ਮੈਂ 2 ਦਿਨ ਬਾਅਦ ਹੀ ਮੀਟਿੰਗ ਫੇਰ ਰੱਖ ਲੈਂਦੇ, ਉੱਥੇ ਫੈਸਲਾ ਕਰਦੇ ਵੀ ਯਾਰ ਚਲੋ ਮੈਂ ਵੀ ਨਹੀਂ ਬਣਦਾ ਪ੍ਰਧਾਨ, ਤੂੰ ਵੀ ਨਾ ਬਣ, ਜਾਂ ਤਾਂ ਤੂੰ ਕੋਈ 3 ਮੈਂਬਰਾਂ ਦਾ ਪੈਨਲ ਦੇ ਦੇ ਮੈਂ ਟਿਕ ਕਰ ਦੇਣਾ, ਜਾਂ ਮੈਂ ਦੇ ਦੇਣਾ ਤੂੰ ਟਿਕ ਕਰ ਦੇ, ਤੇ ਆਪਾਂ ਇਕੱਠੇ ਹੋ ਜਾਂਦੇ ਹਾਂ। ਕਹਿੰਦੇ ਹਾਂ ਇਹ ਤਾਂ ਠੀਕ ਸੀ। ਤੇ ਫਿਰ ਮੈਂ ਕਿਹਾ ਜੀ ਤੁਸੀਂ ਉਹ ਵੀ ਤਾਂ ਮੇਰੇ ਕੋਲੇ ਵੀ ਆਏ, ਦੂਜਿਆਂ ਕੋਲੇ ਵੀ ਗਏ ਹੋਗੇ, ਤੁਹਾਨੂੰ ਪ੍ਰਧਾਨ ਬਣਾ ਦਿੰਦੇ ਆ, ਤੁਸੀਂ ਸਾਡੀ ਪਾਰਟੀ 'ਚ ਆ ਜਾਓ, ਠੀਕ ਹੈ। ਤੇ ਮੈਂ ਕਿਹਾ ਜੀ ਜੇ ਉਹ ਨਾ ਦਿੰਦਾ 3, ਪਹਿਲੀ ਗੱਲ ਤਾਂ ਆਪਟੋ ਨੇ ਇਹੀ ਕਹਿਣਾ ਸੀ ਮੈਂ ਨਾ ਦਿੰਦਾ, ਤੇ ਜੇ ਉਹ ਨਾ ਦਿੰਦਾ 3 ਪੈਨਲ 'ਚ ਤਾਂ 3 'ਚੋਂ 1 ਨਾਂ ਮੇਰਾ ਤਾਂ ਹੋਣਾ ਹੀ ਸੀ। ਇੱਕ ਵੱਧ ਤੋਂ ਵੱਧ ਕੰਵਰ ਸੰਧੂ ਜੀ ਦਾ ਦੇ ਦਿੰਦਾ, ਇੱਕ ਅੱਧਾ ਕੋਈ ਆਪਦੀ ਚੋਇਸ ਦਾ ਦੇ ਦਿੰਦਾ। ਤੁਸੀਂ ਮੈਂ ਕਿਹਾ ਜੀ ਉਹ ਵੀ ਮੈਨੂੰ ਕਹਿੰਦੇ ਸੀ ਪ੍ਰਧਾਨ ਬਣਾ, ਤੇ ਤੁਸੀਂ ਮੇਰੇ ਨਾਲ ਤੇ ਟਿਕ ਕਰਕੇ ਨਾ ਤਾਂ ਤੁਹਾਡੀ ਚੋਇਸ ਦਾ ਪ੍ਰਧਾਨ ਬਣ ਜਾਂਦਾ, ਨਾ ਮੈਂ ਕਿਹਾ ਜੀ ਉਹ ਏਕਤਾ ਹੋ ਜਾਂਦੀ। ਇਹ ਕੰਮ ਠੀਕ ਨਹੀਂ ਸੀ। ਹਾਂ ਗੱਲ ਤਾਂ ਤੁਹਾਡੀ ਠੀਕ ਹੈ, ਪਰ ਕਹਿੰਦਾ ਜੇ ਮੰਨ ਲਓ ਆਪਣੀ ਏਕਤਾ ਹੋ ਜੂ ਫਿਰ ਉਹ ਸੰਗਰੂਰ ਤੋਂ ਇਲੈਕਸ਼ਨ ਲੜੂਗਾ। ਮੈਂ ਜੀ ਪਹਿਲੀ ਗੱਲ ਤਾਂ ਆਪਣੇ ਬਠਿੰਡੇ ਤੋਂ ਲੜ ਰਹੇ ਸੀ ਨਾ। ਮੈਂ ਜੀ ਪਹਿਲੀ ਗੱਲ ਤਾਂ ਮਾੜੀ ਗੱਲ ਕੀ ਹੈ, ਸੀਨੀਅਰ ਲੀਡਰ ਜੇ ਇਲੈਕਸ਼ਨ ਲੜ ਲੂਗਾ, ਤੇ ਜੇ ਨਹੀਂ ਵੀ ਲੜਾਉਣੀ ਤੇ ਫਿਰ ਕੀ ਆਪਣੇ ਕੋਲੇ ਗੁੜ ਮੁੱਕ ਗਿਆ। ਮੈਂ ਕਿਹਾ ਆਪਾਂ ਫੇਰ ਗੁੜ ਦਿੰਦੇ ਉਹਨਾਂ ਨੂੰ। ਕਹਿੰਦਾ ਕਿਵੇਂ? ਮੈਂ ਜੀ ਉਹਨਾਂ ਨੂੰ ਕਹਿਣਾ ਸੀ ਵੀ ਦੇਖੋ ਜੀ ਮਾਨ ਸਾਹਿਬ ਤਾਂ ਸਿਟਿੰਗ ਮੈਂਬਰ ਨੇ ਪਾਰਲੀਮੈਂਟ ਦੇ, ਇਹਨਾਂ ਨੂੰ ਤਾਂ ਆਪਾਂ ਇਲੈਕਸ਼ਨ ਲੜਾਉਣੀ, ਤੇ ਦੂਜੇ ਪਾਸੇ
13 ਮੈਂਬਰ ਲੜਨਗੇ ਆਪਣੇ ਪੰਜਾਬ 'ਚ ਤੇ ਉਹਨਾਂ ਦੀ ਕੰਪੇਨ ਵੀ ਤਾਂ ਕੋਈ ਕਰਨੀ ਹੈ ਤੇ ਆਪਾਂ ਉਹਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੰਦੇ। ਉਵੇਂ ਹੀ ਰਿਐਕਟ ਕੀਤੇ ਜਿਵੇਂ ਪੱਕਾ ਹੀ ਚੇਅਰਮੈਨ ਲਾਉਣ ਲੱਗੇ ਹੁੰਦੇ ਆ ਕਾਹੇ ਦਾ ਪਾਰਟੀ ਦਾ, ਉਹਨਾਂ ਨੂੰ ਚੇਅਰਮੈਨ। ਮੈਂ ਚੇਅਰਮੈਨ ਕੀ ਹੁੰਦਾ ਜੀ ਕੰਪੇਨ ਕਮੇਟੀ ਦਾ? ਕੰਪੇਨ ਕਮੇਟੀ ਦਾ ਚੇਅਰਮੈਨ ਇਹ ਹੁੰਦਾ ਜੇ 20-22 ਦਿਨ ਇਲੈਕਸ਼ਨ ਚੱਲਣੀ ਹੈ, ਮਹੀਨਾ ਚੱਲਣੀ ਹੈ, ਜਿੱਦੇ ਇਲੈਕਸ਼ਨ ਖਤਮ ਉਸ ਤੋਂ ਬਾਅਦ ਉਹ ਵੀ ਖਤਮ। ਫਿਰ ਕਹਿੰਦੇ ਗੱਲ ਕਰੋ, ਕਹਿੰਦੇ ਉਹਨਾਂ ਨਾਲ, ਮਤਲਬ ਉਹਦੇ ਸਮਝ ਆ ਗਈ ਗੱਲ। ਤੇ ਪਰ ਜਦੋਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਫਿਰ ਇਹਨੇ ਬਹਾਨਾ ਬਣਾ ਲਿਆ, ਉਹਨੇ ਕੈਂਡੀਡੇਟ ਅਨਾਉਂਸ ਕਰਤੇ। ਉਹ ਮੈਂ ਜੀ ਕਿਸੇ ਸਟੇਜ ਤੇ ਵੀ ਹੋ ਜਾਂਦਾ ਹੁੰਦਾ, ਕੈਂਡੀਡੇਟ ਕਿਹੜਾ ਵਾਪਸ ਨਹੀਂ ਹੋਣੇ, ਉਹਨਾਂ ਤੇ ਕਿਹੜਾ ਮੋਹਰਾਂ ਲੱਗ ਗਈਆਂ। ਪਰ ਫਿਰ ਇਹ ਲਾਈਨ ਤੇ ਆਏ ਨਹੀਂ ਦੋਨੇ ਜਣੇ, ਇਹੀ ਕਾਰਨ ਬਣਿਆ ਕਿ ਇਹ ਕਾਰਨ ਬਣ ਗਿਆ। ਤੇ ਮੈਂ ਉਸ ਤੋਂ ਬਾਅਦ ਮਹੀਨੇ ਬਾਅਦ ਆਪਦਾ ਫਿਰ ਡਿਸੀਜਨ ਲੈ ਲਿਆ ਵੀ ਇਹ ਇੱਥੇ ਤਾਂ ਕੰਧ ਤੇ ਲਿਖਿਆ ਜਿਹੜਾ ਉਹ ਪੜ੍ਹ ਲੈਣਾ ਚਾਹੀਦਾ ਹੈ। ਤੇ ਇਹ ਜਿਹੜੇ 3 ਸਾਲ ਰਹਿ ਗਏ ਵੀ ਯਾਰ ਲੋਕਾਂ ਦੇ ਕੋਈ ਕੰਮਕਾਰ ਕਰਾ ਲਾਂਗੇ। ਹੁਣ ਤਾਂ ਵਿਚਾਰੇ ਕਾਰਡਾਂ ਪਿੱਛੇ ਤੁਰੇ ਫਿਰਦੇ ਨੇ, ਕੋਈ ਰਾਸ਼ਨ ਕਾਰਡ ਪਿੱਛੇ, ਕੋਈ ਕਾਸੇ ਪਿੱਛੇ, ਕੋਈ ਆਧਾਰ ਕਾਰਡ ਪਿੱਛੇ। ਉਹ ਵੀ ਨਹੀਂ ਓਪੋਜੀਸ਼ਨ ਵਾਲੇ ਤਾਂ ਬਣਾਉਂਦੀ ਹੁੰਦੀ ਸਰਕਾਰ ਵੀ ਉਹੋ ਜਿਹੇ ਕੰਮ ਕਰਾ ਲਾਂਗੇ। ਕੰਮ ਕਰਾਏ ਵੀ, ਸਾਰਾ ਕੁਛ ਕੀਤਾ। ਤੇ ਚਲੋ ਐਨੀਵੇ ਫਿਰ ਐਲੀਗੇਸ਼ਨ ਮੇਰੇ ਤੇ ਇਹ ਵੀ ਲਾਏ। ਕੱਲ੍ਹ ਆਪਣੇ ਹਰਪਾਲ ਚੀਮਾ ਜੀ ਬੋਲੀ ਜਾਂਦੇ ਸੀਗੇ ਵੀ ਇਹਨਾਂ ਨੇ ਪਾਰਟੀ ਦੀ ਪਿੱਠ ਛੁਰਾ ਮਾਰਿਆ, ਗਦਾਰੀ ਕੀਤੀ ਹੈ। ਹੁਣ ਜੇ ਉਹਨਾਂ ਨੂੰ ਪੁੱਛੇ ਵੀ ਮੈਂ ਤਾਂ 2019 ਅਪ੍ਰੈਲ 'ਚ ਜਾ ਕੇ ਪਾਰਟੀ ਛੱਡੀ ਤੇ ਜੁਆਇਨ ਕੀਤੀ ਨਵੀਂ ਪਾਰਟੀ ਕਾਂਗਰਸ, ਠੀਕ ਹੈ ਨਾ। ਤੇ ਸ਼ੁਰਾ ਤਾਂ ਸਭ ਤੋਂ ਪਹਿਲਾਂ ਉਹਨੂੰ ਨਹੀਂ ਕਹੋਗੇ ਮਾਰਨ ਵਾਲੇ ਨੂੰ, ਜਿਹਨੇ ਪੋਸਟਰ ਲਵਾ ਕੰਧਾਂ ਤੇ ਇਹ ਲਿਖਾ ਕੇ ਆਪਣੇ ਵਰਕਰਾਂ ਤੋਂ, ਮੈਂ ਇੱਕ ਵਾਰ ਨਹੀਂ कहता 1000 बार कहता हूँ ਕਿ ਵਿਕਰਮ ਮਜੀਠੀਆ ਚਿੱਟੇ ਕਾ ਤਸਕਰ ਹੈ। ਤੇ ਜਦੋਂ ਮਾਫੀ ਮੰਗ ਲਈ ਸੀ ਤੇ ਉਹ ਸ਼ੁਰਾ ਨਹੀਂ ਸੀ ਸਾਡੇ ਪਿੱਠਾਂ 'ਚ, ਠੀਕ ਹੈ। ਜਦੋਂ ਤੁਸੀਂ ਖਹਿਰੇ ਨੂੰ ਬਿਨਾਂ ਕੋਈ ਮੀਟਿੰਗ ਕਾਲ ਕੀਤੇ, ਬਿਨਾਂ ਕਿਸੇ ਨੂੰ ਪੁੱਛੇ, ਤੁਸੀਂ ਤਾਂ ਲੋਕਾਂ ਨੂੰ ਪੁੱਛਣ ਦੀ ਗੱਲ ਕਰਦੇ ਸੀ, ਤਾਂ ਆਪਦੇ MLA ਨੂੰ ਨਹੀਂ ਪੁੱਛਿਆ ਤੇ ਉਹਨੂੰ ਕੱਢਿਆ। ਉਹ ਸਾਡੀ ਪਿੱਠ 'ਚ ਸ਼ੁਰਾ ਨਹੀਂ ਸੀ। ਕਿੰਨਾ ਵਧੀਆ ਪਰਫਾਰਮ ਕਰ ਰਿਹਾ ਸੀ ਉਹ ਵਿਧਾਨ ਸਭਾ ਦੇ ਵਿੱਚ LOP ਦੇ ਤੌਰ ਤੇ। ਇਸ ਵੇਲੇ 'ਚ ਕੁਛ ਵੀ ਹੈ, ਜਿੰਨੇ ਹੁਣ ਤੱਕ LOP ਹੋਏ ਨੇ ਉਹਨਾਂ 'ਚੋਂ ਖਹਿਰੇ ਦਾ ਇੱਕ ਨਾਂ ਹੈ ਵੀ ਉਹਨੇ ਆਪਦੀ ਜਿਹੜੀ ਹੈਗੀ LOP ਦੀ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਉਹ ਕੁਛ ਵੀ ਹੈ, ਮੈਂ ਅੱਜ ਕਾਂਗਰਸ 'ਚ ਹਾਂ, ਮੈਂ ਇਹ ਕਹਿ ਸਕਦਾ। ਬਟ ਐਟ ਦੀ ਸੇਮ ਟਾਈਮ ਕਾਂਗਰਸ ਦੇ ਵਿਰੁੱਧ ਵੀ ਜਿੱਥੇ ਕੁਛ ਬੋਲਣਾ ਕਰਨਾ ਪੈਂਦਾ ਸੀ ਸਰਕਾਰ ਦੇ ਵਿਰੁੱਧ, ਉਹਨਾਂ ਨੇ ਆਪਦੀ ਆਵਾਜ਼ ਚੱਕੀ ਤੇ ਲੋਕਾਂ ਨੂੰ ਫਿਕਰ ਪੈ ਗਿਆ ਸੀ ਵੀ ਜੇ ਇਹੀ LOP ਰਿਹਾ ਤਾਂ ਇਹ ਪਾਰਟੀ ਸਰਵਾਈਵ ਕਰੂਗੀ, ਵਧੀਆ ਕਰੂਗੀ, ਦੁਬਾਰੇ ਉੱਠੂਗੀ। ਤੇ ਇਸ ਕਰਕੇ ਉਹਨੂੰ ਕੱਢਣਾ ਤੇ ਹੋਰ ਕਰਨਾ, ਇਹ ਨਿਰਾਸ਼ਾ ਜੀ 'ਚ ਆ ਕੇ ਫਿਰ ਮੈਂ ਆਪਦਾ ਇਹ ਪੈਂਤੜਾ ਬਦਲਿਆ ਸੀ। ਤੇ ਉਹਨੂੰ ਚਾਹੇ ਹਰਪਾਲ ਚੀਮਾ ਜੀ ਪਿੱਛੇ ਛੁਰਾ ਕਹੀ ਜਾਣ, ਚਾਹੇ ਮੈਨੂੰ ਆਪਦੇ ਹਲਕੇ ਦੇ ਲੋਕਾਂ ਨੇ ਜਿਹਨਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੇ ਹਿੱਤ 'ਚ ਛੱਡੀ ਕਹਿ ਲੈਣ ਪਾਰਟੀ, ਜੋ ਮਰਜ਼ੀ ਕਹਿ ਲੈਣ। ਰੈਸਟ ਆਫ ਇਸ ਦੀ ਹਿਸਟਰੀ ਸਾਨੂੰ ਪਤਾ ਹੈ, ਉਹ ਤਾਂ ਪਤਾ ਹੀ ਹੈ ਜੀ। ਇਸ ਵੇਲੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਵਿਧਾਇਕ ਉਸੇ ਦੇ ਤੌਰ ਤੇ ਕਾਂਗਰਸ ਆਪਣੇ ਵੱਲੋਂ ਦਾਅਵਾ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਸਾਡੇ ਟੱਚ ਦੇ ਵਿੱਚ ਹੈਗੇ ਨੇ, ਤੁਹਾਡੇ ਵੀ ਧਿਆਨ ਦੇ ਵਿੱਚ ਹੋਣੀਆਂ ਚੀਜ਼ਾਂ। ਤਾਂ ਲੱਗਦਾ ਕਿ ਸੰਪਰਕ ਉਸੇ ਕਰਕੇ ਬਣ ਰਿਹਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ, ਆਮ ਆਦਮੀ ਪਾਰਟੀ ਦੇ ਵਿੱਚ ਨਹੀਂ, ਇਹ ਸ਼ੁਰੂ ਤੋਂ ਠੀਕ ਨਹੀਂ ਰਿਹਾ ਜੀ। ਐਕਚੁਅਲੀ ਕੀ ਹੈ ਜੀ, ਹੁਣ ਐਨਾਲਿਸਿਸ ਕਰਕੇ ਸ਼ੁਰੂ ਤੋਂ ਹੀ ਜੇ ਆਪਾਂ ਚਾਹੇ ਉਹਦੇ ਕੇਜਰੀਵਾਲ ਜੀ ਦੀ ਮਾਫੀ ਮੰਗਣ ਦੀ ਗੱਲ ਕਰ ਲਓ, ਜੋ ਮਜੀਠੀਏ ਤੇ ਭਰ ਪਿਆ ਸੀ, ਚਾਹੇ ਜਣੀ ਉਹਦਾ ਖਹਿਰੇ ਨੂੰ ਕੱਢਣਾ, ਕਿਉਂਕਿ ਉਦੋਂ ਮੌਨਸੂਨ ਸੈਸ਼ਨ ਆਉਣਾ ਸੀਗਾ ਜੁਲਾਈ ਦੇ ਵਿੱਚ ਤੇ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਰਿਪੋਰਟ ਦੇ ਦਿੱਤੀ ਸੀ ਆਪਦੀ, ਉਹ 'ਚ ਬਾਦਲ ਫੈਮਿਲੀ ਟਾਰਗੇਟ ਹੁੰਦੀ ਸੀ ਵੀ ਉਹਦੇ ਅਗੇਂਸਟ ਰੌਲਾ ਪਊਗਾ। ਵਿਧਾਨ ਸਭਾ ਤੋਂ ਜਸਟ 2-3 ਦਿਨ ਪਹਿਲਾਂ ਖਹਿਰੇ ਨੂੰ ਰਿਮੂਵ ਹੀ ਕਰ ਦੇਣਾ। ਤਾਂ ਇਹ ਚੀਜ਼ਾਂ ਸੁਜੈਸਟ ਕਰਦੀਆਂ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਪਾਸਿਓਂ ਡਾਇਰੈਕਸ਼ਨ ਆ ਰਹੀ ਸੀ ਸੀਕਰਟ, ਤੇ ਉਹ ਸੀਕਰਟ ਡਾਇਰੈਕਸ਼ਨ ਕੁਦਰਤੀ ਤੌਰ ਤੇ ਹੈ। ਜਿਹੜਾ ਬੰਦਾ ਹੁਣ ਦੱਸ ਰਿਹਾ ਹੈ ਮੇਰਾ ਪਿਛੋਕੜ BJP 'ਚ ਸੀ, ਮੇਰਾ ਉੱਥੇ ਸੀ, ਤੇ ਹੁਣ ਪਿੱਛੇ ਜੇ ਕੱਲ੍ਹ ਸਟੇਟਮੈਂਟ ਉਹਨੇ ਹਿੰਦੂਤਵ ਦੇ ਹੱਕ ਦੇ ਵਿੱਚ ਸ਼ਰੇਆਮ ਦਿੱਤੀ ਹੈ, ਤਾਂ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕਿਹਦਾ ਪਲਾਂਟਡ ਤੇ ਕਿਹਦਾ ਕ੍ਰੀਏਟਡ ਬੰਦਾ ਹੈ ਉਹ। ਤੇ ਉਹਨਾਂ ਨੇ ਉਹਦੇ ਮੁਤਾਬਕ ਚੱਲਣਾ ਹੈ। ਉਹਨੇ ਇੱਥੇ ਨਹੀਂ ਕੋਈ ਰਹਿਣ ਦਿੱਤਾ ਪੰਜਾਬ ਦੇ ਵਿੱਚ ਵੀ ਪਾਰਟੀ ਚੱਲ ਸਕੇ, ਤੇ ਦਿੱਲੀ 'ਚ ਨਹੀਂ ਰਹਿਣ ਦਿੱਤਾ ਕੋਈ ਨੈਸ਼ਨਲ ਲੈਵਲ ਤੇ ਪਾਰਟੀ ਚੱਲੂ ਕਾਹਦੇ ਨਾਲ? ਉਹਨਾਂ ਦਾ ਮੇਰੇ ਮੁਤਾਬਕ ਇਹ ਹੈ ਵੀ ਆਮ ਆਦਮੀ ਪਾਰਟੀ ਦਾ ਕਿਸੇ ਵੀ ਸਟੇਟ 'ਚ ਸਰਕਾਰ ਬਣਾਉਣ ਦਾ ਏਜੰਡਾ ਹੀ ਨਹੀਂ। ਉਹ ਤਾਂ ਸਿਰਫ RSS ਦੀ ਡਾਇਰੈਕਸ਼ਨ ਤੇ ਚੱਲਣ ਵਾਲੇ ਨੇ ਵੀ BJP ਨੂੰ ਸਰਵਾਈਵ ਕਰਾਉਣ ਵਾਸਤੇ, ਉਹਨੂੰ ਫਾਇਦਾ ਕਰਨ ਵਾਸਤੇ ਕਿਹੜੇ ਵੇਲੇ ਕੇਜਰੀਵਾਲ ਤੋਂ ਕਿਹੜਾ ਪੈਂਤੜਾ ਦਬਾਉਣਾ ਹੈ, ਕਿਹੜਾ ਸਟੈਂਡ ਦਬਾਉਣਾ ਹੈ, ਕਿਹੜੀ ਸਟੇਟਮੈਂਟ ਦਬਾਉਣੀ ਹੈ, ਕਿਹੜਾ ਕੰਮ ਕਰਾਉਣਾ ਹੈ, ਉਸ ਤਰੀਕੇ ਨਾਲ ਉਹ ਚੱਲ ਰਿਹਾ ਹੈ। ਉਹ ਸਭ ਹੁਣ ਸਭ ਦੇ ਸਾਹਮਣੇ ਹੈ। ਕਿਸੇ ਨੂੰ ਜਿਹਨੂੰ ਹਜੇ ਵੀ ਸਮਝ ਨਹੀਂ ਆਈ ਤਾਂ ਉਹਨਾਂ ਨੂੰ ਹੋਰ 2 ਸਾਲਾਂ ਨੂੰ 4 ਸਾਲਾਂ ਨੂੰ ਆਜੂ। ਉਹ ਜੇ ਬਾਕੀ ਇਹ ਹੈ ਵੀ ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤੋ ਕਿਆ ਆਏ, ਤੇ ਉਸ ਤਰ੍ਹਾਂ ਦਾ ਸਾਡੇ ਵਿਧਾਇਕਾਂ ਦਾ ਹਾਲ ਹੈ। ਹਾਂ, ਇਹ ਗੱਲ ਹੈਗੀ ਆ, ਹੋਰ ਕੋਈ ਗੱਲ ਨਹੀਂ। ਥੈਂਕ ਯੂ। ਸਮਾਂ ਕੱਢ ਕੇ ਅੱਜ ਬੜੀਆਂ ਬੇਬਾਕੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਭੇਦ ਜਿਹੜੇ ਨੇ ਅੱਜ ਪਤਾ ਲੱਗੇ ਹੋਣਗੇ। ਮਾਨਸਾ ਸਾਹਿਬ ਤੇ ਸਿੱਧੇ ਤੌਰ ਤੇ ਬਹੁਤ ਸਾਰੇ ਸਵਾਲ ਉੱਠਦੇ ਰਹੇ। ਅੱਜ ਉਹਨਾਂ ਨੇ ਬੜੇ ਬੇਬਾਕੀ ਦੇ ਨਾਲ ਸਾਰਾ ਆਪਣੇ ਵੱਲੋਂ ਕੱਚਾ ਚਿੱਠਾ ਜਿਹੜਾ ਉਹਨਾਂ ਦੇ ਜ਼ਿਹਨ ਦੇ ਵਿੱਚ ਇੰਨੇ ਚਿਰ ਦਾ ਪਿਆ ਹੋਇਆ ਸੀਗਾ, ਅੱਜ ਬੜੇ ਬੇਬਾਕੀ ਨਾਲ ਰੋਜ਼ਾਨਾ ਸਪੋਕਸਮੈਨ ਦੇ ਮਾਧਿਅਮ ਰਾਹੀਂ ਆਪਣੇ ਵੱਲੋਂ ਬਿਆਨ ਕੀਤਾ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।